ਵਾਇਸ ਆਫ ਇੰਡੀਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਹੌਟਲਾਈਨ ਟੂਡੇ ਦੇ ਵਿੱਚ ਅਸੀਂ ਹਮੇਸ਼ਾ ਹੀ ਉਹਨਾਂ ਮਹੱਤਵਪੂਰਨ ਘਟਨਾਵਾਂ, ਮਹੱਤਵਪੂਰਨ ਖਬਰਾਂ ਦੇ ਉੱਤੇ ਗੱਲ ਕਰਦੇ ਹਾਂ ਜਿਹੜੀਆਂ ਖਬਰਾਂ ਕਈ ਵਾਰੀ ਸਾਰਿਆਂ ਨੂੰ ਨਹੀਂ ਪਤਾ ਹੁੰਦੀਆਂ, ਜਾਂ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਜ਼ਿਆਦਾ ਪਤਾ, ਪਰ ਉਹਦੀ ਟਿੱਪਣੀ ਕਰਨੀ ਬਹੁਤ ਜ਼ਰੂਰੀ ਹੈ, ਉਹਨੂੰ ਫਰੋਲਣਾ, ਉਹਦੇ ਉੱਤੇ ਗੱਲਬਾਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਅਤੇ ਇਸ ਗੱਲਬਾਤ ਉੱਤੇ ਗੰਭੀਰਤਾ ਨਾਲ ਕੰਟਰੀਬਿਊਸ਼ਨ ਕਰਨ ਵਾਸਤੇ ਸਾਡੇ ਸਟੂਡੀਓ ਵਿੱਚ ਸਾਡੇ ਮਹਿਮਾਨ ਨੇ ਪ੍ਰੋਫੈਸਰ RS ਬਰਾੜ ਜੀ। ਸਵਾਗਤ ਹੈ ਜੀ ਤੁਹਾਡਾ ਪ੍ਰੋਫੈਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬੜੀ ਮਿਹਰਬਾਨੀ ਜੀ, ਤੁਸੀਂ ਸਮਾਂ ਕੱਢਦੇ ਹੋ ਔਰ ਜਿਹੜੀਆਂ ਮਹੱਤਵਪੂਰਨ ਖਬਰਾਂ ਹੁੰਦੀਆਂ, ਘਟਨਾਵਾਂ ਹੁੰਦੀਆਂ, ਉਹਦੇ 'ਤੇ ਚਰਚਾ ਕਰਨ ਵਿੱਚ ਤੁਸੀਂ ਮੋਹਰੀ ਰੋਲ ਅਦਾ ਕਰਦੇ ਹੋ। ਤੁਹਾਡੀ ਬਹੁਤ ਮਿਹਰਬਾਨੀ ਹੈ ਕਿ ਤੁਸੀਂ ਮੈਨੂੰ ਬੁਲਾ ਲੈਂਦੇ ਹੋ ਤੇ ਮੈਂ ਆਪਣੇ ਦਰਸ਼ਕਾਂ ਦੇ ਰੂਬਰੂ ਹੋ ਜਾਂਦਾ ਹੈਗਾ। ਹਾਂਜੀ, ਇਸੇ ਬਹਾਨੇ ਚਲੋ ਗੱਲਬਾਤ ਹੋ ਜਾਂਦੀ। ਇਹ ਗੱਲਬਾਤ ਤੇ ਸ਼ੁਰੂ ਕਰਦੇ ਜੀ ਸਿਲਸਿਲਾ ਇੱਥੇ ਜੀ। ਹਾਲ ਦੇ ਵਿੱਚ ਇੱਕ ਘਟਨਾ ਵਾਪਰੀ ਜੀ, ਜਿਹਨੂੰ ਮੈਂ ਵੈਸੇ ਉਹਦਾ ਜੋੜ ਕੇ ਗੱਲ ਕਰਨੀ ਚਾਹੁੰਦਾ। ਉਹ ਹੈ ਜੀ, ਅਮਰੀਕਾ ਦੇ ਵਿੱਚ ਇੱਕ ਸਕੂਲ ਵਿੱਚ ਇੱਕ ਬੱਚੇ ਨੇ ਗੋਲੀ ਚਲਾ ਕੇ ਪੂਰੀ ਦੀ ਪੂਰੀ ਕਲਾਸ ਮਾਰ ਦਿੱਤੀ। 19 ਜਿਹੜੇ ਬੱਚੇ ਤੇ 2 ਉਹਨਾਂ ਦੇ ਟੀਚਰ ਜਿਹੜੇ ਸੀਗੇ, ਉਹ ਮੌਕੇ ਤੇ ਹੀ ਜਿਹੜੇ ਸੀ ਉਹ ਆਪਦੀ ਜਾਨ ਤੋਂ ਹੱਥ ਧੋ ਬੈਠੇ। ਠੀਕ ਹੈ ਜੀ। ਉਸ ਤੋਂ ਬਾਅਦ ਖਬਰ ਹੋਰ ਆ ਗਈ, ਇੱਕ ਟੀਚਰ ਦਾ ਹਸਬੈਂਡ ਜਿਹੜਾ ਸੀ ਉਹ ਹਾਰਟ ਅਟੈਕ ਨਾਲ ਮਰ ਗਿਆ। ਇਹੋ ਜਿਹੀਆਂ ਦੁਖਦਾਈ ਘਟਨਾਵਾਂ ਜਿਹੜੀਆਂ ਇਹ ਇਕੱਲੇ ਅਮਰੀਕਾ 'ਚ ਨਹੀਂ ਹੋ ਰਹੀਆਂ, ਉੱਦਾਂ ਅਮਰੀਕਾ 'ਚ ਲੰਮੇ ਸਮੇਂ ਤੋਂ ਹੋ ਰਹੀਆਂ, ਇਹ ਪਹਿਲੀ ਘਟਨਾ ਨਹੀਂ ਹੈ, ਹੋਰਾਂ ਦੇਸ਼ਾਂ 'ਚ ਵੀ ਹੁੰਦੀਆਂ। ਪਰ ਇਹਦੇ ਪਿੱਛੇ ਕੀ ਸਾਈਕੀ ਤੁਸੀਂ ਸਮਝਦੇ ਹੋ? ਕਿ ਉਹ ਬੱਚੇ ਦਾ ਕਸੂਰ ਹੈ, ਸੁਸਾਇਟੀ ਦਾ ਕਸੂਰ ਹੈ, ਉਹਦੇ ਪੇਰੈਂਟਸ ਜ਼ਿੰਮੇਵਾਰ ਹੈ, ਸਕੂਲ ਦਾ ਜਿਹੜਾ ਐਜੂਕੇਸ਼ਨ ਸਿਸਟਮ ਜ਼ਿੰਮੇਵਾਰ ਹੈ, ਜਾਂ ਫਿਰ ਸਰਕਾਰ ਦੀ ਕਿਸ ਲੈਵਲ 'ਤੇ ਜ਼ਿੰਮੇਵਾਰੀ ਬਣਦੀ ਹੈ? ਪਹਿਲਾਂ ਤਾਂ SP ਸਿੰਘ ਜੀ ਵੀ ਐਡੀ ਦੁਖਦਾਈ ਘਟਨਾ ਹੈ ਕਿ 19 ਬੱਚੇ ਜਿਹੜੇ ਹੈਗੇ ਆ ਉਸ ਸਕੂਲ ਦੇ, ਜਿਹੜੇ ਸਵੇਰੇ ਆਏ ਸੀਗੇ ਖੁਸ਼ੀਆਂ ਦੇ ਨਾਲ, ਉਹ ਸ਼ਾਮ ਨੂੰ ਵਾਪਸ ਆਪਦੇ ਘਰ ਨਹੀਂ ਜਾ ਸਕੇ ਹਨ। ਪੇਰੈਂਟਸ ਇਸ ਦੁੱਖ ਦੀ ਘੜੀ ਵਿੱਚ ਇਸ ਦੁੱਖ ਨੂੰ ਕਿਵੇਂ ਬਰਦਾਸ਼ਤ ਕਰਦੇ ਹੋਣਗੇ, ਇਹਦੇ ਵਾਸਤੇ ਸਾਡੇ ਕੋਲੇ ਕੋਈ ਸ਼ਬਦ ਹੀ ਨਹੀਂ ਹੈਗੇ। ਇਸ ਘਟਨਾ ਨੂੰ ਨਾ ਕਈ ਐਂਗਲ ਤੋਂ ਸਾਨੂੰ ਵਿਚਾਰਨਾ ਚਾਹੀਦਾ ਹੈਗਾ। ਮੈਂ ਕੱਲ੍ਹ ਟਵਿੱਟਰ 'ਤੇ ਦੇਖ ਰਿਹਾ ਸੀ ਤੇ ਇੱਕ ਨਿਊਜ਼ ਦੇਖ ਰਿਹਾ ਸੀਗਾ ਕਿ ਇੱਕ ਨਾ ਬੱਚੀ ਨੇ ਆਪਣੇ ਆਪ ਨੂੰ ਦੂਸਰੇ ਬੱਚੇ ਦੇ ਬਲੱਡ ਦੇ ਨਾਲ ਲਿਪਾ ਪੋਚੀ ਕੀਤੀ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਡੈਡ ਲੱਗਾ ਤਾਂ ਕਿ ਮੇਰੀ ਜਾਨ ਬਖਸ਼ੀ ਜਾਵੇ। ਕਿਉਂਕਿ ਉਹ ਜਿਹੜਾ ਸਟੂਡੈਂਟ ਸੀਗਾ ਜਿਹਨੇ ਸਾਰੀ ਗੋਲੀ ਚਲਾਈ ਹੈ, ਕਿ ਉਹ ਵਾਪਸ ਆ ਕੇ ਮਾਰ ਨਾ ਦੇਵੇ, ਤੇ ਬੱਚੀ ਦੀ ਜਾਨ ਬਚੀ। ਉਹਨੂੰ ਭੁਲੇਖਾ ਪਾਉਂਦੇ ਉਹਦੀ ਜਾਨ ਬਚੀ। ਇੰਨਾ ਹਾਰਰ ਟੈਰਰ ਦਾ ਮਾਹੌਲ ਸਕੂਲਾਂ ਵਿੱਚ ਅਸੀਂ ਕਦੇ ਸੋਚਿਆ ਨਹੀਂ ਸੀ। ਐਜ਼ ਐਜੂਕੇਸ਼ਨਿਸਟ ਮੈਂ ਸਮਝਦਾ ਹੈਗਾ। ਤੁਸੀਂ ਜਿਹੜੀ ਗੱਲ ਕੀਤੀ ਹੈਗੀ ਹੈ ਕਿ ਉਹ ਬੱਚੇ ਦਾ ਕਸੂਰ ਹੈ, ਸਿਸਟਮ ਦਾ ਕਸੂਰ ਹੈ, ਮੈਨੂੰ ਲੱਗਦਾ ਕਿ ਰਾਈਟ ਫਰੋਮ ਫੈਮਿਲੀ ਟੂ ਦੀ ਗਵਰਨਮੈਂਟ ਸਾਰਿਆਂ ਦਾ ਕਸੂਰ ਹੈ। ਮੈਂ ਨਾ ਕੱਲ੍ਹ ਟਵਿੱਟਰ ਦੇ ਉੱਪਰ ਦੇਖ ਰਿਹਾ ਸੀ ਜਦੋਂ, ਤਾਂ ਮੈਂ ਵੀ ਇਸ ਗੱਲ ਦੇ ਉੱਪਰ ਕੰਟਰੀਬਿਊਟ ਕੀਤਾ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਕਿੱਡਾ ਵੱਡਾ ਫਲਾਅ ਹੈ ਕਿ ਬੱਚਾ 15-18 ਸਾਲ ਸਕੂਲ ਜਾਣ ਤੋਂ ਬਾਅਦ ਆਪਣੇ ਸਹਿ ਸਾਥੀਆਂ ਨੂੰ ਗੋਲੀ ਮਾਰ ਦੇ। ਸਿਸਟਮ ਦੇ ਵਿੱਚ ਹੀ ਹੈ ਨਾ ਵੀ ਉਹ ਐਜੂਕੇਸ਼ਨ ਕੀ ਹੋਈ, ਫਿਰ ਉਹਨੇ ਐਜੂਕੇਸ਼ਨ ਕਿਹੜੀ ਦਿੱਤੀ ਕਿ ਉਹ ਬੱਚੇ ਦਾ ਮਾਈਂਡ ਇੰਨਾ ਕ੍ਰਿਮੀਨਲ ਹੋ ਗਿਆ 15-18 ਸਾਲਾਂ ਦੇ ਵਿੱਚ ਕਿ ਉਹਦੇ ਟੀਚਰਸ ਨੇ ਉਹਨੂੰ ਪ੍ਰੋਪਰਲੀ ਅੰਡਰਸਟੈਂਡ ਨਹੀਂ ਕੀਤਾ। ਨਹੀਂ, 15-18 ਸਾਲ ਵੀ ਨਹੀਂ ਹੋਏ ਹੋਣੇ ਜੀ, 5-6 ਸਾਲ ਦਾ ਬੱਚਾ ਸਕੂਲ ਜਾਂਦਾ, ਯਾਨੀ 10 ਕੁ ਸਾਲ ਦੇ ਵਿੱਚ। 5 ਸਾਲ ਤੋਂ ਪਹਿਲਾਂ ਫੈਮਿਲੀ ਦੇ ਹੋ ਗਏ ਕਿ ਫੈਮਿਲੀ 'ਚੋਂ ਕੀ ਲਰਨ ਕਰ ਰਿਹਾ ਬੱਚਾ। ਫਿਰ ਉਹਦੇ ਈਅਰਸ ਸਕੂਲ ਦੇ ਆ ਗਏ, 12-13 ਸਕੂਲ ਦੇ ਆ ਗਏ। 12-13 ਸਾਲ ਦੇ ਵਿੱਚ ਉਸਨੇ ਮੇਰਾ ਖਿਆਲ ਘੱਟੋ ਘੱਟ 12-13 ਟੀਚਰਸ ਦੇ ਨਾਲ ਇਨ ਟੱਚ ਰਿਹਾ ਹੋਊਗਾ ਬੱਚਾ। ਕਿਸੇ ਨੇ ਵੀ ਉਸ ਦੇ ਮਾਈਂਡ ਸੈਟ ਨੂੰ ਅੰਡਰਸਟੈਂਡ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਰੀਡ ਨਹੀਂ ਕੀਤਾ, ਕਿਸੇ ਨੇ ਰੀਡ ਨਹੀਂ ਕੀਤਾ ਗੱਲ ਕਿ ਐਗਰੈਸਿਵ ਹੈ ਜਾਂ ਇਹਨੂੰ ਕੀ ਪ੍ਰੋਬਲਮਸ ਹੈਗੀਆਂ। ਮੈਨੂੰ ਲੱਗਦਾ ਕਿ ਜਿਹੜਾ ਇਹ ਸਿਸਟਮ ਹੈ ਨਾ ਐਜੂਕੇਸ਼ਨ ਦਾ ਸਾਡਾ, ਇਹਦੇ ਵਿੱਚ ਇੱਕ ਵੱਡਾ ਇਹ ਰੀਵਿਜ਼ਿਟ ਕਰਨ ਵਾਲਾ ਹੈ ਕਿ ਇਸ ਕਿਸਮ ਦੇ ਮਾਈਂਡ ਸੈਟ ਜਿਹੜੇ ਹੈਗੇ ਆ ਬੱਚਿਆਂ ਦੇ ਕਿਉਂ ਬਣਦੇ ਆ। ਕਿਉਂਕਿ ਐਜੂਕੇਸ਼ਨ ਦਾ ਜਿਹੜਾ ਓਬਜੈਕਟਿਵ ਹੈਗਾ ਉਹ ਤਾਂ ਹੈ ਕਾਈਂਡਨੈਸ, ਉਹ ਹੈ ਐਜੂਕੇਸ਼ਨ, ਉਹ ਹੈ ਲਿਟਰੇਸੀ, ਉਹ ਹੈ ਅੱਛੇ ਸਿਟੀਜ਼ਨਸ ਬਣਾਉਣਾ ਉਹਨਾਂ ਨੂੰ। ਤਾਂ ਇਹ ਤਾਂ ਸਾਰਾ ਡਿਫੀਟ ਹੀ ਹੋ ਗਿਆ ਇਸ ਪਰਪਸ। ਮੈਨੂੰ ਲੱਗਦਾ ਜੀ ਵੀ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਬੱਚੇ ਦੇ ਬਾਰੇ ਥੋੜਾ ਬਹੁਤਾ ਪਤਾ ਹੁੰਦਾ ਵੀ ਸਾਡਾ ਬੱਚਾ ਕਿੱਧਰ ਨੂੰ, ਕਿਹੋ ਜਿਹਾ ਇੰਟਰਸਟ ਉਹਨਾਂ ਦੇ। ਸ਼ਾਇਦ ਨਾ ਜਿਸ ਤਰ੍ਹਾਂ ਦੇ ਇਸ ਟਾਈਮ ਫੈਮਿਲੀਜ਼ ਨੇ, ਬਰੋਕਨ ਫੈਮਿਲੀਜ਼ ਨੇ, ਬੱਚਿਆਂ ਦੀ ਕੇਅਰ ਨਹੀਂ ਹੁੰਦੀ ਗੀ, ਬੱਚਿਆਂ ਦੀ ਟੈਂਡਰ ਏਜ ਦੇ ਵਿੱਚ
ਮੈਂ ਦੇਖ ਰਿਹਾ ਸ਼ਾਇਦ ਉਹਨੇ ਇੱਕ ਪੋਸਟ ਵੀ ਪਾਈ ਹੈ ਕਿ ਉਹਨੂੰ ਬੁਲੀ ਕੀਤਾ ਗਿਆ ਲੰਬੇ ਟਾਈਮ ਲਈ ਤੇ ਉਹਦੇ ਅੰਦਰ ਇੰਨਾ ਅਗਰੈਸ਼ਨ ਹੋ ਗਿਆ। ਤਾਂ ਪਰ ਜੇ ਇਹ ਸਾਰਾ ਅਗਰੈਸ਼ਨ ਸਾਰੇ ਬੱਚਿਆਂ 'ਚ ਹੋਣਾ ਸ਼ੁਰੂ ਹੋਊਗਾ ਤੇ ਅਸੀਂ ਸੁਸਾਇਟੀ ਕਿਹੋ ਜਿਹੀ ਬਣਾਵਾਂਗੇ। ਬਿਲਕੁਲ ਬਿਲਕੁਲ। ਤਾਂ ਜਿਹੜੇ ਇਹ ਪੋਲੀਟੀਸ਼ੀਅਨਸ ਨੇ ਇਸ ਨੂੰ ਡਿਫਰੈਂਟ ਐਂਗਲਸ ਤੋਂ ਦੇਖਦੇ ਨੇ ਕਿ ਇੱਕ ਤਾਂ ਮੈਨੂੰ ਲੱਗਦਾ ਕਿ ਜਿਹੜੀ ਗਨ ਕੰਟਰੋਲ ਲੌਬੀ ਹੈਗੀ ਆ ਉਹ ਬਹੁਤ ਡੋਮੀਨੇਟ ਕਰਦੀ ਹੈਗੀ ਆ। ਮੈਂ ਨਾ ਇਹ ਸਮਝਦਾ ਕਿ ਬੱਚੇ ਦੇ ਹੱਥ 'ਚ ਪੈਨ ਹੋਣਾ ਚਾਹੀਦਾ, ਗਨ ਨਹੀਂ ਹੋਣੀ ਚਾਹੀਦੀ। ਪੈਨਸ ਫਾਰ ਦੀ ਕਿਡਸ ਨਾਟ ਗਨਸ। ਬਿਲਕੁਲ। ਤੇ ਸਕੂਲ ਏਰੀਏ ਦੇ ਨੇੜੇ ਤੇੜੇ ਮੈਨੂੰ ਲੱਗਦਾ ਕਿ ਜਿਵੇਂ ਕਹਿੰਦੇ ਵੀ 30 ਕਿਲੋਮੀਟਰ ਤੋਂ ਵੱਧ ਸਪੀਡ ਨਹੀਂ ਹੋਣੀ ਚਾਹੀਦੀ, 5 ਕਿਲੋਮੀਟਰ ਤੱਕ ਕੋਈ ਬੰਦਾ ਕੋਈ ਹਥਿਆਰ ਲੈ ਕੇ ਜਾ ਹੀ ਨਹੀਂ ਸਕਣਾ ਚਾਹੀਦਾ। ਇਹ ਵੀ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਤਾਂ ਇਸ ਤਰ੍ਹਾਂ ਦੇ ਪ੍ਰੀਵੈਂਟਿਵ ਮੇਜਰ ਲੈਣੇ ਚਾਹੀਦੇ ਨੇ। ਔਰ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਤਾਂ ਵਾਇਸ ਆਫ ਇੰਡੀਆ ਦੇ ਸਾਰੇ ਨੇ ਮੈਨੇਜਮੈਂਟ ਹੈ ਔਰ ਜਿੰਨੇ ਇੱਥੇ ਐਂਕਰ ਆਉਂਦੇ ਨੇ ਉਹਨਾਂ ਵੱਲੋਂ ਦੁੱਖ ਜ਼ਾਹਰ ਕਰਦਾ। ਮੈਨੂੰ ਬਹੁਤ ਦੁੱਖ ਆ, ਨਿੱਜੀ ਤੌਰ 'ਤੇ ਮੈਂ ਬਹੁਤ ਪੇਨ ਮਹਿਸੂਸ ਕੀਤੀ ਇਸ ਗੱਲ ਦੀ ਕਿ ਉਹ ਬੱਚਿਆਂ ਦੇ ਜਦੋਂ ਮੈਂ ਚਿਹਰੇ ਦੇਖ ਰਿਹਾ ਸੀ, ਬਾਰ-ਬਾਰ ਫੋਟੋਆਂ ਸੀਗੀਆਂ ਤੇ ਉਹਨਾਂ ਦੀਆਂ ਮਾਵਾਂ ਵਿਲਕਦੀਆਂ ਸੀਗੀਆਂ ਤੇ ਉਹਨਾਂ ਦੇ ਪਿਤਾ ਵਿਲਕ ਰਹੇ ਸੀਗੇ। ਤੇ ਇਹ ਘਟਨਾ ਨੂੰ ਉਹ ਕਿਵੇਂ ਭੁੱਲਣਗੇ? ਪੋਲੀਟੀਸ਼ੀਅਨਸ ਨੇ ਭੁੱਲ ਜਾਣਾ ਹੈਗਾ, ਸੁਸਾਇਟੀ ਨੇ ਭੁੱਲ ਜਾਣਾ ਹੈਗਾ, ਪਰ ਉਹਨਾਂ ਦੇ ਮਗਰਲੇ ਸਾਲ ਜ਼ਿੰਦਗੀ ਦੇ ਕਿਸ ਤਰ੍ਹਾਂ ਬੀਤਣਗੇ। ਔਰ ਸਾਨੂੰ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਜਿੱਥੇ ਜਿੱਥੇ ਵੀ ਕਰੈਕਸ਼ਨ ਦੀ ਲੋੜ ਆ ਤੇ ਗਨ ਲੌਬੀ ਤੇ ਵੀ ਮੈਨੂੰ ਲੱਗਦਾ ਕਿ ਕੰਟਰੋਲ ਕਰਨਾ ਚਾਹੀਦਾ। ਅਮਰੀਕਨ ਗਵਰਨਮੈਂਟ ਨੂੰ ਤਾਂ ਇੱਕ ਇਹ ਵੀ ਸੋਚਣਾ ਚਾਹੀਦਾ ਕਿ ਜਿਸ ਤਰੀਕੇ ਨਾਲ ਉੱਥੇ ਓਪਨ ਆਰਮਸ ਅਵੇਲੇਬਲ ਹੈ, ਹਰ ਇੱਕ ਵਾਸਤੇ ਅਵੇਲੇਬਲ ਹੈ, ਸਸਤੇ, ਜਿੱਦਾਂ ਮਤਲਬ ਤੁਸੀਂ ਕਹਿ ਲਓ ਵੀ ਉੱਥੇ ਆਪਣੇ ਇੰਡੀਆ 'ਚ ਕਰੀਏ ਬੈਕ ਹੋਮ, ਤੇ ਉੱਥੇ ਦੀਵਾਲੀ ਦੇ ਦਿਨਾਂ ਵਿੱਚ ਇੱਕ ਨਕਲੀ ਜਿਹੇ ਪਿਸਤੌਲ ਮਿਲਦੇ ਬੱਚਿਆਂ ਨੂੰ। ਠੀਕ ਹੈ ਜੀ, ਮੈਨੂੰ ਲੱਗਦਾ ਕਿ ਉਹ ਵੀ ਗਲਤ ਹੈ। ਅੱਜ ਮਹਿਸੂਸ ਹੋ ਰਿਹਾ, ਚਲੋ ਚਲਾਏ ਅਸੀਂ ਵੀ ਹੈ, ਪਟਾਕੇ ਅਸੀਂ ਵੀ ਵਜਾਉਂਦੇ, ਸਾਰਿਆਂ ਨੂੰ ਚੰਗੇ ਲੱਗਦੇ, ਪਰ ਉਹ ਲੱਗਦਾ ਮੈਨੂੰ ਕਿ ਉਹ ਅਸਲ 'ਚ ਸ਼ੁਰੂਆਤ ਹੈ, ਮਾਈਂਡ ਸੈੱਟ ਕਰਨ ਵਾਲੀ ਗੱਲ। ਇਹਨਾਂ ਰਿਪਰਕਸ਼ਨਸ ਤੁਸੀਂ ਦੇਖੋ ਕਿ ਦੂਸਰੇ ਮੁਲਕਾਂ 'ਚ ਵੀ ਹੈਗੀਆਂ ਨੇ। ਹਾਂਜੀ, ਫਾਰ ਐਗਜ਼ਾਮਪਲ ਪੰਜਾਬ ਦੇ ਵਿੱਚ ਆ ਜਿੰਨੇ ਗਾਣੇ ਗਾਏ ਜਾਂਦੇ ਆ, ਜਿੱਥੇ ਗਨ ਕਲਚਰ ਦਿਖਾਇਆ ਜਾਂਦਾ ਤਾਂ ਬੱਚੇ ਉਹਨਾਂ ਨੂੰ ਰੋਲ ਮਾਡਲ ਮੰਨ ਲੈਂਦੇ। ਬਿਲਕੁਲ, ਉਹਨਾਂ ਵਾਸਤੇ ਉਹ ਰੋਲ ਮਾਡਲ। ਤੁਸੀਂ ਦੇਖੋ ਨਾ, ਤੁਸੀਂ ਮੈਰਿਜ ਕਰਨ ਗਏ ਮੈਰਿਜ ਪੈਲੇਸ ਦੇ ਵਿੱਚ, ਉੱਥੇ ਹੱਸਣਾ ਖੇਡਣਾ ਤਾਂ ਠੀਕ ਹੈ, ਗੀਤ ਗਾਉਣੇ ਨੱਚਣਾ ਠੀਕ ਹੈ, ਇਹ ਕਲਚਰ ਦਾ ਹਿੱਸਾ। ਉੱਥੇ ਤੁਸੀਂ ਪਿਸਤੌਲ ਤੇ ਫਾਇਰ ਕਰਦੇ ਹੋ, ਅਚਾਨਕ ਕੋਈ ਜਿਹੜਾ ਬੰਦਾ ਆਰਟਿਸਟ ਹੁੰਦਾ, ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਹੁੰਦੀਆਂ, ਫੋਟੋਗ੍ਰਾਫਰ ਮਰ ਗਿਆ, ਈਵਨ ਲਾੜਾ ਮਰ ਗਿਆ। ਤਾਂ ਇਹ ਗਨ ਕੋਈ ਨਾ ਖਿਡਾਉਣਾ ਨਹੀਂ ਹੈ ਵੀ ਹਰੇਕ ਬੰਦੇ ਦੇ ਹੱਥ 'ਚ। ਕਿਸੇ ਟਾਈਮ ਇਹ ਸੈਲਫ ਡਿਫੈਂਸ ਸੀ ਤੇ ਸੈਲਫ ਡਿਫੈਂਸ ਵਾਸਤੇ ਵੀ ਬੰਦੇ ਦਾ ਟੈਸਟ ਤਾਂ ਹੋਣਾ ਚਾਹੀਦਾ ਨਾ। ਨਹੀਂ, ਡਿਫੈਂਸ ਦੀ ਲੋੜ ਕਿਹਨੂੰ ਆ? ਡਿਫੈਂਸ ਦੀ ਲੋੜ। ਹਾਂਜੀ, ਤੋ ਸਾਡੇ ਜਥੇਦਾਰ ਸਾਹਿਬ ਕਹਿੰਦੇ ਆ ਜੀ ਸਾਰਿਆਂ ਨੂੰ ਹਥਿਆਰ ਲੈ ਲੈਣੇ ਚਾਹੀਦੇ। ਨਹੀਂ, ਮੈਨੂੰ ਲੱਗਦਾ ਕਿ ਉਹਨਾਂ ਦੀ ਇੱਕ ਭਾਵਕ ਸਟੇਟਮੈਂਟ ਹੈਗੀ ਆ, ਇਹਦੇ ਤੇ ਆਲਰੇਡੀ ਬਹੁਤ ਕਿੰਤੂ ਪਰੰਤੂ ਹੋ ਚੁੱਕਿਆ ਹੈ। ਪਰ ਆਮ ਤੌਰ ਤੇ ਜੀ ਮੁੱਕਰਦੇ ਹੁੰਦੇ ਆ ਵੱਡੇ ਲੋਕ ਕਿ ਨਹੀਂ ਮੈਂ ਇਦਾਂ ਨਹੀਂ ਸੀ ਕਿਹਾ, ਮੇਰੀ ਇਹ ਭਾਵਨਾ ਨਹੀਂ ਸੀ। ਜਥੇਦਾਰ ਸਾਹਿਬ ਬੋਲੇ ਨਹੀਂ ਉਸ ਤੋਂ ਬਾਅਦ। ਹਾਂਜੀ, ਬਿਲਕੁਲ ਚੁੱਪ ਕਰ ਗਏ ਆ। ਪਰ ਮੈਨੂੰ ਲੱਗਦਾ ਕਿ ਇੰਟਰਨਲ ਸਰਕਲ ਦੇ ਵਿੱਚ ਇਹ ਮਹਿਸੂਸ ਹੋਈ ਹੈ ਗੱਲ ਕਿ ਦਿਸ ਇਜ਼ ਨਾਟ ਅ ਗੁੱਡ ਮੈਸੇਜ। ਐਜ਼ ਐਜੂਕੇਸ਼ਨਿਸਟ ਮੈਂ ਕਹਿੰਦਾ, ਮੈਂ 30-35 ਸਾਲ ਕਾਲਜ 'ਚ ਰਿਹਾ ਤੇ ਐਜ਼ ਐਜੂਕੇਸ਼ਨਿਸਟ ਅਸੀਂ ਕਦੇ ਬੱਚਿਆਂ ਨੂੰ ਇਹ ਗੱਲ ਨਹੀਂ ਸੀ ਕਹੀ ਕਿ ਤੁਹਾਨੂੰ ਬੰਦੂਕਾਂ ਚੱਕਣੀਆਂ ਚਾਹੀਦੀਆਂ ਨੇ, ਤੁਹਾਨੂੰ ਪਿਸਤੌਲ ਚੱਕਣੇ ਚਾਹੀਦੇ ਨੇ। ਅਸੀਂ ਉਹਨਾਂ ਨੂੰ ਹਮੇਸ਼ਾ ਕਹਿੰਦੇ ਸੀ ਤੁਹਾਨੂੰ ਅਖਬਾਰ ਚੱਕਣੇ ਚਾਹੀਦੇ, ਤੁਹਾਨੂੰ ਕਿਤਾਬਾਂ ਚੱਕਣੀਆਂ ਚਾਹੀਦੀਆਂ, ਤੁਹਾਨੂੰ ਪੈਨ ਚੱਕਣਾ, ਲਰਨ ਕਰਨਾ ਚਾਹੀਦਾ। ਬਿਲਕੁਲ ਤੁਹਾਡੀ ਗੱਲ ਠੀਕ। ਇਹ ਸੀਗਾ ਜੀ ਸਾਡਾ ਕੌਮਾਂਤਰੀ ਪੱਧਰ ਦਾ ਇੱਕ ਮਸਲਾ ਜਿਹਦੇ ਤੇ ਚਰਚਾ ਕਰਨੀ ਬੜੀ ਜ਼ਰੂਰੀ ਸੀ। ਹੁਣ ਮੈਂ ਇੱਕ ਕੌਮੀ ਮਸਲੇ ਤੇ ਆਉਣਾ ਜੀ। ਸਾਡੇ ਭਾਰਤ ਵਿੱਚ ਇੱਕ ਪਿਛਲੇ ਦਿਨਾਂ ਤੋਂ, ਕਾਫੀ ਦਿਨਾਂ ਤੋਂ ਇਹ ਜਿਹੜਾ ਬਲਡੋਜ਼ਰ ਕਲਚਰ ਨਵਾਂ ਚੱਲਿਆ ਹੈ। ਪਹਿਲਾਂ ਗਨ ਕਲਚਰ 'ਚ ਅਸੀਂ ਗੱਲ ਕਰਾਂ, ਬਲਡੋਜ਼ਰ ਕਲਚਰ ਦੀ ਗੱਲ ਆ। ਇਹ ਢਾਹ ਦਿਓ, ਉਹ ਢਾਹ ਦਿਓ, ਇਹਦੀ ਖੁਦਾਈ ਕਰ ਲਓ, ਉਹਦੀ ਖੁਦਾਈ ਕਰ ਲਓ, ਮਸਜਿਦ ਇਹਦੇ ਥੱਲੇ ਮੰਦਰ ਨਿਕਲੂਗਾ, ਮੰਦਰ ਇਹਦੇ ਥੱਲੇ ਕੁਛ ਹੋਰ ਨਿਕਲੂਗਾ। ਇਹ ਸਾਰਾ ਕੁਛ ਜਿਹੜਾ ਜੀ ਤਾਂ ਹੋ ਰਿਹਾ। ਹੋ ਸਕਦਾ ਠੀਕ ਹੋਵੇ, ਕੋਈ ਮਸਜਿਦ ਬਣੀ ਹੈ ਉਹਦੀ ਖੁਦਾਈ ਕੀਤੀ ਜਾਵੇ, ਥੱਲਿਓਂ ਹੋ ਸਕਦਾ ਮੰਦਰ ਨਿਕਲੇ ਜਾਂ ਮੰਦਰ ਦੇ ਵਰਗੇ ਕੋਈ ਚੀਜ਼ਾਂ ਨਿਕਲਣ, ਹੋ ਸਕਦਾ। ਕੁਛ ਇੱਦਾਂ ਦੇ ਵੀ ਆਪਾਂ ਦੇਖੀਆਂ ਜੀ, ਜਿਹੜੀਆਂ ਹੈਗੀਆਂ ਬਿਲਡਿੰਗਸ ਹੈ, ਉਹਨਾਂ ਤੇ ਥੋੜ੍ਹੀ ਜਿਹੀ ਰਿਸਰਚ ਕਰੋ ਤਾਂ ਤੁਹਾਨੂੰ ਉਹਦੇ ਬਾਰੇ ਬਹੁਤ ਇਤਿਹਾਸਕ ਚੀਜ਼ਾਂ ਮਿਲਦੀਆਂ ਹੈਗੀਆਂ। ਪਰ ਜਿਸ ਤਰੀਕੇ ਨਾਲ ਇਹਨੂੰ ਕੀਤਾ ਜਾ ਰਿਹਾ, ਉਹ ਕ੍ਰਿਮੀਨਲ ਹਾਰਮੋਨੀ ਰੱਖਣ ਵਾਲੀ ਗੱਲ ਤਾਂ ਲੱਗਦੀ ਨਹੀਂ ਮੈਨੂੰ, ਸਗੋਂ ਕ੍ਰਿਮੀਨਲ ਰਾਈਟਸ ਵੱਲ ਦੇਸ਼ ਵੱਧ ਰਿਹਾ। ਇਹਦੇ ਤੇ ਤੁਹਾਡੀ ਕੀ ਟਿੱਪਣੀ? ਦੇਖੋ, ਆਪਾਂ ਨੂੰ ਇਹਦੇ ਪਿਛੋਕੜ 'ਚ ਜਾਣਾ ਚਾਹੀਦਾ ਕਿ ਜਦੋਂ ਅਸੀਂ ਸੰਵਿਧਾਨ ਲਿਖਿਆ ਹੈਗਾ, ਅਸੀਂ ਸਾਰੀਆਂ ਧਿਰਾਂ ਨੂੰ ਇਕੁਐਲਿਟੀ ਦਿੱਤੀ ਹੈਗੀ, ਸਾਰਿਆਂ ਨੂੰ ਕਿਹਾ ਕਿ ਤੁਸੀਂ ਰਾਈਟ ਟੂ ਵਰਸ਼ਿਪ ਹੈ ਤੁਹਾਡਾ। ਹੁਣ 70 ਸਾਲ ਦੇ ਵਿੱਚ ਅਸੀਂ ਰਾਈਟ ਟੂ ਵਰਸ਼ਿਪ ਜਿਹੜਾ ਕਿ ਕਨਸਟੀਟਿਊਸ਼ਨ ਨੇ ਸਾਨੂੰ ਦਿੱਤਾ ਹੈਗਾ, ਉਹਨੂੰ ਹੀ ਕੁਐਸਚਨ ਕੀਤਾ ਪਹਿਲਾਂ। ਉਹ ਇੱਕ ਨੈਰੇਟਿਵ ਬਣਾ ਲਿਆ ਹੈਗਾ ਕਿ ਰਾਈਟ ਟੂ ਵਰਸ਼ਿਪ ਦੇ ਵਿੱਚ ਕਿ ਮੈਂ ਵਰਸ਼ਿਪ ਕਿੱਥੇ ਕਰਨੀ ਹੈਗੀ ਆ, ਇਹ ਰਾਈਟ ਬਣਾ ਲਿਆ ਹੈਗਾ। ਕਦੇ ਵੀ ਇਤਿਹਾਸ ਨੂੰ ਤੁਸੀਂ ਇਸ ਤਰ੍ਹਾਂ ਇੰਟਰਪ੍ਰੇਟ ਨਹੀਂ ਕਰ ਸਕਦੇ ਕਿ ਇਸ ਇਤਿਹਾਸ ਦੇ ਵਿੱਚ, ਇਹਨਾਂ ਬਿਲਡਿੰਗਾਂ ਦੇ ਵਿੱਚ ਇਸ ਤੋਂ ਪਹਿਲਾਂ ਕੀ ਸੀਗਾ, ਉਦੋਂ ਪਹਿਲਾਂ ਕੀ ਸੀ, ਉਦੋਂ ਪਹਿਲਾਂ ਕੀ ਸੀ। ਕਿਉਂਕਿ ਕਿੰਨੀਆਂ ਰੇਸਿਸ ਆ ਚੁੱਕੀਆਂ ਨੇ,
ਧਰਤੀ ਦੇ ਉੱਪਰ। ਬਿਲਕੁਲ। ਤੇ ਸਾਰੀਆਂ ਰੇਸਿਸ ਨੇ ਇੱਕ ਦੂਜੇ ਨੂੰ ਢਾਹ ਕੇ ਉਹਦੇ ਉੱਪਰ ਰਾਜ ਕੀਤਾ ਹੈਗਾ। ਇਹ ਇੱਕ ਫੈਕਟ ਹੈਗਾ। ਢਾਉਂਦੇ ਹੀ ਹੁੰਦੇ ਜੀ, ਢਾਉਂਦੇ ਹੁੰਦੇ, ਰਾਜਾਂ ਦਾ ਕੰਮ ਹੀ ਹੈ। ਬਿਲਕੁਲ। ਜਿੱਥੇ ਇਸਲਾਮ ਆਇਆ ਉੱਥੇ ਆਈਡਲ ਵਰਸ਼ਿਪ ਜਿਹੜੀ ਹੈਗੀ ਉਹ ਢਾਈ ਗਈ ਸੀ। ਬਿਲਕੁਲ। ਜਦੋਂ ਇਸਲਾਮ ਖਤਮ ਹੋਇਆ, ਬੁੱਧਿਜ਼ਮ ਖਤਮ ਹੋਇਆ ਹੈਗਾ, ਉਹਦੀ ਜਗ੍ਹਾ ਤੇ ਉਹਨਾਂ ਨੇ ਹੋਰ ਕੀਤਾ ਹੈਗਾ। ਔਰ ਪਰ ਨਾ ਜਿਹੜਾ ਉਹਦੇ ਨਾਲ ਨਾਲ ਅਸੀਂ ਸਿਵਲਾਈਜ਼ਡ ਹੋਏ। ਸਿਵਲਾਈਜੇਸ਼ਨ ਦਾ ਮਤਲਬ ਇਹ ਸੀ ਕਿ ਪੁਰਾਣੇ ਬੰਦਿਆਂ ਦਾ ਕਲੋਨੀਅਲ ਮਾਈਂਡ ਸੀ, ਉਹ ਚਾਹੁੰਦੇ ਸੀ ਵੀ ਅਸੀਂ ਬਦਲਾ ਲਵਾਂਗੇ, ਪਰ ਸਿਵਲਾਈਜ਼ਡ ਸੁਸਾਇਟੀ ਦੇ ਵਿੱਚ ਨਾ ਬਦਲੇ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਜੇ ਅਸੀਂ ਸਿਵਲਾਈਜ਼ਡ ਮੰਨਦੇ ਹਾਂ ਆਪਣੇ ਨੂੰ, ਜੇ ਅਸੀਂ ਡੈਮੋਕ੍ਰੈਟਿਕ ਮੰਨਦੇ ਹਾਂ ਆਪਣੇ ਆਪ ਨੂੰ। ਤਾਂ ਜੇ ਵਰਤਾਰਾ ਬਾਬਰੀ ਮਸਜਿਦ ਨਾਲ ਸ਼ੁਰੂ ਹੋਇਆ ਸੀਗਾ, ਬਾਬਰੀ ਮਸਜਿਦ ਨੂੰ ਆਸਥਾ ਦਾ ਵਿਸ਼ਾ ਕੀਤਾ, ਬਟ ਇਟ ਵਾਜ਼ ਨਾਟ ਡਿਸਾਈਡਡ ਬਾਈ ਦੀ ਪੀਪਲ, ਇਟ ਵਾਜ਼ ਡਿਸਾਈਡਡ ਬਾਈ ਦੀ ਕੋਰਟ। ਉਹ ਠੀਕ ਹੋਇਆ ਜਾਂ ਨਹੀਂ ਹੋਇਆ ਉਹਦੇ ਤੇ ਕਿੰਤੂ ਪਰੰਤੂ ਹੋ ਸਕਦਾ ਹੈਗਾ। ਪਰ ਉਦੋਂ 1991 ਦੇ ਵਿੱਚ ਇੱਕ ਐਕਟ ਹੋਇਆ ਕਿ ਜਿਹਦੇ ਵਿੱਚ ਇਹ ਹੋਇਆ ਸੀ ਕਿ ਜਿੱਥੇ ਜਿੱਥੇ ਇਹ ਮੰਦਿਰ, ਮਸਜਿਦ, ਗੁਰਦੁਆਰੇ ਬਣੇ ਹੋਏ ਆ, ਅੱਜ ਤੋਂ ਬਾਅਦ ਇਹਨਾਂ ਨੂੰ ਇੰਝ ਹੀ ਰਿਸਪੈਕਟ ਕੀਤਾ ਜਾਊ। ਬਿਲਕੁਲ। ਤੇ ਉਹਨੇ ਇੱਕ ਨੈਰੇਟਿਵ ਇਹ ਬਣਾ ਲਿਆ ਹੈਗਾ ਕਿ ਇਹਨਾਂ ਦੀ ਹਿਸਟਰੀ ਕੱਢੋ ਜੀ, ਇਹਨਾਂ ਦਾ ਸਰਵੇ ਕਰਾਓ ਜੀ। ਇਹ ਮੈਨੂੰ ਲੱਗਦਾ ਕਿ ਇਹ ਡਿਵੀਜ਼ਨ ਦੀ ਪੋਲੀਟਿਕਸ ਹੈਗੀ ਆ। ਕੰਟਰੀ ਨੂੰ ਜਿਹੜਾ ਬੰਦਾ, ਚਾਹੇ ਉਹ ਪ੍ਰਾਈਮ ਮਿਨਿਸਟਰ ਆ, ਚਾਹੇ ਉਹ ਚੀਫ ਮਿਨਿਸਟਰ ਆ, ਚਾਹੇ ਪੋਲੀਟੀਕਲ ਕਲਾਸ ਆ, ਜੇ ਉਹਨੂੰ ਡਿਵਾਈਡ ਕਰਦਾ ਹੈਗਾ ਕੰਟਰੀ ਨੂੰ, ਤਾਂ ਮੈਨੂੰ ਲੱਗਦਾ ਕਿ ਉਹ ਉਸ ਦੀਆਂ ਬੇਸਿਕ ਜਿਹੜੀਆਂ ਫਾਊਂਡੇਸ਼ਨਸ ਨੇ ਡੈਮੋਕ੍ਰੇਸੀ ਦੀਆਂ, ਉਹਨਾਂ ਨੂੰ ਹਿੱਟ ਕਰ ਰਿਹਾ ਹੁੰਦਾ। ਇੱਕ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਡੈਮੋਕ੍ਰੇਸੀ ਜਾਵੇ ਠੱਠੇ ਖੂਹ 'ਚ, ਕਿਮਨ ਹਾਰਮਨੀ ਠੱਠੇ ਖੂਹ 'ਚ ਜਾਵੇ? ਅਸੀਂ ਤਾਂ 2024 ਵਾਲੀ ਇਲੈਕਸ਼ਨ ਲੜਨੀ, ਜਿੱਤਣੀ। ਦੇਖੋ, ਇਲੈਕਸ਼ਨ ਤਾਂ ਠੀਕ ਹੈ, ਜਦੋਂ ਤੁਸੀਂ ਪੋਲਰਾਈਜੇਸ਼ਨ ਕਰ ਰਹੇ ਆ ਇਸ ਟਾਈਮ ਇੰਡੀਆ ਦੇ ਵਿੱਚ ਕੋਈ ਬਹੁਤ ਵੱਡੀ ਆਪੋਜੀਸ਼ਨ ਵੀ ਨਹੀਂ ਹੈਗੀ, ਉਹ ਇਲੈਕਸ਼ਨ ਦੇ ਜਿੱਤਣ ਦੇ ਉਹਨਾਂ ਨੂੰ ਚਾਂਸਸ ਉਹਨਾਂ ਕੋਲ ਹੈਗੇ ਆ। ਪਰ ਮੈਨੂੰ ਲੱਗਦਾ ਨਾ ਇਲੈਕਸ਼ਨ ਦੇ ਨਾਲ ਨਾਲ ਜਿਹੜਾ ਉਹ ਸੋਚਦੇ ਨੇ ਅਸੀਂ ਕਲਚਰਲੀ ਹਿੱਟ ਕਰਾਂਗੇ, ਇਹ ਇੱਕ ਬਹੁਤ ਮੰਦਭਾਗੀ ਘਟਨਾ ਹੈਗੀ। ਹੇਟ ਕ੍ਰਾਈਮ ਹੈ ਇੱਕ ਕਿਸਮ ਦਾ। ਕ੍ਰਾਈਮ ਹੈਗਾ, ਕਿਉਂਕਿ ਨਾ ਇਹ ਚੀਜ਼ਾਂ ਤੁਹਾਨੂੰ ਯਾਦ ਹੋਣਾ ਕਿ ਚਾਈਨਾ ਵਿੱਚ ਵੀ ਕਲਚਰਲ ਰੈਵੋਲੂਸ਼ਨ ਹੋਈ ਸੀ। ਕਲਚਰ ਨੂੰ ਤੁਸੀਂ ਚੇਂਜ ਕਰ ਦੋਗੇ ਸਾਰਿਆਂ ਨੂੰ। ਬਿਲਕੁਲ, ਸਟਾਲਿਨ ਦੇ ਵੇਲੇ ਉਹਦੇ ਤੋਂ ਕੀ। ਤਾਂ ਇਹ ਇੱਕ ਅਥਾਰਟੇਰੀਅਨ ਰੂਟ ਜਿਹੜਾ ਹੈਗਾ ਉਹ ਇੱਕ ਐਕਸਪੈਰੀਮੈਂਟ ਕਰਦਾ। ਪਰ ਜਿਸ ਕਿਸਮ ਦੀ ਇਸ ਟਾਈਮ ਡੈਮੋਕ੍ਰੈਟਿਕ ਬਾਡੀ ਆਲ ਓਵਰ ਵਰਲਡ ਹੈਗੀ ਆ, ਜੋ ਸਬਕ ਯੂਕਰੇਨ ਤੇ ਰਸ਼ੀਆ ਵਿੱਚ ਹੈਗਾ, ਜੋ ਸਬਕ ਸ੍ਰੀਲੰਕਾ ਵਿੱਚ ਹੋਇਆ ਹੈਗਾ, ਕਿ ਇਹ ਰਾਈਟਿਸਟ ਜਿਹੜੇ ਹੈਗੇ ਨਾ ਉਹ ਦੂਸਰਿਆਂ ਨੂੰ ਦਬਾ ਨਹੀਂ ਪਾਉਣਗੇ। ਬਿਲਕੁਲ, ਤੁਹਾਡੀ ਗੱਲ ਠੀਕ। ਪੰਜਾਬ ਦੀਆਂ ਬਹੁਤ ਸਾਰੀਆਂ ਖਬਰਾਂ ਜੀ ਉਹਨਾਂ ਦੇ ਗੱਲ ਕਰ ਰਹੀ ਹੈ। ਭਗਵੰਤ ਮਾਨ 92 MLA ਵਾਲੀ ਪਾਰਟੀ ਦੇ ਮੁਖੀ ਹੈ ਤੇ ਸਰਕਾਰ ਚਲਾ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਹੁਣ ਅਸੀਂ ਰਿਪੋਰਟ ਕਾਰਡ ਦੀ ਗੱਲ ਕਰ ਰਹੀ, ਉਂਝ ਵੈਸੇ ਕਾਰਗੁਜ਼ਾਰੀ ਦੇ ਵਿੱਚ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਚੰਗੀ ਚੱਲੀ ਜਾਂਦੀ। ਹਾਂਜੀ, ਇਹ ਤਾਂ ਕਰਕੇ ਕਾਰਗੁਜ਼ਾਰੀ ਦੀ ਗੱਲ ਹੋ ਰਹੀ ਸੀ। ਕਈ ਵਾਰੀ ਪੋਲੀਟੀਕਲ ਦੂਜੀਆਂ ਧਿਰਾਂ ਜਿਹੜੀਆਂ ਨੇ ਜੋ ਕਹਿੰਦੀਆਂ ਦੱਸੋ ਕੀ ਕੀਤਾ, ਅਸੀਂ ਨਹੀਂ ਕਹਿੰਦੇ ਇੱਦਾਂ ਕੀ ਕੀਤਾ, ਪਰ ਜਿਹੜਾ ਕੀਤਾ ਅਸੀਂ ਉਹਦੀ ਚੀਰ-ਫਾੜ ਜ਼ਰੂਰ ਕਰਾਂਗੇ। ਬਿਲਕੁਲ, ਉਹ ਤਾਂ ਬਣਦੀ ਹੈਗੀ। 424 ਬੰਦਿਆਂ ਦੀ ਸਿਕਿਉਰਿਟੀ ਜਿਹੜੀ ਆ ਉਹ ਭਗਵੰਤ ਮਾਨ ਸਰਕਾਰ ਨੇ ਵਾਪਸ ਲੈ ਲਈ। ਉਂਝ ਵੈਸੇ ਦੋ ਕੁ ਬਾਰੇ ਉਹ ਮੁੱਕਰ ਵੀ ਗਏ ਕਿ ਇੱਕ ਫਤਿਹ ਜੰਗ ਬਾਜਵਾ ਹੈਗੇ ਆ, ਇੱਕ ਗਿਆਨੀ ਪੁਰਾਣੇ ਜਥੇਦਾਰ ਰਹੇ ਹੈਗੇ, ਕੋਈ ਉਹਨਾਂ ਦੀ ਗੱਲ ਹੈ ਰਘਬੀਰ ਸਿੰਘ, ਉਹਨਾਂ ਦੀ ਕਹਿੰਦੇ ਨੇ ਜੀ ਅਸੀਂ ਵਾਪਸ ਕਰ ਦਿੰਦੇ। ਉਂਝ ਵੈਸੇ ਦੱਸਦੇ ਜਿਹੜੇ 424 ਦੀ ਲਿਸਟ ਸੀ ਜੀ, ਉਹਦੇ ਵਿੱਚ ਬਹੁਤੇ ਬਾਬੇ, ਪੁਰਾਣੇ ਸਾਬਕਾ ਜਿਹੜੇ ਅਫਸਰ, ਪੁਲਿਸ ਦੇ ਅਫਸਰ, ਖਾਸ ਕਰਕੇ ਬਿਊਰੋਕਰੈਟਸ, ਔਰ ਬਹੁਤ ਸਾਰੇ ਜਿਹੜੇ ਸੀਗੇ ਮੰਤਰੀ ਪੁਰਾਣੇ, ਬਹੁਤ ਸਾਰੇ MLAs ਜਿਹੜੇ ਹੁਣ ਕੋਈ ਬਹੁਤੇ ਐਕਟਿਵ ਵੀ ਨਹੀਂ ਹੈਗੇ, ਕੋਈ ਸਟੂਡੈਂਟ ਵਿੰਗ ਦੇ ਪ੍ਰਧਾਨ, ਹਾਂਜੀ ਇੱਦਾਂ ਦੇ, ਉਹਨਾਂ ਸਾਰਿਆਂ ਦੀ ਜਿਹੜੀ ਸਿਕਿਉਰਿਟੀ ਵਾਪਸ ਲੈਣ ਦੀ ਗੱਲ ਹੈ, ਕਿਵੇਂ ਲੈਂਦੇ ਹੋ? ਇਹਨਾਂ ਪਿਛਲੇ ਟਾਈਮ ਦੇ ਉੱਪਰ ਨਾ ਗੁੱਡ ਗਵਰਨੈਂਸ ਦੇ ਥੱਲੇ ਇਹ ਮਾਨ ਸਾਹਿਬ ਦੀ ਸਰਕਾਰ ਉਹ ਸੋਚ ਰਹੀ ਹੈ ਕਿ ਪੁਲਿਸ ਦੇ ਜਿੰਨੇ ਬੰਦੇ ਉੱਥੇ ਲਾਏ ਹੋਏ ਆ ਉਹਨਾਂ ਨੂੰ ਵਿਦਡਰਾਅ ਕਰ ਲਿਆ ਜਾਵੇ ਤੇ ਉਹਨਾਂ ਨੂੰ ਲਾਅ ਐਂਡ ਆਰਡਰ ਤੇ ਲਾਇਆ ਜਾਵੇ। ਇਹ ਇਹਨਾਂ ਦਾ ਇੱਕ ਆਬਜੈਕਟਿਵ ਰਿਹਾ ਹੈਗਾ। ਮੇਨ ਕੰਮ ਤਾਂ ਉਹਨਾਂ ਦਾ ਉਹੀ ਹੈ ਨਾ। ਹਾਂਜੀ, ਮੇਨ ਤੇ ਜਿਹੜਾ ਮੇਨ ਕੰਮ ਵੀ ਹੈ। ਤੇ ਜੇ ਇੱਕ ਮਿਨਿਸਟਰ ਦੇ ਨਾਲ 50 ਬੰਦੇ ਤੁਸੀਂ ਲਾ ਦਿੱਤੇ ਹੈਗੇ ਆ ਤੇ ਉਸ ਮਿਨਿਸਟਰ ਦੇ ਪਿੰਡ ਦੇ ਵਿੱਚ ਹੀ ਤੇ ਲੋਕ ਕੁੱਟ-ਕੁੱਟ ਕੇ ਮਾਰੇ ਜਾਂਦੇ ਹੈਗੇ ਆ, ਤੇ ਫਿਰ ਉਹ ਸਿਕਿਉਰਿਟੀ ਤਾਂ ਲੋਕਾਂ ਨੂੰ ਵੀ ਮਿਲਣੀ ਤਾਂ ਚਾਹੀਦੀ ਹੈ ਨਾ। ਬਿਲਕੁਲ। ਉਸੇ ਮਿਨਿਸਟਰ ਦੇ ਪਿੰਡ 'ਚ ਇੱਕ MLA ਦੇ ਨਾਲ 20 ਬੰਦੇ ਤੁਸੀਂ ਲਾਤੇ, ਉਹ ਵੱਡੀ ਕੋਠੀ ਵਿੱਚ ਬੈਠਾ ਤੇ ਉਹਦੇ ਨਾਲ ਦੇ ਖੇਤ ਦੇ ਵਿੱਚ ਬੰਦੇ ਕੁੱਟ ਕੇ ਮਾਰ ਦਿੱਤੇ ਜਾਣ ਤੇ ਸਿਕਿਉਰਿਟੀ ਦਾ ਹੱਕ ਫਿਰ ਉਹਨਾਂ ਨੂੰ, ਕਿਉਂਕਿ ਲਾਅ ਐਂਡ ਆਰਡਰ ਗਵਰਨਮੈਂਟ ਵਾਸਤੇ ਤਾਂ ਫਿਰ ਸਿਟੀਜ਼ਨਸ ਐਜ਼ ਇਕੁਅਲ ਹੁੰਦੇ ਆ। ਬਿਲਕੁਲ। ਬਾਕੀ ਰਹੀ ਸਿਕਿਉਰਿਟੀ 424 ਬੰਦਿਆਂ ਦੀ ਜਿਹੜੀ ਇਹਨਾਂ ਨੇ ਵਿਦਡਰਾਅ ਕੀਤੀ ਹੈਗੀ ਆ, ਮੈਨੂੰ ਲੱਗਦਾ ਕਿ ਦੋ ਚੀਜ਼ਾਂ ਤੇ ਇਹਨਾਂ ਨੇ ਆਪਦੀ ਕੰਟਰੋਵਰਸੀ ਖੜੀ ਕਰ ਲਈ ਹੈਗੀ ਆ। ਇੱਕ ਤਾਂ ਨਾ ਜਿਹੜਾ ਐਸਟੈਬਲਿਸ਼ਡ ਇੱਕ ਸਿਸਟਮ ਹੁੰਦਾ, ਜਦੋਂ ਤੁਸੀਂ ਉਹਨੂੰ ਹਿੱਟ ਕਰਦੇ ਹੋ
ਉਹਦੇ ਤੇ ਰਿਵੋਲਟ ਬਹੁਤ ਹੁੰਦੀ ਆ, ਹੁੰਦਾ ਬਿਲਕੁਲ ਬਗਾਵਤ ਹੁੰਦੀ। ਤੇ ਜਦੋਂ ਸਟੈਬਲਿਸ਼ ਸਿਸਟਮ ਦਾ ਰਿਲੀਜੀਅਸ ਪਾਰਟ ਜਦੋਂ ਤੁਸੀਂ ਹਿੱਟ ਕਰਦੇ ਹੋ ਉਹਦੇ ਤੇ ਉਸ ਤੋਂ ਵੀ ਡਬਲ ਹੁੰਦੀ ਹੈਗੀ। ਬਿਲਕੁਲ ਇਹਦੇ 'ਚ ਦੋ ਪਾਰਟ ਨੇ, ਜਿਹੜੇ ਤਾਂ ਹੈਗੇ ਪੋਲੀਟੀਕਲ ਕਲਾਸ ਨੇ, ਉਹਦੇ ਤੇ ਕਿਸੇ ਨੇ ਨਹੀਂ ਬੋਲਣਾ। ਉਹ ਤਾਂ ਕਹਿੰਦਾ ਵੀ ਚੰਗਾ ਵੀ ਐਮਐਲਏ ਕਾਹਦਾ ਵਾਸਤੇ ਲਈ ਜਾਂਦਾ ਹੈਗਾ। ਔਰ ਕਈ ਬੰਦੇ ਐਸੇ ਨੇ ਜਿਨ੍ਹਾਂ ਨੂੰ ਕੋਈ ਸਿਕਿਉਰਿਟੀ ਥ੍ਰੈਟ ਨਹੀਂ ਹੈਗਾ, ਉਹਨਾਂ ਨੂੰ ਕਿਸੇ ਟਾਈਮ ਦਿੱਤੀ ਸੀ ਤੇ ਉਹਨਾਂ ਨੇ ਵਾਪਸ ਨਹੀਂ ਲਈ ਗਈ। ਬੇਸਿਕਲੀ ਨਾ ਸਿਕਿਉਰਿਟੀ ਦਾ ਇੱਕ ਆਬਜੈਕਟਿਵ ਸੀਗਾ ਕਿ ਸਿਕਿਉਰਿਟੀ ਥ੍ਰੈਟ ਹੈਗਾ, ਇਹਨਾਂ ਨੇ ਉਸ ਨੂੰ ਸਟੇਟਸ ਸਿੰਬਲ ਬਣਾ ਲਿਆ। ਵਿਆਹ ਸ਼ਾਦੀ ਤੇ ਜਾ ਰਹੇ ਨੇ, 25 ਬੰਦੇ ਮੂਹਰੇ ਜਾ ਰਹੇ ਨੇ, 25 ਬੰਦੇ ਇੱਕ ਬੰਦਾ ਕਾਰ ਦੇ ਵਿੱਚ ਜਾ ਰਿਹਾ, ਜਿਹਦੇ ਘਰ ਜਾ ਰਿਹਾ ਉਹਦੇ ਘਰ ਪੰਗਾ ਪਾ ਰਿਹਾ। ਮੈਰਿਜ ਪੈਲੇਸ ਦੇ ਵਿੱਚ ਲੋਕੀ ਪਾਸੇ ਹੁੰਦੇ ਹੈਗੇ, 25 ਬੰਦੇ ਆਏ ਹੋਏ ਆ ਜੀ, ਕਿਸੇ ਦੇ ਕੋਲ AK-47 ਹੈ, ਕਿਸੇ ਦੇ ਕੋਲ ਕੁਛ ਹੈਗਾ। ਇਹ ਇੱਕ ਨਾ ਕਲਚਰ ਸੀ ਜਿਹਨੂੰ ਕਹਿ ਸਕਦੇ ਹਾਂ ਕਿ VIP ਕਲਚਰ। ਬਹੁਤ ਦੇਰ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਮਨਪ੍ਰੀਤ ਸਿੰਘ ਬਾਦਲ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਮੇਰੀ ਸਰਕਾਰ PPP ਦੀ ਬਣੀ ਤਾਂ ਅਸੀਂ ਇਹ VIP ਕਲਚਰ ਖਤਮ ਕਰਾਂਗੇ। VIP ਕਲਚਰ ਇਹਦੇ 'ਚ ਦੋ ਚੀਜ਼ਾਂ ਦੀ ਬਹੁਤ ਹੀ ਵੱਡੀ ਕੰਟਰੋਵਰਸੀ ਆਈ ਹੈ। ਇੱਕ ਤਾਂ ਜੀ ਫਤਿਹ ਜੰਗ ਸਿੰਘ ਬਾਜਵਾ ਜਿਹੜੇ ਨੇ, ਉਹਨਾਂ ਨੂੰ ਹਾਈ ਕੋਰਟ ਦੀ ਕਹਿੰਦਾ ਜਾਊਂਗਾ ਮੈਂ, ਨਹੀਂ ਉਹ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਮਿਲੀ ਸੀ, ਤਾਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਰਿਸਟੋਰ ਕਰਨੀ ਪਈ ਆ, ਉਹ ਐਰਰ ਹੈ ਉਹਨਾਂ ਦੀ। ਸੈਕੰਡਲੀ ਨਾ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਵਾਲੀ ਜਿਹੜੀ ਇਹਨਾਂ ਨੇ ਵਾਪਸ, ਨਹੀਂ ਗਿਆਨੀ ਹਰਪ੍ਰੀਤ ਨੇ ਇੱਕ ਪਹਿਲੇ ਰਘਬੀਰ ਸਿੰਘ ਹੋਏ ਆ ਕੋਈ ਜਥੇਦਾਰ, ਉਹਨਾਂ ਦੀ ਵਾਪਸ ਲਈ ਸੀ, ਉਹ ਵੀ ਉਹ ਮੁੜ ਕੇ ਉਹਨਾਂ ਨੂੰ ਵਾਪਸ, ਤੇ ਗਿਆਨੀ ਹਰਪ੍ਰੀਤ ਸਿੰਘ ਦੀ ਵਾਪਸ ਲੈ ਲਈ ਜਥੇਦਾਰ ਅਕਾਲ ਤਖਤ। ਹਾਂਜੀ ਹਾਂਜੀ। ਤਾਂ ਉਹਨਾਂ ਨੇ ਕਹਿ ਦਿੱਤਾ, ਫਿਰ ਉਹਨੂੰ ਵਾਪਸ ਕਰ ਦਿੱਤੀ ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਜ਼ਰੂਰਤ ਨਹੀਂ ਪਏਗੀ, ਧੰਨਵਾਦ ਹੈਗਾ, ਬੜਾ ਹਿਸਟੋਰੀਕਲ ਵੇ ਦੇ ਵਿੱਚ ਕਿਹਾ ਹੈਗਾ ਉਹਨਾਂ ਨੇ। ਤਾਂ ਮੈਨੂੰ ਲੱਗਦਾ ਕਿ ਨਾ ਹੋਮਵਰਕ ਪ੍ਰੋਪਰ ਨਹੀਂ ਸੀ ਕਿ ਕਿਹੜੇ ਬੰਦਿਆਂ ਨੂੰ ਕਿਵੇਂ ਕਰਨਾ ਤੇ ਕਿਹੜੇ ਬੰਦਿਆਂ ਕਾਲ ਦੇ ਵਿੱਚ ਕੀਤਾ ਹੋਇਆ ਕੰਮ। ਪਰ ਕਿਉਂਕਿ ਨਾ ਪਰ ਕੰਮ ਬਿਲਕੁਲ ਠੀਕ ਹੈ, ਕਿਸੇ ਦਾ ਕੋਈ ਰਾਈਟ ਨਹੀਂ ਕਿ ਟੈਕਸ ਪੇਅਰ ਦੀ ਮਨੀ ਉੱਪਰ ਸਾਰੇ ਬੰਦੇ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਣ। ਸੇਵਾ ਵਿੱਚ ਕੀ, ਉਹ ਤਾਂ ਉਹਨਾਂ ਦੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਂਦੇ ਨੇ। ਇੱਕ ਮਿੰਟ ਮੈਨੂੰ ਨਿਕਲ ਲੱਗਦਾ, ਅੱਛਾ ਓਕੇ ਜੀ, ਹਾਂਜੀ ਹਾਂਜੀ। ਉਹਨਾਂ ਦੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਂਦੇ ਨੇ, ਹਾਂਜੀ ਹਾਂਜੀ। ਉਹ ਜੇ ਉਹਨਾਂ ਦੀਆਂ ਕੋਈ ਫੈਮਿਲੀਜ਼ ਨੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਲੈ ਕੇ ਜਾਂਦੇ ਨੇ। ਸਿਕਿਉਰਿਟੀ ਤਾਂ ਉਸ ਬੰਦੇ ਨੂੰ ਮਿਲੀ ਹੈ, ਮਤਲਬ ਵਾਈਫ ਸਬਜ਼ੀ ਲੈਣ ਜਾਂਦੀ ਹੈ ਤੇ ਸਿਕਿਉਰਿਟੀ ਨਾਲ। ਇਹ ਸਰਵਿਸ ਪ੍ਰੋਵਾਈਡਰ ਥੋੜ੍ਹਾ ਸੀ। ਹਾਂਜੀ ਹਾਂਜੀ। ਇਸ ਕਰਕੇ ਨਾ ਮੈਨੂੰ ਲੱਗਦਾ ਕਿ ਮਾਨ ਸਾਹਿਬ ਦਾ ਕਦਮ ਜਿਹੜਾ ਇਹ ਸ਼ਲਾਘਾਯੋਗ ਹੈਗਾ। ਇਹ ਹੋਣਾ ਹੀ ਚਾਹੀਦਾ ਜੀ। ਵੈਸੇ ਲੋਕ ਖੁਸ਼ ਆ, ਜੇ ਲੋਕਾਂ ਦੀ ਆਪਾਂ ਗੱਲ ਕਰੀਏ ਤੇ ਲੋਕ ਖੁਸ਼ ਹੈਗੇ। ਉਂਝ ਸਿਕਿਉਰਿਟੀ ਪਹਿਲਾਂ ਵੀ ਹੋਰਾਂ ਲੋਕਾਂ ਤੋਂ ਵੀ ਵਾਪਸ ਲਈ ਗਈ ਸੀਗੀ, ਲੈਣੀ ਚਾਹੀਦੀ। ਨਹੀਂ ਕਈ ਤਾਂ ਐਸੇ MLA ਹੈਗੇ ਆ, ਜਦੋਂ MLA ਬਣੇ ਤੇ 5 ਵਾਰੀ MLA ਬਣ ਗਏ ਉਹ, ਤੇ ਉਦੋਂ ਬਾਅਦ ਹਾਰ ਵੀ ਗਏ ਤੇ 20-50 ਬੰਦੇ ਉਹਨਾਂ ਦੇ ਨਾਲ, ਕਿਸੇ ਨੂੰ Z ਸਿਕਿਉਰਿਟੀ ਦੇ ਰੱਖੀ ਹੈ। ਕਈ ਐਸੇ ਬੰਦੇ ਆ, ਰੀਸੈਂਟਲੀ BJP ਗਵਰਨਮੈਂਟ ਨੇ ਉਹਨਾਂ ਨੂੰ Z ਸਿਕਿਉਰਿਟੀ ਦਿੱਤੀ ਹੈ। ਬਿਲਕੁਲ ਬਿਲਕੁਲ। ਜਦੋਂ BJP 'ਚ ਆ ਗਏ ਉਹਨਾਂ ਨੂੰ Z ਸਿਕਿਉਰਿਟੀ ਦੇ ਦਿੱਤੀ, ਫਿਰ ਉਹਨਾਂ ਦੀ ਜਿਹੜੀ ਜ਼ਿਆਦਾ ਸਿਕਿਉਰਿਟੀ ਦੀ ਲੋੜ ਪੈਂਦੀ। ਇਹ ਹੁੰਦਾ ਵੀ ਉਹਨਾਂ ਬੰਦਿਆਂ ਨੂੰ ਬਿਲਡ ਕਰਨਾ ਇਹਨਾਂ ਨੇ, ਵੀ ਇਹ ਬੜੇ ਇੰਪੋਰਟੈਂਟ ਨੇ। ਤੇ ਪ੍ਰੈਸ ਵਾਲੇ ਵੀ ਉਹਨਾਂ ਕੋਲ ਜਦੋਂ ਜਾਂਦੇ ਨੇ ਤਾਂ ਉਹਨਾਂ ਤੋਂ ਵੀ ਵਕਾਰਡ ਦੇਖ ਕੇ ਅੰਦਰ ਵਾੜਿਆ ਜਾਂਦਾ ਉਹਨਾਂ ਵਾਸਤੇ। ਤਾਂ ਇਹ ਇੱਕ ਨਾ VIP ਕਲਚਰ ਹੈਗਾ ਜਿਹੜਾ ਕਿ ਹੁਣ ਐਡਵਾਂਸਡ ਡੈਮੋਕ੍ਰੇਸੀ ਵਿੱਚ ਨਹੀਂ ਹੈਗਾ, ਨਹੀਂ ਹੋਣਾ ਚਾਹੀਦਾ ਤੇ ਨਹੀਂ ਹੋਣਾ ਚਾਹੀਦਾ। ਇਹ ਵੈਸੇ ਦੂਜੀ ਨਾਲ ਦੀ ਜੁੜਦੀ ਗੱਲ ਹੀ ਕਰ ਲਈਏ ਜੀ। ਸਰਕਾਰ ਦੀਆਂ ਬਹੁਤੀਆਂ ਕਾਰਗੁਜ਼ਾਰੀਆਂ ਦੇ ਵਿੱਚੋਂ ਦੋ ਕਾਰਗੁਜ਼ਾਰੀਆਂ ਜਿਹੜੀਆਂ ਬਹੁਤ ਹਾਈਲਾਈਟ ਹੋ ਰਹੀਆਂ। ਉਂਝ ਚਲੋ 3 ਦੀ ਗੱਲ ਮੈਂ ਕਰੂੰਗਾ। ਇੱਕ ਤੁਹਾਡੇ ਨਾਲ ਸੰਬੰਧਿਤ ਸਿੱਧੀ ਹੈਗੀ ਹੈ, ਪਹਿਲਾਂ ਜਿਹੜੀ ਤੁਹਾਡੇ ਨਾਲ ਸੰਬੰਧਿਤ ਹੈ ਜੋ ਉਹੀ ਗੱਲ ਕਰ ਲਈਏ। ਉਹ ਕਹਿੰਦੇ ਜੀ ਵੀ ਦਿੱਲੀ ਮਾਡਲ ਪੰਜਾਬ 'ਚ ਲਾਗੂ ਕਰਨਾ, ਤੇ ਐਜੂਕੇਸ਼ਨ ਦੇ ਸੰਬੰਧ ਵਿੱਚ ਇੱਕ ਸਰਵੇ ਰਿਪੋਰਟ ਜਿਹੜੀ ਆ ਉਹ ਸਰਕਾਰ ਦੇ ਕੋਲ ਆਈ। ਸਰਕਾਰ ਨੇ ਨਸ਼ਰ ਕਰ ਦਿੱਤੀ ਕਿ ਪੰਜਾਬ ਦੇ ਸਕੂਲਾਂ ਦੀ ਸਥਿਤੀ ਜਿਹੜੀ ਆ, ਇੱਥੋਂ ਦਾ ਸਟਰਕਚਰ ਜਿਹੜਾ ਉਹ ਦਿੱਲੀ ਦੇ ਸਕੂਲਾਂ ਨਾਲੋਂ ਬਿਹਤਰ ਆ। ਇਸ ਗੱਲ ਨੂੰ ਕਿਵੇਂ ਲੈਂਦੇ ਹੋ? MP ਸਿੰਘ ਜੀ ਨੇ ਇਹ ਦਿੱਲੀ ਮਾਡਲ ਵਰਸਸ ਪੰਜਾਬ ਮਾਡਲ ਐਜੂਕੇਸ਼ਨ ਦੇ ਮਾਡਲ ਨਹੀਂ ਹੁੰਦੇ ਇਸ ਤਰ੍ਹਾਂ ਜਿਵੇਂ ਇਹ ਪੁੱਟ ਕਰਦੇ ਆ, ਕਿਉਂਕਿ ਪੋਲੀਟੀਕਲ ਕਲਾਸ ਹੈਗੀ ਆ ਤਾਂ ਉਹਨਾਂ ਨੇ ਆ ਕੇ ਪੁੱਟ ਕਰਨਾ ਹੈਗਾ। ਕੋਈ ਇਨਫਰਾਸਟ੍ਰਕਚਰ ਦੀ ਗੱਲ ਤਾਂ ਹੋ ਸਕਦੀ ਨਾ, ਵੀ ਉੱਥੇ ਸਕੂਲ ਇਦਾਂ ਦੀ ਬਿਲਡਿੰਗਸ ਹੈਗੀਆਂ, ਫਰਨੀਚਰ ਇਹੋ ਜਿਹਾ ਹੈਗਾ। ਨਹੀਂ ਵੇਖੋ ਜੀ, ਬਹੁਤ ਦੇਰ ਪਹਿਲਾਂ ਵੀ ਇੱਕ ਪੰਜਾਬ ਦੀ ਰਿਪੋਰਟ ਆਈ ਸੀਗੀ, ਮੇਰੇ ਖਿਆਲ ਸਾਲ ਕੁ ਪਹਿਲਾਂ, ਉਹਦੇ 'ਚ ਵੀ ਇਹ ਗੱਲ ਕਹੀ ਸੀ ਪੰਜਾਬ ਇਜ਼ ਡੂਇੰਗ ਵੈਰੀ ਵੈਲ। ਮੈਂ ਪਿਛਲੇ 10 ਸਾਲ ਤੋਂ ਦੇਖਦਾ ਰਿਹਾ ਕਿ ਕ੍ਰਿਸ਼ਨ ਕੁਮਾਰ ਜੀ ਜਦੋਂ ਆਏ ਸੀ, ਉਹਨਾਂ ਨੇ ਇੱਕ ਵਿਜ਼ਨਰੀ, ਭਾਵੇਂ ਸਖਤ ਆਫੀਸਰ ਸੀ, ਉਹਨਾਂ ਨਾਲ ਬਹੁਤ ਲੋਕਾਂ ਦੇ ਮਤਭੇਦ ਵੀ ਸੀਗੇ, ਪਰ ਉਹਨਾਂ ਨੇ ਬਹੁਤ ਵਿਜ਼ਨਰੀ ਸਕੂਲ ਜਿਹੜੇ ਹੈਗੇ ਆ ਉਹਨਾਂ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਔਰ ਉਹੀ ਰਿਜ਼ਲਟ ਹੈ। ਮੁਖਾਲਫਤ ਭਾਵੇਂ ਹੋਈ ਬਹੁਤ, ਉਹਨਾਂ ਦੀ ਮੁਖਾਲਫਤ ਬਹੁਤ ਹੋਈ। ਜਿਹੜਾ ਬੰਦਾ ਕੰਮ ਕਰਦਾ ਮੁਖਾਲਫਤ ਉਹਦੀ ਹੁੰਦੀ ਹੈਗੀ ਆ। ਹੁਣ ਦਿੱਲੀ ਮਾਡਲ, ਦਿੱਲੀ ਦੇ ਵਿੱਚ ਠੀਕ ਆ ਕਿ ਉਹਨਾਂ ਨੇ ਇੰਟਰਨੈਟ ਦੇ ਦਿੱਤੀ ਹੈਗੀ ਆ, ਬਿਲਡਿੰਗਸ ਦੇ ਦਿੱਤੀਆਂ ਹੈਗੀਆਂ ਨੇ। ਇੱਥੇ ਵੀ ਬਹੁਤ ਅੱਛੇ ਸਕੂਲ ਹੈਗੇ, ਪਹਿਲਾਂ ਐਗਜ਼ਿਸਟ ਕਰਦੇ ਹੈਗੇ ਆ, ਪਰ ਬਦਕਿਸਮਤੀ ਇਹ ਸੀ ਕਿ ਉਹਨਾਂ ਨੇ ਪਿਛਲੇ 5 ਸਾਲ ਦੇ ਵਿੱਚ ਇਸ ਨੂੰ ਮਾਡਲ ਬਣਾ ਲਿਆ, ਤੇ ਪੰਜਾਬ ਵਿੱਚ ਕੰਮ ਜਿਹੜਾ ਚੰਗਾ ਹੋਇਆ ਉਹਨੂੰ ਕਿਸੇ ਨੇ ਮਾਡਲ ਨਹੀਂ ਕਿਹਾ।
ਤੇ ਉਹ ਹੁਣ ਸਰਵੇ ਕਹਿ ਰਹੇ ਨੇ ਵੀ ਇਹ ਮਾਡਲ ਅੱਛਾ ਹੈਗਾ। ਦੇਰ ਆਰ ਮੈਨੀ ਗੁੱਡ ਥਿੰਗਸ ਇਨ ਪੰਜਾਬ ਐਂਡ ਮੈਨੀ ਗੁੱਡ ਥਿੰਗਸ ਇਨ ਦਿੱਲੀ। ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ ਜੀ, ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀਗੀ ਤੇ ਮਨੀਸ਼ ਸਿਸੋਦੀਆ ਦਿੱਲੀ ਤੋਂ ਆ ਕੇ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਸਕੂਲਾਂ ਦਾ ਸਰਵੇ ਕਰ ਰਹੇ ਸੀ ਵੀ ਆਹ ਦੇਖੋ ਜੀ ਸਕੂਲ ਇੱਥੇ ਇਹ ਆ, ਤੇ ਦਿੱਲੀ ਵਿੱਚ ਸਕੂਲ ਬਹੁਤ ਵਧੀਆ, ਐਜੂਕੇਸ਼ਨ ਸਿਸਟਮ ਬੜਾ ਵਧੀਆ। ਹੁਣ ਉਹ ਰਿਪੋਰਟ ਜਿਹੜੀ ਆ ਗਈ ਉਲਟਾ ਗਈ ਕਿ ਦਿੱਲੀ ਬਹੁਤ ਪਿੱਛੇ ਹੈ, ਪੰਜਾਬ ਸਭ ਤੋਂ ਅੱਗੇ। ਉਹ ਰਿਪੋਰਟ ਜਿਹੜੀ ਹੈਗੀ ਨਾ ਉਹ ਸਰਟਨ ਪੈਰਾਮੀਟਰਸ ਦੇ ਬੇਸਡ ਹੁੰਦੀ ਹੈਗੀ ਆ। ਉਹਦੇ 'ਚ ਨੰਬਰ ਆਫ ਸਕੂਲਸ ਕਿੰਨੇ ਲਏ ਜਾਂਦੇ ਆ, ਕਿੰਨੇ ਟੀਚਰ ਰੂਰਲ ਹੈਗੇ ਆ, ਸੈਮੀ ਅਰਬਨ, ਉਹ ਉਹਦੇ ਬੇਸ ਤੇ ਬਣੀ ਹੁੰਦੀ ਹੈਗੀ ਆ। ਦਿੱਲੀ ਜਿਹੜਾ ਨਾ ਇਹ ਮੈਟਰੋਪੋਲੀਟਨ ਸਿਟੀ ਹੈਗਾ, ਇਹਦੇ ਵਿੱਚ ਕੋਈ ਰੂਰਲ ਨਹੀਂ, ਅਰਬਨ ਨਹੀਂ, ਡਿਫਰੈਂਟ ਹੈ, ਰੂਰਲ ਘੱਟ ਹੈ। ਹਾਂ, ਤੇ ਉਸ ਕਿਸਮ ਦੇ ਪਾੜੇ ਨਹੀਂ ਹੈਗੇ, ਪਰ ਅੱਛੀ ਰਿਪੋਰਟ ਆ। ਮੈਨੂੰ ਲੱਗਦਾ ਕਿ ਵੀ ਮਸਟ ਕੰਪਲੀਮੈਂਟ ਦੀ ਟੀਚਰਸ ਐਂਡ ਦੀ ਐਜੂਕੇਸ਼ਨ ਸਟਾਫ। ਤੇ ਸਾਡਾ ਸਿਰ ਉੱਚਾ ਹੋਇਆ ਇਸ ਗੱਲ ਦੇ ਨਾਲ। ਸਾਡੇ ਬੱਚੇ ਜੇ ਵਧੀਆ ਪੜ੍ਹ ਰਹੇ ਨੇ, ਔਰ ਸਾਡੇ ਬੱਚਿਆਂ ਦੀ ਤਾਂ ਅਜੇ ਨਾ ਜੇ ਗਵਰਨਮੈਂਟ ਚਾਹੇ ਤਾਂ ਉਹ ਰਿਪੋਰਟ ਤਿਆਰ ਕਰਕੇ ਦੇ ਸਕਦੀ ਆ ਜਿਹੜੇ ਬੱਚਿਆਂ ਨੇ ਕਿ ਐਕਸੈਲ ਕੀਤਾ ਪਿਛਲੇ 5 ਸਾਲ ਦੇ ਵਿੱਚ, ਕਿਉਂਕਿ ਰਿਪੋਰਟਾਂ ਹੀ ਨਹੀਂ ਹੈਗੀਆਂ। ਮੈਂ ਪਿਛਲੇ ਦਿਨਾਂ ਦੇ ਵਿੱਚ ਮੀਤ ਹੇਅਰ ਜੀ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ, ਬਾਈ ਪ੍ਰੋਫੈਸ਼ਨ ਇੰਜੀਨੀਅਰ ਨੇ, ਤੇ ਉਹ ਇੱਕ ਚੈਨਲ ਦੇ ਉੱਪਰ ਗੱਲ ਕਰ ਰਹੇ ਸੀਗੇ ਵੀ ਮੈਂ ਸਾਰੇ ਸਕੂਲਾਂ 'ਚ ਜਾ ਰਿਹਾ, ਜਾ ਕੇ ਮੈਂ ਲੈ ਰਿਹਾ ਫੀਡਬੈਕ। ਕਹਿੰਦੇ ਵੀ ਮੈਨੂੰ ਉਹ ਗੱਲਾਂ ਪਤਾ ਲੱਗ ਰਹੀਆਂ ਹੈਗੀਆਂ ਜਿਹੜੀਆਂ ਕਿ ਉੱਪਰ ਕਿਸੇ ਨੂੰ ਪਤਾ ਹੀ ਨਹੀਂ ਹੈ, ਰਿਪੋਰਟਿੰਗ ਨਹੀਂ ਹੈ। ਤਾਂ ਇਸ ਕਿਸਮ ਦੇ ਨਾਲ ਰਿਪੋਰਟਿੰਗ ਲੈ ਕੇ ਇਹ 3 ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਐਜੂਕੇਸ਼ਨ ਦੀਆਂ। ਇੱਕ ਤਾਂ ਬੱਚੇ ਜਿਹੜੇ ਐਕਸੈਲ ਹੋ ਗਏ, ਉਹ ਸਾਨੂੰ ਉਹਦਾ ਕ੍ਰੈਡਿਟ ਲੈਣਾ ਚਾਹੀਦਾ। ਇੱਕ ਜਿਹੜੇ ਮੀਡੀਅਮ 'ਚ ਨੇ ਜਾ ਰਹੇ ਨੇ ਉਧਰ ਨੂੰ, ਉਹ ਲੋਕਾਂ ਨੂੰ ਦੱਸਣੇ ਚਾਹੀਦੇ ਨੇ, ਤੇ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਉਹਨਾਂ ਦੇ ਬਰਾਬਰ ਕਰਨਾ ਚਾਹੀਦਾ ਹੈ। ਨਾਟ ਦੈਟ ਕਿ ਕਹਿ ਦੇਣਾ ਚਾਹੀਦਾ ਜੀ ਇਹ ਬਹੁਤ ਮਾਨ ਸਰਕਾਰ ਨੂੰ ਵੀ ਇਹ ਨਹੀਂ ਗੱਲ ਕਹਿਣੀ ਚਾਹੀਦੀ ਕਿ ਇਹ ਤਾਂ ਬਹੁਤ ਮਾੜਾ ਸੀ ਤੇ ਅਸੀਂ ਇਸ ਨੂੰ ਬਹੁਤ ਚੰਗਾ ਕਰਤਾ। ਰਾਤੋਂ ਰਾਤ ਆ ਕੇ ਚੰਗਾ ਤਾਂ ਬੋਲ ਹੀ ਗਿਆ। ਪੁਰਾਣੀਆਂ ਰਿਪੋਰਟਾਂ ਹੀ ਹੈਗੀਆਂ, ਉਹ ਪੁਰਾਣੀ ਜਿਹੜੀ ਕਾਰਗੁਜ਼ਾਰੀ ਆ ਉਹ ਹੀ ਸਾਹਮਣੇ ਆ ਰਹੀ ਹੈ। ਇਹਨਾਂ ਦੀ ਕਾਰਗੁਜ਼ਾਰੀ ਤਾਂ ਅਜੇ ਹੋਰ 2 ਸਾਲ ਠਹਿਰ ਕੇ ਹੋਣਗੇ। ਅੱਛਾ, ਇੱਕ ਕਾਰਗੁਜ਼ਾਰੀ ਦੀ ਗੱਲ ਆਪਾਂ ਕਰ ਰਹੇ ਜੀ, ਬੜਿਆ ਚਰਚਾ ਚੱਲਿਆ, ਆਪਾਂ ਵੀ ਡਿਸਕਸ ਕੀਤਾ ਪਿਛਲੇ ਪ੍ਰੋਗਰਾਮਾਂ ਦੇ ਵਿੱਚ, ਉਹ ਸੀਗੀ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਦੀ ਗੱਲ। ਉਹਦੇ ਵਿੱਚ ਇੱਕ ਨਵੀਂ ਕੰਟਰੋਵਰਸੀ ਸ਼ੁਰੂ ਹੋ ਗਈ। ਕਿਸਾਨ ਜਥੇਬੰਦੀਆਂ ਲੱਗ ਪਈਆਂ ਕਹਿਣ ਕਿ ਤੁਸੀਂ ਇਹ ਜ਼ਮੀਨ ਜਿਹੜੀ ਹੈ ਇਹ ਮਾਤਰ ਕਿਸਾਨਾਂ ਨੇ ਲਈ ਹੋਈ ਸੀ, ਛੋਟਿਆਂ ਕਿਸਾਨਾਂ ਨੇ ਲਈ ਸੀ, ਪੰਚਾਇਤੀ ਜ਼ਮੀਨ ਸੀ ਬੇਸ਼ੱਕ ਜਾਂ ਸਰਕਾਰੀ ਸੀ, ਤੇ ਤੁਸੀਂ ਧੱਕੇ ਨਾਲ ਉਹਨਾਂ ਨੂੰ ਬੇਰੁਜ਼ਗਾਰ ਕਰ ਰਹੇ ਆ। ਉਹਨਾਂ ਨੂੰ ਇਹਨਾਂ ਨੇ ਆਬਾਦ ਕੀਤੀ ਸੀ। ਆਬਾਦਕਾਰ ਤੇ ਆਬਾਦਕਾਰਾਂ ਵਾਲੀ ਗੱਲ ਵੱਖਰੀ ਹੈਗੀ ਆ ਕਿ ਉਹ ਜ਼ਮੀਨ ਜਿਹੜੀ ਬੇਕਾਰ ਸੀ, ਜਿਹਨੂੰ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਉਹਦਾ ਰੱਕੜ ਪੱਟਿਆ ਉੱਥੋਂ ਤੇ ਉਹਨੂੰ ਆਬਾਦ ਕੀਤਾ, ਵਾਹੁਣਯੋਗ ਬਣਾਈ, ਫਿਰ ਬੀਜਣਯੋਗ ਬਣਾਈ, ਫਿਰ ਫਸਲਾਂ ਉੱਥੇ ਹੋਈਆਂ। ਇਹਦਾ ਆਬਾਦਕਾਰੀ ਬੜਾ ਮਸਲਾ। ਇੱਕ ਹੈਗਾ ਵੀ ਪੰਚਾਇਤੀ ਜ਼ਮੀਨ ਆ ਬੋਲੀ ਦੇ ਕੇ ਲੈ ਲਈ, ਉਹ ਤੋਂ ਬਾਅਦ ਛੱਡੀ ਨਹੀਂ। ਇੱਦਾਂ ਦੀਆਂ ਜਿਹੜੀਆਂ ਸੀਗੀਆਂ ਗੱਲਾਂ, ਉਹ 'ਚ ਕੰਟਰੋਵਰਸੀ ਸ਼ੁਰੂ ਹੋ ਗਈ। ਹਾਂ, ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਨੇ ਨਾ ਬਹੁਤ ਲਾਈਮਲਾਈਟ 'ਚ ਆਏ ਇਹ ਗੱਲ ਕਹਿ ਕੇ ਕਿ ਅਸੀਂ 31 ਮਈ ਤੱਕ ਅਸੀਂ ਜ਼ਮੀਨਾਂ ਜਿੰਨੀਆਂ ਪੰਚਾਇਤਾਂ ਦੀਆਂ ਛੁਡਾ ਲੈਣੀਆਂ। ਉਹ ਕੋਟ ਕਰਦੇ ਨੇ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਤੇ ਹੋਰ ਐਕਟ ਜਿਹੜੇ ਹੈਗੇ ਆ। ਮੈਂ ਪਿੱਛੇ ਜੇ ਸੁਖਪਾਲ ਸਿੰਘ ਖਹਿਰਾ ਇਹਨਾਂ ਨੇ ਵੀ ਇੱਕ ਮੀਟਿੰਗ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ। ਉਹ ਇਹ ਹੁੰਦਾ ਕਿ ਜਦੋਂ ਵੀ ਕੋਈ ਸਰਕਾਰ ਕੰਮ ਕਰਦੀ ਹੈਗੀ ਆ, ਉਦੋਂ ਇੱਕ ਸੈਕਸ਼ਨ ਜਿਹੜਾ ਹੁੰਦਾ ਹੈਗਾ ਉਹਦਾ ਵਿਰੋਧ ਕਰਦਾ ਹੈ, ਤੇ ਆਪੋਜੀਸ਼ਨ ਨੇ ਕਰਨਾ, ਘਰੇ ਥੋੜ੍ਹਾ ਬੈਠਣਾ ਉਹਨਾਂ ਨੇ। ਤੇ ਉਹਦੇ 'ਚ ਉਹਨਾਂ ਨੇ ਕਿਸਾਨ ਲੈ ਲਏ। ਇਸ਼ੂ ਇਹ ਬਣਾ ਲਿਆ, ਮੈਂ ਉਹਨਾਂ ਦੀ ਗੱਲ ਸੁਣ ਲਿਆ ਸੀਗਾ ਜੀ ਵੈਲਫੇਅਰ ਸਟੇਟ ਹੈ, ਤੇ ਜਿਹਦੇ ਕੋਲ 2 ਕਿੱਲੇ ਹੈਗੀ ਆ, ਜਿਹਦੇ ਕੋਲ 3 ਕਿੱਲੇ ਉਹ ਤੋਂ ਕਿਉਂ ਲਈ ਜਾਂਦੀ ਹੈਗੀ ਆ। ਕਾਨੂੰਨ, ਜੇ ਤੁਸੀਂ ਕਾਨੂੰਨ ਲਾਗੂ ਕਰਨਾ ਫਿਰ ਚਾਹੇ 2 ਕਿੱਲੇ ਆ, ਚਾਹੇ 5 ਕਿੱਲੇ ਆ, ਚਾਹੇ 35 ਕਿੱਲੇ ਹੈਗੀ ਆ, ਉਹ ਤਾਂ ਤੁਸੀਂ ਲੈਣੀ ਹੈਗੀ ਆ। ਜੇ ਤੁਸੀਂ 2 ਕਿੱਲੇ ਵਾਲੇ ਨੂੰ ਛੱਡੋਗੇ, ਫਿਰ ਉਹ 5 ਵਾਲਾ ਕਹੂਗਾ ਵੀ ਤੁਸੀਂ ਮੈਨੂੰ ਛੱਡ ਦਿਓ। ਉਹਦੇ ਕੋਲ ਕੋਰਟ 'ਚ ਜਾਣ ਲਈ ਰਾਹ ਬਣ ਗਿਆ। ਹਾਂਜੀ, ਕੋਰਟ ਜਾ ਕੇ ਰਾਹ ਬਣਿਆ ਗਿਆ। ਬਾਕੀ ਸਾਰੇ ਜਿਹੜੇ ਜਿਨ੍ਹਾਂ ਦੀ ਫੜੀ ਆ ਉਹਨਾਂ ਨੂੰ ਉਹ ਕਹਿ ਦੇਣਗੇ ਜੀ ਕੋਰਟ ਨੇ ਇੱਥੇ ਇਹਨਾਂ ਨੇ ਇੱਥੇ ਐਕਟ ਵਾਇਲੇਟ ਕੀਤਾ, ਇੰਨੇ ਬੰਦੇ ਛੱਡ ਦਿੱਤੇ। ਕੋਰਟ ਨੇ ਤਾਂ ਕਹਿ ਦਿੱਤਾ ਨਾ ਜੀ ਕਲੀਅਰ ਕਿ ਤੁਸੀਂ ਸਾਰੀਆਂ ਪੰਚਾਇਤੀ ਜ਼ਮੀਨਾਂ ਪੰਚਾਇਤ ਦੇ ਨਾਂ ਕਰ ਦਿਓ, ਪੰਚਾਇਤ ਦੇ ਨਾਂ ਕਰ ਦਿਓ। ਤਾਂ ਉਹ ਜਿਹੜੀ ਉਹਨਾਂ ਦੇ ਕਿਸਾਨ ਜਿਹੜੇ ਹੈਗਾ ਨਾ, ਮੈਂ ਕਈ ਥਾਵਾਂ 'ਤੇ ਠੀਕ ਆ ਕਿ ਪਿੱਛੇ ਉਹਨਾਂ ਨੇ ਬਹੁਤ ਵੱਡੀ ਐਜੀਟੇਸ਼ਨ ਲੜੀ ਹੈਗੀ ਆ। ਕਈ ਥਾਵਾਂ 'ਤੇ ਉਹ ਅਨਪ੍ਰਿੰਸੀਪਲਡ ਸਟੈਂਡ ਵੀ ਲੈ ਜਾਂਦੇ ਹੈਗੇ। ਮੈਂ ਕੱਲ੍ਹ ਦੇਖ ਰਿਹਾ ਸੀਗਾ ਕਿ 10,000 ਪ੍ਰਤੀ ਏਕੜ ਮੰਗਿਆ ਜਾ ਰਿਹਾ ਸੀਗਾ ਕਿ ਨਹੀਂ ਅਸੀਂ ਧਰਨਾ ਲਾਵਾਂਗੇ ਕਿ 10,000 ਪ੍ਰਤੀ ਏਕੜ ਦਿਓ ਜੀ। ਤੇ ਜੇ 10,000 ਦੇਣ ਜੋਗਰੀਆਂ ਸਰਕਾਰਾਂ ਹੋਣ ਤੇ ਫਿਰ ਤਾਂ ਇੰਨਾ ਰੌਲਾ ਹੀ ਨਹੀਂ ਹੈਗਾ। ਉਹ ਕਹਿੰਦੇ ਜੀ 1,500 ਦੇਵਾਂਗੇ, ਤੁਸੀਂ 10,000 ਦਿਓਗੇ। ਤਾਂ ਇਸ ਕਿਸਮ ਦਾ ਇੱਕ ਸੈਕਸ਼ਨ ਹੁੰਦਾ, ਪਰ ਇਹਦੇ ਨਾਲ ਇਹਨਾਂ ਵੀ ਰੌਲਾ ਰੱਪਾ ਥੋੜ੍ਹਾ ਜਿਹਾ ਪੋਲੀਟੀਕਲ ਕਲਾਸ ਨੂੰ ਸਤਰਕ ਜ਼ਰੂਰ ਰੱਖਦਾ। ਨਹੀਂ ਤਾਂ ਸਰਕਾਰਾਂ ਨਾ ਅੰਨ੍ਹੇਵਾਹ ਧੱਕਾ ਵੀ ਕਰਨਾ ਸ਼ੁਰੂ ਕਰਦੇ। ਪੋਲੀਟੀਕਲ ਬੰਦਿਆਂ ਦਾ ਫਾਇਦਾ ਵੀ ਹੁੰਦਾ ਇਹਨਾਂ। ਬਿਲਕੁਲ। ਜਿਹੜੀ ਆਪੋਜੀਸ਼ਨ ਹੈ ਨਾ, ਇਹਦਾ ਇੱਕ ਵੱਡਾ ਰੋਲ ਹੈ ਕਿ ਮੁੱਦੇ ਇਹਨਾਂ ਨੇ ਜ਼ਰੂਰ ਉਠਾਉਣੇ ਨੇ ਤੇ ਉਠਾਉਣੇ ਵੀ ਚਾਹੀਦੇ ਨੇ, ਨਹੀਂ ਤਾਂ ਇਹਨਾਂ ਨੂੰ ਫਿਰ ਇਲੈਕਸ਼ਨ ਦੇ ਵਿੱਚ ਯਾਦ ਨਹੀਂ ਕਰਦਾ। ਬਿਲਕੁਲ, ਤੁਸੀਂ ਦੱਸਣਾ ਪੈਂਦਾ। ਪੋਲੀਟੀਕਲ ਧਿਰਾਂ ਦੀ ਗੱਲ ਕਰਦੇ, ਸੁਖਪਾਲ ਖਹਿਰਾ ਦਾ ਨਾਂ ਲਿਆ ਤੁਸੀਂ। ਸੁਖਪਾਲ ਖਹਿਰਾ ਹੋਰਾਂ ਨੇ ਇੱਕ ਨਵਾਂ ਜਿਹੜਾ
ਕੇਸ ਸਾਹਮਣੇ ਲਿਆਂਦਾ, ਉਹ ਕਹਿੰਦੇ ਜੀ ਵੀ ਆਮ ਤੌਰ 'ਤੇ ਜਿਹੜੇ ਕਿਹਾ ਜਾਂਦਾ ਕਿ ਮਾਈਨਿੰਗਸ ਜਿਹੜੀਆਂ ਪੰਜਾਬ ਵਿੱਚੋਂ ਖਤਮ ਹੋ ਗਈਆਂ। ਮਿਨਿਸਟਰ ਜਿਹੜੇ ਉਹ ਖੁਦ ਪ੍ਰੈਸ ਕਾਨਫਰੰਸ 'ਚ ਆ ਕੇ ਬੋਲਦੇ ਆ ਕਿ ਪੰਜਾਬ ਵਿੱਚ ਮਾਈਨਿੰਗ ਨਾਂ ਦੀ ਕੋਈ ਇਲੀਗਲ ਮਾਈਨਿੰਗ ਨਹੀਂ ਹੋ ਰਹੀ। ਉਹ ਸੁਖਪਾਲ ਖਹਿਰਾ ਕਹਿੰਦੇ ਜੀ ਇਹਨਾਂ ਦੇ ਦਾਅਵੇ ਹਲਕੇ 'ਚ ਹੋ ਰਹੀ। ਉਹਨਾਂ ਨੇ ਉੱਥੋਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਸਾਹਮਣੇ ਕਰਤੀਆਂ। ਨਹੀਂ, ਬਿਲਕੁਲ ਮੈਨੂੰ ਨਹੀਂ ਲੱਗਦਾ ਨਹੀਂ ਕਿ ਬੜੀ ਸਵੀਪਿੰਗ ਸਟੇਟਮੈਂਟ ਸੀ ਹਰਜੀਤ ਸਿੰਘ ਬੈਂਸ ਜਿਹੜੇ ਲਾਅ ਮਿਨਿਸਟਰ ਨੇ ਕਿ ਜੀ ਮਾਈਨਿੰਗ ਜਿਹੜੀ ਇਲੀਗਲ ਜਿਹੜੀ ਹੈਗੀ ਸਾਰੇ ਖਤਮ ਹੋ ਗਈ। ਜੇ ਤੁਸੀਂ ਨਾ ਕਾਮਨ ਸੈਂਸ ਵੀ ਅਪਲਾਈ ਕਰੋ ਐਂ ਤਾਂ ਕੰਮ ਖਤਮ ਨਹੀਂ ਹੁੰਦਾ। ਜੇ ਹੁਣ ਕਹਿ ਰਹੀ ਕੋਈ ਕੰਮ ਵੀ ਨਹੀਂ ਖਤਮ ਹੁੰਦਾ, ਕੋਈ ਕੰਮ ਨਹੀਂ ਖਤਮ ਹੁੰਦਾ ਗਾ। ਤੇ ਐਂ ਤਾਂ ਕਹਿ ਸਕਦੇ ਸੀ ਵੀ ਅਸੀਂ ਕਾਫੀ ਕਾਮਯਾਬ ਹੋਏ ਆ। ਤਾਂ ਉਹਦੇ ਕਾਊਂਟਰ ਵਿੱਚ ਕਿਉਂਕਿ ਖਹਿਰਾ ਸਾਹਿਬ ਬਹੁਤ ਇਸ ਟਾਈਮ ਐਕਟਿਵ ਨੇ ਕਾਂਗਰਸ ਨੂੰ, ਤਾਂ ਐਕਟਿਵਲੀ ਪ੍ਰੈਸ ਕਾਨਫਰੰਸਾਂ ਕਰਦੇ ਨੇ। ਕੱਲ ਬੜੇ ਉਹਨਾਂ ਨੇ ਡਾਕੂਮੈਂਟ ਵੀ ਲਿਆਂਦੇ ਹੋਏ ਸੀਗੇ ਕਿ ਜੀ ਆਹ 2 ਏਕੜ ਆ ਜੀ, ਆਹ 5 ਏਕੜ ਆ ਜੀ। ਹਰ ਇੱਕ ਨੇ ਆਪਣਾ ਡਿਫੈਂਸ ਬਣਾਉਣਾ ਹੁੰਦਾ ਕਿਉਂਕਿ ਉਹਨਾਂ ਦਾ ਵੋਟ ਬੈਂਕ ਹੈ ਤੇ ਲਾਅ ਨੇ ਆਪਣਾ ਕੰਮ ਕਰਨਾ ਹੁੰਦਾ। ਤਾਂ ਜਿਹੜੀ ਨਾ ਮਾਨ ਸਾਹਿਬ ਦੀ ਸਰਕਾਰ ਆ, ਇਹਨਾਂ ਨੂੰ ਰੂਲ ਆਫ ਲਾਅ ਛੱਡਣਾ ਨਹੀਂ ਚਾਹੀਦਾ। ਬਿਲਕੁਲ ਰੂਲ ਆਫ ਲਾਅ ਜਿਹੜਾ ਹੈਗਾ ਨਾ ਉਹਦੇ 'ਚ ਚਾਹੇ 2 ਏਕੜ ਵਾਲਾ ਤੇ ਚਾਹੇ ਉਹ 35 ਏਕੜ ਵਾਲਾ, ਆਪਦੇ ਦਾ ਨੁਕਸਾਨ ਵੀ ਹੋ ਸਕਦਾ। ਬਿਲਕੁਲ। ਹੁਣ ਕੱਲ ਇਹਨਾਂ ਨੇ ਇਲੀਗਲ ਕਲੋਨੀਆਂ ਦੀਆਂ ਜਿਹੜੀਆਂ ਰਜਿਸਟਰੀਆਂ ਬੰਦ ਕੀਤੀਆਂ ਨੇ। ਤੇ ਉਹ ਇਲੀਗਲ ਕਲੋਨੀਆਂ 'ਚ ਕੌਣ ਨੇ? ਸਾਰੀ ਪੋਲੀਟੀਕਲ ਕਲਾਸ, ਸਾਰੇ ਵੱਡੇ ਬੰਦੇ ਪੋਲੀਟੀਕਲ ਕਲਾਸ ਆ। ਤੇ ਜੇ ਉਹ ਕਹਿੰਦੇ ਨਹੀਂ ਜੀ ਇਹਨਾਂ 'ਚ ਤਾਂ ਪਲਾਟ 100 ਗਜ ਦੇ ਆ ਜੀ, ਇਹ ਤਾਂ 50 ਗਜ ਦੇ ਆ ਜੀ, ਫਿਰ ਤਾਂ ਦੇयर इज नो ਐਂਡ ਟੂ ਮਿਸ ਗਵਰਨੈਂਸ। ਬਿਲਕੁਲ ਠੀਕ ਹੈ। ਤੇ ਮਾਨ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਆ ਚੀਫ ਮਿਨਿਸਟਰ ਹੈ, ਹੀ ਇਜ਼ ਡੂਇੰਗ ਗੁੱਡ ਔਨ ਦਿਸ ਪਾਰਟ। ਚਲੋ ਇਮਾਨਦਾਰੀ ਜਿਹੜੀ ਗੱਲ ਤੇ ਆਉਣੇ ਥੋੜਾ ਜਿਹਾ ਪਹਿਲਾਂ ਤਾਂ ਇੱਕ ਕੇਸ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਸੀ ਉਹ ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਸਜ਼ਾ ਹੋ ਗਈ ਸੁਪਰੀਮ ਕੋਰਟ ਤੋਂ 1 ਸਾਲ ਵਾਸਤੇ। ਕਹਿੰਦੇ ਜੀ ਬਾਮਸ਼ੱਕਤ ਕੈਦ, ਠੀਕ ਹੈ ਜੀ, ਬਾਮਸ਼ੱਕਤ ਮਤਲਬ ਸਖਤ ਦੇ ਨਾਲ ਕੰਮ ਵੀ ਲਿਆ ਜਾਊਗਾ। ਉਹ ਸਖਤ ਲੈਂਦੇ ਆ ਕਿ ਨਰਮ ਲੈਂਦੇ ਆ। ਕੱਲ੍ਹ ਨੂੰ ਉਹ ਹੋ ਸਕਦਾ ਜਦੋਂ ਬਾਹਰ ਆਉਣ ਤੇ ਉਹ ਮਿਨਿਸਟਰ ਜੇਲ੍ਹਾਂ ਦੇ ਹੋਣ ਤੇ ਜਿਹੜੇ ਸਖਤ ਲੈਣਗੇ ਕੰਮ ਫਿਰ ਉਹਨਾਂ ਦੇ ਦੁਆਲੇ ਡਾਂਗ ਕੱਢਣਗੇ। ਉਸ ਤੋਂ ਪਹਿਲਾਂ ਨਵਜੋਤ ਸਿੱਧੂ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ 'ਚ ਹੈਗੇ, ਠੀਕ ਹੈ ਜੀ। ਉਹ ਵੀ ਕਿਹੜੇ ਕੇਸ 'ਚ ਉਹਨਾਂ ਦੀ ਜਾਨ ਨਹੀਂ ਛੁੱਟ ਰਹੀ। ਇਹਨਾਂ ਨੇ ਇੱਕ ਆਪਦਾ ਬੰਦਾ ਜਿਹੜਾ ਸੀਗਾ ਜੀ ਉਹ ਟੰਗਤਾ, ਸਿੰਗਲਾ ਸਾਹਿਬ, ਡਾਕਟਰ ਵਿਜੇ ਸਿੰਗਲਾ। ਉਹ ਕਹਿੰਦੇ ਜੀ ਹੈਲਥ ਮਿਨਿਸਟਰ ਹੁੰਦਿਆਂ ਹੋਇਆਂ ਉਹ ਜਿਹੜੇ ਵੀ ਟੈਂਡਰ ਸੀ ਉਹਦੇ 'ਚੋਂ ਹਿੱਸਾ ਪੱਤੀ ਮੰਗਦੇ ਸੀ। ਹਿੱਸਾ ਪੱਤੀ ਕਹਿੰਦੇ ਜੀ ਵੀ ਪਹਿਲਾਂ ਚਲਦੀ ਹੋਊਗੀ ਪਰ ਸਾਡੇ ਸਰਕਾਰ 'ਚ ਸਾਡੇ ਰਾਜ ਵਿੱਚ ਨਹੀਂ ਚੱਲਣੀ। ਕੀ ਲੱਗਦਾ ਜੀ ਇਹਦੇ? ਦੇਖੋ ਪਹਿਲਾਂ ਆਪਾਂ ਸਿੰਗਲਾ ਸਾਹਿਬ ਵਾਲੀ ਗੱਲ ਕਰ ਲੈਂਦੇ ਹਾਂ ਕਿਉਂਕਿ ਇਹ ਬੜਾ ਬਰਨਿੰਗ ਟੌਪਿਕ ਹੈਗਾ। ਇਹਦੇ 'ਤੇ ਨਾ ਸਿੰਗਲਾ ਸਾਹਿਬ ਦੀ ਜੀ ਸਾਰੇ ਕੇਸ ਦਾ ਐਨਾਲਿਸਿਸ ਕਰੀਏ, ਇੱਕ ਗੱਲ ਬੜੀ ਸਪਸ਼ਟ ਹੈ ਕਿ ਹਾਈਐਸਟ ਲੈਵਲ 'ਤੇ ਕਰਪਸ਼ਨ ਸਟਾਰਟ ਹੁੰਦੀ ਹੈ ਸਿਸਟਮ ਦੇ ਵਿੱਚ ਐਟ ਦ ਲੈਵਲ ਆਫ ਦ ਮਿਨਿਸਟਰ। ਉੱਪਰੋਂ ਹੀ ਆਉਂਦੀ ਥੱਲੇ ਨੂੰ, ਥੱਲੇ ਉੱਪਰ ਨਹੀਂ ਜਾਂਦੀ। ਥੱਲੇ ਉੱਪਰ ਨਹੀਂ ਜਾਂਦੀ। ਇਹ ਯਾਨੀ ਹੈਲਥ ਡਿਪਾਰਟਮੈਂਟ ਨੇ ਇਹ ਗੱਲ ਸਾਬਤ ਕਰ ਦਿੱਤੀ ਹੈਗੀ ਆ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਕਾਰਪੋਰੇਸ਼ਨਸ ਨੇ ਜਿਨ੍ਹਾਂ ਨੇ ਦਵਾਈਆਂ ਖਰੀਦਣੀਆਂ ਨੇ, ਇਨਫਰਾਸਟ੍ਰਕਚਰ ਖਰੀਦਣਾ ਹੈਗਾ, ਥੱਲੇ ਦੇਣਾ ਹੈਗਾ, ਬਹੁਤ ਵੱਡੇ ਫੰਡਸ ਨੇ ਉਹਨਾਂ ਦੇ ਵਿੱਚ। ਇਸੇ ਤਰ੍ਹਾਂ ਫਿਰ PWD ਹੈਗਾ, ਇਸੇ ਤਰ੍ਹਾਂ ਫਿਰ ਐਕਸਾਈਜ਼ ਹੈਗਾ, ਫਿਰ ਰੈਵਨਿਊ, ਸਾਰੇ ਡਿਪਾਰਟਮੈਂਟਸ। ਤਾਂ ਸਾਨੂੰ ਇਕੱਲੇ ਨਾ ਹੈਲਥ ਡਿਪਾਰਟਮੈਂਟ ਦੀ ਗੱਲ ਨਹੀਂ ਕਰਨੀ ਚਾਹੀਦੀ। ਸਾਨੂੰ ਇੱਕ ਗੱਲ ਮੰਨਣੀ ਚਾਹੀਦੀ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਨੂੰ ਵੀ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਇਕੱਲਾ ਹੈਲਥ ਡਿਪਾਰਟਮੈਂਟ ਨਹੀਂ ਇਹ ਤਾਂ ਪਕੜਿਆ ਗਿਆ, ਬਾਕੀ ਸਾਰੇ ਡਿਪਾਰਟਮੈਂਟਸ ਦੀ ਸਕਰੂਟਨੀ ਕਰਨੀ ਚਾਹੀਦੀ ਹੈ। ਪਿਛਲੇ 2 ਮਹੀਨਿਆਂ ਵਿੱਚ ਕਿ ਕਿੰਨੀਆਂ ਗ੍ਰਾਂਟਾਂ ਰਿਲੀਜ਼ ਹੋਈਆਂ ਨੇ ਤੇ ਕਿੰਨੀਆਂ ਗ੍ਰਾਂਟਾਂ ਜਿਹੜੀਆਂ ਹੈਗੀਆਂ ਯੂਟੀਲਾਈਜ਼ ਹੋਈਆਂ, ਇਹਨਾਂ ਦਾ ਟਰਾਂਸਪੇਰੈਂਟ ਆਡਿਟ ਕਰਕੇ ਤੇ ਜਿਹੜੇ ਬੰਦੇ ਜਿੱਥੇ ਹੈਗੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ। ਕਿਤੇ ਇਹ ਤਾਂ ਨਹੀਂ ਗੱਲ ਕਿ ਉਹ ਸਿੰਗਲਾ ਸਾਹਿਬ ਦੇ ਉੱਤੇ ਐਕਸ਼ਨ ਕਰਕੇ ਦੂਜਿਆਂ ਨੂੰ ਇੱਕ ਮੈਸੇਜ ਦੇਣ ਦੀ ਗੱਲ ਆ ਕਿ ਤੁਸੀਂ ਹਟ ਜਾਓ ਇਸ ਕੰਮ ਤੋਂ, ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੂੰ ਇਹ ਮੈਸੇਜ ਚਲਾ ਜਾਓ। ਜਿਹੜਾ ਨਾ ਡਾਕਟਰ ਵਿਜੇ ਸਿੰਗਲਾ ਜਿਹੜੇ ਹੈਗੇ ਇਹਨਾਂ ਦਾ ਤਾਂ ਕਲੀਅਰ ਕੱਟ ਕੇਸ 2/2 ਹੈ ਕਿ ਸਾਰਾ ਐਵੀਡੈਂਸ ਹੈ। ਚੀਫ ਮਿਨਿਸਟਰ ਦੇ ਮੂਹਰੇ ਐਵੀਡੈਂਸ ਆ। ਅਗਰ ਹੋਰ ਕੋਈ ਚੀਫ ਮਿਨਿਸਟਰ ਹੁੰਦੇ ਤੇ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੇ ਕਹਿਣਾ ਸੀ ਕੋਈ ਗੱਲ ਨਹੀਂ, ਅਜੇ ਤਾਂ ਬੰਦਾ ਜਿਹੜਾ ਹੈਗਾ ਉਹ ਉਨੀ ਦੇਰ ਇਨੋਸੈਂਟ ਰਹਿੰਦਾ ਜਿੰਨੀ ਦੇਰ FIR ਨਹੀਂ ਹੁੰਦੀ, ਜਿੰਨੀ ਦੇਰ ਸਜ਼ਾ ਨਹੀਂ ਹੁੰਦੀ, ਪ੍ਰੂਫ ਨਹੀਂ ਹੋ ਜਾਂਦਾ, ਆਪਾਂ ਇਹਨਾਂ ਦਾ ਮਹਿਕਮਾ ਲੈ ਲੈਂਦੇ ਹੈਗੇ ਆ। ਪਰ ਮਾਨ ਸਾਹਿਬ ਨੇ ਕਮੈਂਡੇਬਲ ਜੌਬ ਕੀਤੀ ਤਾਂ ਵੀ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਮੈਂ ਆਪਦੀ ਵਜ਼ਾਰਤ ਚੋਂ ਕੱਢਦਾ ਹੈਗਾ। ਇਹੀ ਮੈਂ ਕਹਿੰਦਾ ਨਾ ਜੀ ਵੀ ਜਦੋਂ ਉਹਨਾਂ ਨੂੰ ਅਜੇ ਪ੍ਰੂਫ ਕਰਨਾ, ਠੀਕ ਹੈ ਜੀ, ਭਾਵੇਂ ਪ੍ਰੂਫ ਉਹਨਾਂ ਕੋਲ ਹੈਗੇ ਪਰ ਕੋਰਟ 'ਤੇ ਪ੍ਰੂਫ ਹੋਣੇ ਆ ਨਾ ਅਜੇ।
ਤੇ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਬਾਜ਼ਾਰ 'ਚੋਂ ਵੀ ਕੱਢਤਾ, ਉਹਨਾਂ ਦੇ ਖਿਲਾਫ FIR ਦਰਜ ਵੀ ਹੋ ਗਈ ਔਰ ਉਹਨਾਂ ਨੂੰ ਜੇਲ੍ਹ ਵੀ ਭੇਜਤਾ। ਅੱਗੇ ਵੇਖੋ ਤੁਸੀਂ, ਇਹ ਹੁੰਦਾ ਸੀਗਾ ਕਿ ਜੇ ਮਿਨਿਸਟਰ ਇਨਵੋਲਵ ਹੁੰਦਾ ਸੀਗਾ ਤੇ ਆਪੋਜੀਸ਼ਨ ਕਹਿੰਦੀ ਸੀਗੀ ਵੀ ਇਹਨਾਂ ਨੂੰ ਕੱਢੋ ਜੀ, ਇਹ ਇਨਫਲੂਐਂਸ ਕਰਨਗੇ ਕੇਸ ਨੂੰ। ਹੁਣ ਆਪੋਜੀਸ਼ਨ ਉਲਟ ਹੈ, ਠੰਡੀ ਜੀ ਹਵਾ ਬੋਲਦੀ ਹੈ ਉਹਨਾਂ ਦੀ, ਤਾਂ ਉਹ ਵਿਜੇ ਸਿੰਗਲਾ ਸਾਹਿਬ ਦੇ ਹੱਕ 'ਚ ਬੋਲਦੀ ਹੈ। ਬਿਲਕੁਲ ਬਿਲਕੁਲ। ਇਹ ਡਿਸਕਸ ਅਸੀਂ ਮਸਲੇ ਤਾਂ ਕਰਦੇ ਹਾਂ ਕਿ ਸਾਡਾ ਆਪੋਜੀਸ਼ਨ ਦਾ ਡਬਲ ਸਟੈਂਡਰਡ ਹੈ। ਅਸੀਂ ਇਹ ਕਿਸੇ ਵੀ ਇਸ਼ੂ ਨੂੰ ਐਨਾਲਾਈਜ਼ ਕਰਨ ਦਾ ਸਾਡਾ ਤਰੀਕਾ ਡਿਫਰੈਂਟ ਹੈ, ਬਿਲਕੁਲ ਡਿਫਰੈਂਟ ਹੈਗਾ। ਅਸੀਂ ਉਹ ਖਬਰਾਂ ਨਹੀਂ ਸੁਣਾ ਰਹੇ, ਅਸੀਂ ਉਹਨੂੰ ਐਨਾਲਾਈਜ਼ ਕਰ ਰਹੇ ਹਾਂ ਵੀ ਦੇਖੋ ਕਿਹੜੇ ਐਂਗਲ ਤੋਂ ਤੁਸੀਂ ਇਹਨੂੰ ਕਿਵੇਂ ਲੈ ਸਕਦੇ ਹੋ। ਬਿਲਕੁਲ। ਤੁਸੀਂ ਦੇਖੋ ਨਾ, ਉਹਨਾਂ ਨੇ WhatsApp ਦਾ ਉਹ 4 ਬੰਦੇ ਆਇਡੈਂਟੀਫਾਈ ਹੋਏ ਆ, ਉਹ ਕਾਲਸ ਆਇਡੈਂਟੀਫਾਈ ਹੋਈਆਂ ਨੇ, 2% ਦੀ ਗੱਲ ਹੋਈ ਆ, 2% ਦੇ ਵਿੱਚ ਲਾਸਟ 'ਚ 5 ਲੱਖ ਤੱਕ ਆਈ ਹੋਈ ਆ ਗੱਲ। ਤਾਂ ਸੋ ਮਚ ਬਾਰਗੇਨਿੰਗ ਐਟ ਦੀ ਮਿਨਿਸਟਰ ਲੈਵਲ ਜੇ ਹੋਈ ਹੈਗੀ ਆ, ਤਾਂ ਮੈਨੂੰ ਲੱਗਦਾ ਕਿ ਦਿਸ ਇਜ਼ ਮੋਸਟ ਅਨਫੋਰਚੂਨੇਟ। ਅਸੀਂ ਉਹਨਾਂ ਦੀ ਗੱਲ 'ਚ ਹਾਰ ਪਾਉਣੇ ਆ। ਤੇ ਦੂਜੀ ਗੱਲ, ਇਹ ਹੈਲਥ ਨੂੰ ਇਹ ਪ੍ਰਾਇੋਰਟੀ ਕਿਹਾ ਕਿ 92 MLA ਲੱਗੇ ਆਏ ਨੇ ਵੀ ਹੈਲਥ 'ਚ ਅਸੀਂ ਸੁਧਾਰ ਕਰ ਦਿਆਂਗੇ। ਤੇ ਜਿਹੜੀ ਚੁਆਇਸ ਆਫ ਮਿਨਿਸਟਰ ਜਿਹੜੀ ਹੈਗੀ ਆ, ਮੈਨੂੰ ਲੱਗਦਾ ਕਿ ਮਾਨ ਸਾਹਿਬ ਦੀ ਗਲਤ ਹੈ। ਉਹਨਾਂ ਨੇ ਪੂਰਾ ਵੈਰੀਫਾਈ ਨਹੀਂ ਕੀਤਾ ਕਿ ਜੇ ਤੁਸੀਂ ਹੈਲਥ ਦੇ ਵਿੱਚ ਐਸਾ ਮਿਨਿਸਟਰ ਲਾ ਦਿੱਤਾ, ਪਿਛੋਕੜ ਦੇਖਣਾ ਚਾਹੀਦਾ ਸੀ ਕਿ ਚੁਆਇਸ ਆਫ ਮਿਨਿਸਟਰ ਜਿਹੜੀ ਹੈਗੀ ਆ, ਮੈਨੂੰ ਲੱਗਦਾ ਇਟਸ ਨਾਟ ਗੁੱਡ ਚੁਆਇਸ। MLA ਲੋਕਾਂ ਨੇ ਚੁਣਿਆ ਪਰ ਮਿਨਿਸਟਰ ਤੁਸੀਂ ਬਣਾਇਆ ਨਹੀਂ। ਮੈਨੂੰ ਲੱਗਦਾ ਉਹ ਜਿਹੜੇ ਸਿੱਧੂ ਮੂਸੇਵਾਲਾ ਉੱਥੋਂ ਹਾਰੇ ਨੇ, ਉੱਥੋਂ ਹਾਰੇ ਤੇ ਉਹਨਾਂ ਦਾ ਬੜਾ ਕਮੈਂਟ ਹੈ ਕਿ ਹੁਣ ਦੱਸੋ ਗਦਾਰ ਕੌਣ। ਬਿਲਕੁਲ। ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸੀਗਾ ਗਦਾਰ ਦਾ ਕੋਈ ਗਾਣਾ ਗਾਇਆ ਤੇ ਲੋਕੀ ਬਹੁਤ ਉਹਨਾਂ ਦੇ ਮਗਰ ਪਏ ਸੀਗੇ, ਤੇ ਕਹਿੰਦੇ ਹੁਣ ਦੱਸੋ ਗਦਾਰ ਕੌਣ। ਇੱਕ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਕਿ ਮੈਂ ਭਗਵੰਤ ਮਾਨ ਹੋਰਾਂ ਨਾਲ ਆਉਣ ਵਾਲੇ 1-2 ਦਿਨਾਂ 'ਚ ਮੀਟਿੰਗ ਕਰ ਰਿਹਾ। ਇਹਨਾਂ ਦੋਨਾਂ, ਉਹ ਸਾਬਕਾ ਮੁੱਖ ਮੰਤਰੀ ਤੇ ਇਹ ਭਗਵੰਤ ਮਾਨ ਸਾਹਿਬ ਮੌਜੂਦਾ ਮੁੱਖ ਮੰਤਰੀ, ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ MLAs ਦੀ, ਉਹਨਾਂ ਮੰਤਰੀਆਂ ਦੀ ਲਿਸਟ ਲੈ ਕੇ ਆ ਰਿਹਾ ਭਗਵੰਤ ਮਾਨ ਕੋ ਕਿ ਮੇਰੀ ਟੈਨਿਓਰ ਦੇ ਵਿੱਚ ਇਹਨਾਂ ਬੰਦਿਆਂ ਨੇ ਕਰਪਸ਼ਨ ਕੀਤੀ, ਤੁਸੀਂ ਇੱਥੇ ਕਾਰਵਾਈ ਕਰੋ। ਹੁਣ ਕੁਐਸਚਨ ਸਿੱਧਾ ਬੰਦਾ, ਤੁਸੀਂ ਕਿਉਂ ਨਹੀਂ ਕੀਤੀ? ਉਹ ਕਹਿੰਦੇ ਜੀ ਮੈਨੂੰ, ਉਹ ਕਹਿ ਚੁੱਕੇ ਵੈਸੇ ਬਿਆਨ ਪਹਿਲਾਂ ਦੇ ਚੁੱਕੇ ਕਿ ਮੈਨੂੰ ਪਾਰਟੀ ਨੇ ਨਹੀਂ, ਮੈਨੂੰ ਹਾਈ ਕਮਾਂਡ ਨੇ ਰੋਕਿਆ ਹੋਇਆ ਸੀ ਨਾ ਕਰੋ। ਕੀ ਭਗਵੰਤ ਮਾਨ ਲਈ ਇੱਕ ਚੈਲੰਜ ਨਵਾਂ ਆ ਰਿਹਾ ਜਾਂ ਕੀ ਹੈ? ਵੇਖੋ, ਜਿਹੜੀ ਉਹ ਉਹਨਾਂ ਨੇ ਗੱਲ ਕਹੀ ਹੈ ਨਾ ਵੀ ਮੇਰੇ ਕੋਲ ਮਿਨਿਸਟਰਾਂ ਦੇ ਨਾਂ ਨੇ, ਉਹ ਪਿਛਲੇ 4-6 ਮਹੀਨੇ ਤੋਂ ਜਦੋਂ ਉਹਨਾਂ ਨੇ ਇਲੈਕਸ਼ਨਾਂ ਦੀਆਂ ਲੜਨੀਆਂ ਸੀਗੀਆਂ ਉਦੋਂ ਤੋਂ ਹੀ ਕਹੀ ਜਾਂਦੇ ਹੈਗੇ ਆ। ਇਹ ਉਹਨਾਂ ਦੀ ਬਹੁਤ ਵੱਡੀ ਵੀਕਨੈਸ ਆ ਕਿ ਜਿਸ ਤਰ੍ਹਾਂ ਕਿਸੇ ਨੂੰ ਬਲੈਕਮੇਲ ਕਰਨਾ ਹੁੰਦਾ ਨਾ ਕਿ ਮੈਂ ਤੇਰਾ ਨਾਂ ਪਰ ਦੱਸੂ, ਉਦੋਂ ਨਾਂ ਫਿਰ ਦੱਸੂਗਾ ਹੌਲੀ ਹੌਲੀ, ਤੇ ਦੱਸਣਾ ਹੈ ਨਹੀਂ। ਹੁਣ ਵੀ ਕੀ ਹੋਊਗਾ, ਜੋ ਮੈਨੂੰ ਲੱਗਦਾ ਕਿ ਨਾਂ ਲਿਆਉਣਗੇ, ਮਹਿਕਮਿਆਂ ਦੇ ਨਾਂ ਦੱਸ ਦੇਣਗੇ ਵੀ ਜੀ ਆਹ ਲੱਗਦਾ ਮੇਰੇ ਕੋਲ ਇਸ ਕਿਸਮ ਦੀ ਇਨਫੋਰਮੇਸ਼ਨ ਆਈ ਗਈ ਆ। ਇਹ ਬਿਲਕੁਲ ਕਿਹੜੇ ਚੀਫ ਮਿਨਿਸਟਰ ਕੋਲੇ ਨਹੀਂ ਪਤਾ ਵੀ ਕੌਣ ਮਿਨਿਸਟਰ। ਸਾਰਾ ਇਹਨੂੰ ਭਗਵੰਤ ਮਾਨ ਹੋਰਾਂ ਨੂੰ ਵੀ ਪਤਾ ਹੀ ਸੀਗਾ, ਤਾਂ ਹੀ ਪਤਾ ਹੀ ਸੀਗਾ। ਬਿਲਕੁਲ ਠੀਕ ਹੈ ਨਾ। ਤੇ ਨਾਲੇ ਇੱਕ ਗੱਲ ਹੈ ਵੀ ਜੇ ਇਕੱਲਾ ਨਾਂ ਹੈ ਤੇ ਉਹਨਾਂ ਦੀ ਫਾਈਲ ਨਾਂ ਹੈ ਤਾਂ ਨਹੀਂ ਵੀ ਜ਼ਬਾਨੀ ਅਖਬਾਰ 'ਚੋਂ ਪੜ੍ਹ ਲਿਆ ਉਹਨਾਂ ਨੇ, ਫਾਈਲਾਂ ਤਾਂ ਪਈਆਂ ਹੀ ਆ, ਫਾਈਲ ਇਜ਼ ਦੇਅਰ, ਨੇਮ ਇਜ਼ ਔਨ ਦੀ ਫਾਈਲ, ਉਹ ਲਿਆ ਕੇ ਫਾਈਲ ਇਹਨਾਂ ਦੇ ਹਵਾਲੇ ਕਰ ਦੇਣ। ਨਹੀਂ, ਉਹ ਫਾਈਲਾਂ ਕਿਹੜੇ ਨਾਲ ਲੈ ਗਏ? ਫਾਈਲਾਂ ਨਾਲ ਤੇ ਨਹੀਂ ਲੈ ਗਏ, ਫਾਈਲਾਂ ਤਾਂ ਵਿਜੀਲੈਂਸ ਕੋ ਪਈਆਂ। ਨਹੀਂ, ਬੜੀਆਂ ਫੋਟੋ ਸਟੇਟ ਕਰਾ ਰੱਖੀਆਂ ਹੁੰਦੀਆਂ ਨੇ ਕਿਉਂਕਿ ਅਗਲੀਆਂ ਇਲੈਕਸ਼ਨਾਂ ਵੀ ਲੜਨੀਆਂ, ਉਦੋਂ ਬਲੈਕਮੇਲ ਕਰਾਂਗੇ। ਹੁਣ ਸਵਾਲ ਪੈਦਾ ਹੁੰਦਾ ਜੀ ਕਿ ਕੀ ਭਗਵੰਤ ਮਾਨ ਵਾਸਤੇ ਇਦਾਂ ਦੀ ਸਿਚੁਏਸ਼ਨ ਤਾਂ ਨਹੀਂ ਕ੍ਰੀਏਟ ਕੀਤੀ ਜਾ ਰਹੀ ਕਿ ਉਹ ਮੁਕੱਦਮੇਬਾਜ਼ੀ ਵਿੱਚ ਹੀ ਉਲਝੇ ਰਹਿਣ, ਆਪਦੇ ਮਤਲਬ ਡਿਵੈਲਪਮੈਂਟ ਵਾਲੇ ਕੰਮ ਜਿਹੜੇ ਆ ਉਹ ਸੈਕੰਡਰੀ ਹੋ ਜਾਣ, ਤੇ ਇਹ ਮੰਤਰੀਆਂ ਪੁਰਾਣਿਆਂ ਦੇ, MLA ਪੁਰਾਣਿਆਂ ਦੇ ਉੱਤੇ ਮੁਕੱਦਮੇਬਾਜ਼ੀ ਕਰਨ ਵਿੱਚ ਹੀ ਉਲਝਾਤਾ ਜਾਵੇ? ਨਹੀਂ, ਮੈਨੂੰ ਲੱਗਦਾ ਕਿ ਜੇ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲ ਇਹ ਫਾਈਲ ਆਉਂਦੀ ਆ ਤਾਂ ਉਹਨਾਂ ਨੂੰ ਇਮੀਡੀਏਟਲੀ ਇਹਦੇ 'ਤੇ ਕਮੇਟੀ ਕੰਸਟੀਚਿਊਟ ਕਰਨੀ ਚਾਹੀਦੀ ਹੈਗੀ, ਇੰਡੀਪੈਂਡੈਂਟ ਕਮੇਟੀ ਕੰਸਟੀਚਿਊਟ ਕਰਕੇ ਜਿਹੜੇ ਬੰਦੇ ਉਹਨਾਂ ਨੂੰ ਲੱਗਦੇ ਨੇ ਕਿ ਗਲਤ ਨੇ ਉਹਨਾਂ 'ਤੇ FIR ਹੋ ਜਾਣੀ ਚਾਹੀਦੀ ਹੈਗੀ ਆ, ਕਿਉਂਕਿ ਨਾ ਉਹ ਸਿਸਟਮ ਨੂੰ ਕਲੀਨ ਕਰਨ ਦੀ ਜ਼ਰੂਰਤ ਆ, ਇਹਦੇ 'ਚ ਐਕਸੈਪਸ਼ਨ ਨਹੀਂ ਹੈ, ਕਰਨੀ ਚਾਹੀਦੀ ਕਲੀਨ ਔਰ ਕਰਨੀ ਚਾਹੀਦੀ। ਹਾਂਜੀ, ਜੇ ਨਹੀਂ ਕਰਨਗੇ ਤੇ ਫਿਰ ਤਾਂ ਪਿਛਲੀ ਪਾਰਟੀ ਹੈ ਉਹਨਾਂ ਦੇ ਮੁਤਾਬਕ ਫਿਰ ਕੀ ਹੈ। 50 ਸਾਲਾਂ ਨੂੰ ਲੋਕੀ ਕਹਿਣਗੇ ਮਾਨ ਸਾਹਿਬ ਉਹ ਲਿਸਟ ਦਿਖਾਓ ਜਿਹੜੀ ਤੁਹਾਨੂੰ ਦਿੱਤੀ ਸੀ, ਉਹ ਕਿਹੜੀ ਜੇਬ 'ਚ ਪਾ ਕੇ ਰੱਖੀ? ਬਿਲਕੁਲ, ਇੱਕ ਬੜਾ ਵੱਡਾ ਸਵਾਲ ਖੜਾ ਹੋ ਜਾਣਾ ਭਗਵੰਤ ਮਾਨ ਵਾਸਤੇ, ਇੱਕ ਪ੍ਰੋਬਲਮ ਖੜੀ ਹੋ ਜਾਣੀ ਆ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਲਿਸਟ ਦੇ ਕੇ ਗਏ ਸੀ ਉਹ ਕਿੱਥੇ? ਕਿੱਥੇ, ਤੁਹਾਡੀ ਕਿਹੜੀ ਜੇਬ 'ਚ ਹੈ? ਤੇ ਵੋਟਾਂ ਕਿਉਂ ਕਾਹਦੇ ਵਾਸਤੇ ਮੰਗਦੇ? ਮੈਂ ਉਹੀ ਕਹਿ ਰਿਹਾ ਸੀ ਕਿ ਭਗਵੰਤ ਮਾਨ ਨੂੰ ਇੱਕ ਕਿਤੇ ਉਲਝਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ? ਨਹੀਂ, ਭਗਵੰਤ ਮਾਨ ਜੀ ਬਹੁਤ ਸਟ੍ਰੇਟ ਫਾਰਵਰਡ ਆ, ਬੇਦਾਗ ਨੇ, ਉਹਨਾਂ ਨੂੰ ਕੀ ਉਲਝਾ ਲੈਣਗੇ? ਉਹਨਾਂ ਨੂੰ ਕੀ ਉਲਝਾ ਲੈਣਗੇ? ਜਦੋਂ ਬੰਦਾ ਕਹਿ ਦੇ ਮੈਂ ਓਨੈਸਟ ਹਾਂ ਤੇ ਚਾਹੇ ਸਾਰੇ ਜਿਹੜੇ ਕਰਪਟ ਉਹਦੇ ਉਲਟ ਹੋ ਜਾਣ, ਉਹਦਾ ਕੁਝ ਨਹੀਂ ਕਰ ਸਕਦੇ। ਇੱਕ ਭਗਵੰਤ ਮਾਨ ਦੀ ਗੱਲ ਹੀ ਹੋਈ ਤੇ ਆਪਾਂ ਇਦਾਂ ਕਰ ਲਈਏ ਵੀ ਭਗਵੰਤ ਮਾਨ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਹਲਕੇ ਤੋਂ, ਰਿਜ਼ਾਈਨ ਕਰਨਾ ਪਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬਣਨਾ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਕਰਤਾ, ਉਹ ਸੀਟ ਹੋ ਗਈ ਖਾਲੀ। ਹੁਣ ਉੱਥੇ ਇਲੈਕਸ਼ਨ ਹੋਣੀ ਜੀ। ਰਾਜਨੀਤਿਕ ਪਾਰਟੀਆਂ ਜਿਹੜੀਆਂ ਜਿੱਦਾਂ ਅੱਗੇ ਲੱਗਦੀਆਂ ਡੰਡ ਬੈਠਕਾਂ ਕੱਢ ਕੇ ਤੇ ਮੈਦਾਨ 'ਚ ਆਉਣ ਦੀ ਗੱਲ ਉਹ ਹੈ ਨਹੀਂ ਹੈਗੀ, ਕੋਈ ਵੀ ਪਾਰਟੀ ਨਹੀਂ। ਪਰ
ਅਕਾਲੀ ਜਿਹੜੇ ਸੀਗੇ ਜੀ ਵੱਖਰੇ ਵੱਖਰੇ ਧਿਰਾਂ ਸਾਰੀਆਂ ਸੀ, ਉਹ ਵੀ ਲੱਗਦਾ ਨਹੀਂ ਕਿ ਕੋਈ ਇੱਦਾਂ ਦਾ ਇੱਕ ਸੁਰ ਹੋ ਜਾਣਗੇ। ਹਾਲਾਂਕਿ ਸਭ ਤੋਂ ਪਹਿਲਾਂ ਅਨਾਉਂਸਮੈਂਟ ਜਿਹੜੀ ਸੀ ਸਿਮਰਨਜੀਤ ਸਿੰਘ ਮਾਨ ਨੇ ਕਰ ਦਿੱਤੀ ਕਿ ਭਾਵੇਂ ਤੁਸੀਂ ਮੈਨੂੰ ਵੋਟਾਂ ਨਹੀਂ ਪਾਉਂਦੇ, ਉਹ ਪੱਕੇ ਕੈਂਡੀਡੇਟ ਵੀ ਭਾਵੇਂ ਤੁਸੀਂ ਮੈਨੂੰ ਵੋਟਾਂ ਨਹੀਂ ਪਾਉਂਦੇ, ਉਹ ਲਾਂਭਾ ਦੇ ਦਿੰਦੇ ਕੌਮ ਨੂੰ ਵੀ ਕੌਮ ਜਿਹੜੀ ਆ ਮੈਨੂੰ ਵੋਟਾਂ ਨਹੀਂ ਪਾਉਂਦੀ, ਪਰ ਉਹਨਾਂ ਨੇ ਕਹਿ ਦਿੱਤਾ ਇਲੈਕਸ਼ਨ ਤਾਂ ਮੈਂ ਲੜੂੰਗਾ ਭਾਵੇਂ ਜਿੱਤਾਂ ਭਾਵੇਂ ਹਾਰਾਂ। ਠੀਕ ਹੈ ਜੀ। ਬਾਕੀ ਅਕਾਲੀਆਂ ਦੀ ਕੀ ਮਜਬੂਰੀ ਹੋਊਗੀ ਉਹਨਾਂ ਨੂੰ ਵੋਟ ਕੈਂਡੀਡੇਟ ਸਵੀਕਾਰ ਕਰਨ ਦੀ, ਜਾਂ ਕਾਂਗਰਸ ਵਾਲੇ ਅਜੇ ਕੋਈ ਬੋਲੇ ਹੀ ਨਹੀਂ। ਹਾਂ, ਕਾਂਗਰਸ ਵਾਲਿਆਂ ਨੇ ਵਿੱਚੋਂ ਕਹਿ ਦਿੱਤਾ ਕਿ ਜਿਹੜੇ ਵੀ ਜੇ ਕੈਪਟਨ ਅਮਰਿੰਦਰ ਸਿੰਘ ਜੁਰਤ ਕਰਦੇ ਹੈਗੇ ਆ ਉੱਥੇ ਇਲੈਕਸ਼ਨ ਲੜਨ ਲਈ, ਜਾਂ ਕੋਈ ਹੋਰ ਇੱਦਾਂ ਜੁਰਤ ਕਰਦਾ ਹੈਗਾ, ਤੇ ਉਹਨੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਆ ਉਹ ਕਹਿੰਦੇ ਮੈਂ ਲੜੂੰਗਾ ਇਲੈਕਸ਼ਨ। ਪਤਾ ਨਹੀਂ ਇਹ ਐਵੇਂ ਬਿਆਨਬਾਜ਼ੀ ਜੀ ਹੁੰਦੀ ਹੈ। ਇੱਕ ਇਹਨਾਂ ਦਿਨਾਂ 'ਚ ਇੱਕ ਕੰਧਾਂ 'ਤੇ ਇਸ਼ਤਿਹਾਰ ਲੱਗੇ ਜੀ, ਉਹਦੇ 'ਚ ਆ ਗਿਆ ਕਿ ਭਗਵੰਤ ਮਾਨ ਦੀ ਭੈਣ ਨੂੰ ਟਿਕਟ ਦਿੱਤੀ ਜਾਵੇ, ਅਸੀਂ ਭੈਣ ਨੂੰ ਜਿਹੜਾ ਉਹ ਭਗਵੰਤ ਮਾਨ ਨਾਲੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ। ਉਂਝ ਹਿਸਟਰੀ ਜਿਹੜੀ ਜੀ ਬਹੁਤੀ ਪੁਰਾਣੀ ਨਹੀਂ ਹੈ। ਭਗਵੰਤ ਮਾਨ ਜਦੋਂ ਐਤਕੀ ਇਲੈਕਸ਼ਨ ਲੜੇ ਸੀਗੇ ਸੰਗਰੂਰ ਤੋਂ, ਪਹਿਲਾਂ ਨਾਲੋਂ ਉਹਨਾਂ ਨੂੰ ਵੋਟਾਂ ਘੱਟ ਮਿਲੀਆਂ ਸੀ। ਕੀ ਭਗਵੰਤ ਮਾਨ ਦੀ ਓਨੀ ਪਕੜ ਹੈਗੀ ਆ ਅਜੇ ਵੀ ਸੰਗਰੂਰ ਵਿੱਚ ਕਿ ਕੋਈ ਸਿਚੁਏਸ਼ਨ ਡਾਵਾਂਡੋਲ ਹੋ ਸਕਦੀ? ਆਪਾਂ ਨਾ ਇਹਨੂੰ ਥੋੜਾ ਜਿਹਾ ਮੈਥਡ ਆਫ ਐਲੀਮੀਨੇਸ਼ਨ ਨਾਲ ਐਨਾਲਿਸਿਸ ਕਰ ਲੈਂਦੇ ਹਾਂ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਮੇਰਾ ਖਿਆਲ ਇੱਕ ਮੀਟਿੰਗ ਹੋਈ ਆ, ਉਹਨਾਂ ਨੇ ਕੋਈ ਕੈਂਡੀਡੇਟ ਜਿਹੜਾ ਵੇਖੋ ਨਾ, ਕੈਂਡੀਡੇਟ ਦਾ ਅਨਾਉਂਸ ਕਰਨ ਦਾ ਟਾਈਮ ਹੈ, ਕਿੰਨਾ ਟਾਈਮ ਰਹਿ ਗਿਆ, ਗਿਣਤੀ ਦੇ ਤਾਂ ਦਿਨ ਨੇ। ਤਾਂ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ 4 ਮੈਂਬਰੀ, ਉਹਦੇ 'ਚ ਮੇਰਾ ਖਿਆਲ ਨੇ ਪ੍ਰੇਮ ਸਿੰਘ ਜੀ ਚੰਦੂਮਾਜਰਾ ਨੇ ਤੇ ਮਲੂਕਾ ਸਾਹਿਬ ਨੇ, 2 ਹੋਰ ਮੈਂਬਰ ਨੇ। ਉਹਨਾਂ ਨੂੰ ਇਹ ਆਥੋਰਾਈਜ਼ ਕੀਤਾ ਵੀ ਤੁਸੀਂ ਦੂਜੀਆਂ ਧਿਰਾਂ ਨਾਲ ਜਾ ਕੇ ਗੱਲ ਕਰੋ। ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਸੇ ਟਾਈਮ ਸਾਰੀਆਂ ਸੀਟਾਂ ਜਿੱਤਦਾ ਸੀਗਾ, ਉਹਦੇ ਵੱਲੋਂ ਟਿਕਟ ਦਿੱਤੀ, ਉਹਦੇ ਵੱਲੋਂ ਇੱਕ ਕਮੇਟੀ ਬਣਾਈ ਜਾਵੇ ਤਾਂ ਉਹ ਜਾ ਕੇ ਗੱਲ ਕਰੇ ਵੀ ਕੈਂਡੀਡੇਟ ਕਿਹੜਾ ਹੈਗਾ, ਫਿਰ ਉਹਦੇ ਤੇ ਕੋਈ ਸਹਿਮਤੀ ਬਣਾਈ ਜਾਵੇ। ਇਹਦਾ ਮਤਲਬ ਕਿ ਦੇ ਆਰ ਔਨ ਦੀ ਬੈਕ ਫੁੱਟ। ਰਹੀ ਗੱਲ ਬੀਜੇਪੀ ਦੀ, ਬੀਜੇਪੀ ਵਾਲੇ ਪਹਿਲਾਂ ਕਹਿੰਦੇ ਸੀ ਜੀ ਅਸੀਂ ਇਕੱਲੇ ਆਵਾਂਗੇ, ਤੇ ਹੁਣ ਪਿੱਛੇ ਜੇ ਪਤਾ ਲੱਗ ਰਿਹਾ ਕਿ ਪਰਮਿੰਦਰ ਸਿੰਘ ਜੀ ਢੀਂਡਸਾ ਜਿਹੜੇ ਹੈਗੇ ਆ, ਦੇਖੋ ਢੀਂਡਸਾ ਸਾਹਿਬ ਕਾਫੀ ਦੇਰ ਤੋਂ ਨਾਰਾਜ਼ ਨੇ ਵੀ ਮੈਂ ਸਾਰਾ ਕੁਝ ਤਾਂ ਦਾਅ ਤੇ ਲਾ ਕੇ ਤੁਹਾਡੇ ਕੋਲੇ ਆਇਆ। ਸੁਨੀਲ ਜਾਖੜ ਦਾ ਨਾਮ ਵੀ ਆਇਆ ਸੀ। ਹਾਂਜੀ, ਸੁਨੀਲ ਜਾਖੜ ਦਾ ਨਾਮ ਵੀ ਆਇਆ ਸੀ ਵੀ ਸ਼ਾਇਦ ਉਹਨਾਂ ਨੂੰ, ਹਾਂ, ਵੀ ਜਾਂ ਸੁਨੀਲ ਜਾਖੜ ਵੀ ਉਹਨਾਂ ਦੇ ਵਿੱਚੋਂ ਕਿਸੇ ਨੂੰ ਲੈ ਕੇ ਆਇਆ। ਮਤਲਬ ਕਿ ਉਹਨਾਂ ਕੋਲੇ ਕੋਈ ਇਸ ਟਾਈਮ ਬੀਜੇਪੀ ਕੋਲੇ ਕੋਈ ਕੈਂਡੀਡੇਟ ਸੋਲਿਡ ਕੈਂਡੀਡੇਟ ਨਹੀਂ ਹੈਗਾ। ਹੋਰ ਉੱਥੇ ਪਾਰਟੀ ਕਿਹੜੀ ਹੈ? ਆਮ ਆਦਮੀ ਪਾਰਟੀ ਰਹੇਗੀ। ਮੈਥਡ ਆਫ ਐਲੀਮੀਨੇਸ਼ਨ ਇਹ ਦੱਸਦਾ ਕਿ ਆਮ ਆਦਮੀ ਪਾਰਟੀ ਉੱਥੇ ਹਾਵੀ ਹੈ, ਭਾਵੇਂ ਵੋਟਾਂ 5 ਨਾਲ ਜਿੱਤੇ, ਮੌਜੂਦਾ ਸਰਕਾਰ ਵੀ ਉਹਦਾ ਅਸਰ ਵੀ ਹੁੰਦਾ। ਉਹੀ ਨਾ, ਸਾਰੇ ਐਮਐਲਏ ਉਹਨਾਂ ਦੇ ਤਕਰੀਬਨ ਉੱਥੇ ਹੈਗੇ ਆ, ਸਾਰੇ ਮਿਨਿਸਟਰ ਉੱਥੇ ਹੈਗੇ ਆ। ਤੋ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹ ਛੇਤੀ ਕੀਤੇ ਸੀਟ ਨਹੀਂ ਹਾਰਦੀ। ਠੀਕ ਹੈ ਨਾ, ਬਿਲਕੁਲ। ਤਾਂ ਮੈਥਡ ਆਫ ਐਲੀਮੀਨੇਸ਼ਨ ਵੀ ਇਹੀ ਦੱਸਦਾ ਕਿ ਦੂਜੀਆਂ ਪਾਰਟੀਆਂ ਕੋਲੇ ਕੋਈ ਨਾ ਤਾਂ ਪ੍ਰੋਗਰਾਮ ਹੈਗਾ, 2 ਮਹੀਨੇ ਦੀ ਕੋਈ ਐਂਟੀ ਇਨਕੰਬੈਂਸੀ ਨਹੀਂ ਹੈਗੀ ਇਹਨਾਂ ਦੇ ਵਿਰੁੱਧ। ਤਾਂ ਜੇ ਤੱਕੜੀ 'ਚ ਪਾ ਕੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਪਲੜਾ ਜਿਹੜਾ ਭਾਰੀ ਹੈ। ਦੂਜੀਆਂ ਪਾਰਟੀਆਂ ਤੇ ਬੌਂਦਲੀਆਂ ਹੋਈਆਂ ਜੀ, ਅਜੇ ਤੱਕ ਉਹ ਕਹਿ ਲਓ ਵੀ ਦੁਬਾਰਾ ਪਹਿਲੀ ਵਾਰੀ ਸਥਿਤੀ ਵਿੱਚ ਆਈਆਂ ਹੀ ਨਹੀਂ। ਪਰਮਿੰਦਰ ਸਿੰਘ ਢੀਂਡਸਾ ਕਿੰਨਾ ਕੁ ਲੜ ਸਕਦੇ ਨੇ ਉੱਥੇ? ਬਿਲਕੁਲ, ਜਿਹੜੀ ਸਥਿਤੀ ਇਸ ਕਿਸਮ ਦੀ ਹੈਗੀ ਆ। ਜਾਂ ਜਾਖੜ ਸਾਹਿਬ ਤਾਂ ਮੇਰਾ ਖਿਆਲ ਐਗਰੀ ਨਹੀਂ ਕਰਨਗੇ ਉੱਥੇ ਜਾਣ ਨੂੰ, ਕਿਉਂਕਿ ਕੱਲ ਤਾਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਆ ਤੇ ਦੇਰ ਆਰ ਸੋ ਮੈਨੀ ਕੁਐਸਚਨਸ ਟੂ ਮਿਸਟਰ ਜਾਖੜ ਕਿ ਜੀ ਤੁਸੀਂ ਬੀਜੇਪੀ ਦੇ ਉੱਪਰ ਕਿਸਾਨਾਂ ਬਾਰੇ ਤੁਹਾਡਾ ਕੀ ਵਿਚਾਰ ਹੈਗਾ, ਔਰ ਨਵੇਂ ਕਾਨੂੰਨ ਬਣ ਰਹੇ ਹੈਗੇ ਆ। ਤੋ ਜੋ ਆਈਡੀਆਲੋਜੀ ਬੀਜੇਪੀ ਦੀ ਆ ਉਹ ਜਾਖੜ ਸਾਹਿਬ ਦੀ ਆਈਡੀਆਲੋਜੀ ਕਦੇ ਨਹੀਂ ਸੀ, ਮੈਚ ਹੀ ਨਹੀਂ ਕਰਦੀ, ਅਜੇ ਵੀ ਨਹੀਂ ਕਰਦੀ। ਤੇ ਉਹ ਆਈਡੀਆਲੋਜੀ ਲੈ ਕੇ ਇਲੈਕਸ਼ਨ ਹਾਰਨਾ, ਤੇ ਤੁਹਾਨੂੰ ਯਾਦ ਹੋਣਾ ਕਿ ਜਾਖੜ ਸਾਹਿਬ ਇੱਕ ਵਾਰੀ ਪਹਿਲਾ ਇਲੈਕਸ਼ਨ ਗੁਰਦਾਸਪੁਰ ਤੋਂ ਹਾਰ ਚੁੱਕੇ ਹੈਗੇ ਆ। ਤੋ ਆਪਦਾ ਕੈਰੀਅਰ ਜਿਹੜਾ ਫਿਰ ਉਹ ਜਿਹੜੇ ਪੋਸਟਰ ਲੱਗੇ ਜੀ ਉਹਨਾਂ ਦਾ, ਉਹ ਹੁਣ ਮੈਂ ਉਧਰ ਆਉਣਾ ਪੋਸਟਰ ਵਾਲੀ ਗੱਲ ਜਿਹੜਾ ਹੈਗਾ। ਦੇਖੋ ਇਮੋਸ਼ਨਲ ਹੁੰਦੇ ਆ, ਇਮੋਸ਼ਨਲ ਜਦੋਂ ਤੁਹਾਡਾ ਸਰਕਾਰ ਬਣਦੀ ਆ, ਚੀਫ ਮਿਨਿਸਟਰ ਦੇ ਬਹੁਤ ਸਪੋਰਟਰ ਹੁੰਦੇ ਹੈਗੇ ਆ, ਇਮੋਸ਼ਨ ਲੱਗੇ ਆ ਬੀਬੀ ਜੀ ਦੇ, ਉਹਨਾਂ ਦੀ ਸਿਸਟਰ ਦੇ, ਵੀ ਅਸੀਂ ਇਹਨਾਂ ਨੂੰ ਜਿਤਾ ਦਿਆਂਗੇ। ਇੱਥੇ ਨਾ ਇੱਕ ਇਹਨਾਂ ਦਾ ਲਿਟਮਸ ਟੈਸਟ ਹੈ ਕਿ ਕੀ ਇਸ ਨੂੰ ਤੁਸੀਂ ਡਾਇਨੈਸਟਿਕ ਪੋਲਿਟਿਕਸ ਬਣਾਓਗੇ, ਕਿ ਭਰਾ ਚੀਫ ਮਿਨਿਸਟਰ ਹੋਊਗਾ ਤੇ ਭੈਣ ਜਿਹੜੀ ਹੈਗੀ ਪਾਰਲੀਮੈਂਟ 'ਚ ਹੋਊਗੀ, ਤੇ ਫਿਰ ਤੁਸੀਂ ਕਾਂਗਰਸ ਨੂੰ ਇਹੀ ਗੱਲ ਕਹਿੰਦੇ ਰਹੇ ਹੈਗੇ। ਇਹ ਡਿਸਾਈਡ ਕਰਨਾ ਲੀਡਰਸ਼ਿਪ ਵਾਸਤੇ ਮੈਨੂੰ ਲੱਗਦਾ ਬਹੁਤ ਔਖਾ। ਇੱਕ ਇਹਦੇ ਨਾਲ ਜੋੜ ਕੇ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਜੀ। ਕਈ ਵਾਰੀ ਲੱਗਦਾ ਹੁੰਦਾ ਵੀ ਜਿਹੜੇ 92 ਐਮਐਲਏ ਬਣੇ ਆ ਉਹਨਾਂ ਦਾ ਕੋਈ ਪਿਛੋਕੜ ਕੁਝ ਝੱਤ ਦੀ ਤੁਸੀਂ ਕੋਸ਼ਿਸ਼ ਕਰੋ, ਕੋਈ ਬਹੁਤ ਸਟਰੋਂਗ ਨਹੀਂ ਹੈ। ਠੀਕ, ਜਿਹਨੂੰ ਟਿਕਟ ਦੇਤੀ ਉਹ ਜਿੱਤ ਗਿਆ। ਇੱਕ ਹਨੇਰੀ ਜੀ ਸੀ, ਹਵਾ ਜੀ ਸੀ। ਹੁਣ ਤੁਸੀਂ ਦੇਖੋ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ 5 ਮੈਂਬਰ ਬਣਾ ਕੇ ਭੇਜੇ ਜੀ, ਇੰਨਾ ਕਿੰਤੂ ਪਰੰਤੂ ਹੋਇਆ। 5 ਦੇ ਵਿੱਚੋਂ ਪੰਜਾਬ ਨਾਲ ਜਿਹੜਾ ਲਿੰਕ ਕਿੱਦਾਂ ਜੋੜਨ ਦੀ ਗੱਲ, ਵੀ ਜਿਹੜੇ 2 ਹੈਗੇ ਵੀ ਆ
ਉਹ ਕਿੰਨੇ ਕੁ ਪੰਜਾਬ ਲਈ ਕੰਟਰੀਬਿਊਟ ਕਰ ਸਕੇ ਹੈ ਤਾਂ ਕਿੱਦਾਂ। ਹੁਣ ਇੱਕ ਨਵਾਂ ਇਸ਼ੂ ਜਿਹੜਾ ਉਹ ਸ਼ੁਰੂ ਹੋ ਗਿਆ ਜੀ। 2 ਕੈਂਡੀਡੇਟ ਹੋਰ 2 ਮੈਂਬਰ ਹੋਰ ਰਾਜ ਸਭਾ 'ਚ ਜਾਣੇ ਸੀ। 2 ਮੈਂਬਰਾਂ ਨੂੰ ਨਾਮਜ਼ਦ ਕਰਤਾ ਗਿਆ ਜੀ, 2 ਸ਼ਖਸੀਅਤਾਂ ਨੂੰ। ਇੱਕ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ, ਇੱਕ ਜਿਹੜੇ ਸੀਗੇ ਵਿਕਰਮਜੀਤ ਸਿੰਘ ਸਾਹਨੀ ਸਾਹਿਬ ਦਿੱਲੀ ਵਾਲੇ। ਦੋਨਾਂ ਦੀ ਆਪਣੇ ਆਪਣੇ ਖੇਤਰ ਵਿੱਚ ਕੰਟਰੀਬਿਊਸ਼ਨ ਨੂੰ ਕਢਾ ਕੇ ਨਹੀਂ ਵੇਖਿਆ ਜਾ ਸਕਦਾ ਜੀ। ਠੀਕ ਹੈ ਜੀ। ਹੁਣ ਬਾਬੇ ਬਲਬੀਰ ਸਿੰਘ ਦੀ ਗੱਲ ਕਰਦੇ ਜੀ, ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਉਦੋਂ ਤੋਂ ਜਾਣਦਾ ਜਦੋਂ ਬਿਗਨਿੰਗ ਸਟੇਜ ਤੇ ਸੀ, ਵੈਰੀ ਫਸਟ ਡੇ ਤੋਂ ਮੈਂ ਜਾਣਦਾ ਜੀ। 1984 ਵਿੱਚ ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਜੀ, ਤੇ ਸਾਰੀਆਂ ਬੱਸਾਂ ਗੱਡੀਆਂ ਤਾਂ ਬੰਦ ਹੋ ਗਈਆਂ ਸੀਗੀਆਂ। ਮੈਂ ਇੱਕ ਟੈਂਪੂ ਜਿਹਾ ਤੇ ਚੜ੍ਹ ਕੇ ਪਹੁੰਚਿਆ, ਆਪਣੇ ਘਰ ਆਉਣਾ ਸੀਗਾ, ਕਿਉਂਕਿ ਮੇਰਾ ਟਾਊਨ ਵੀ ਸੀਚੇਵਾਲ ਪਿੰਡ ਦੇ ਨੇੜੇ ਆ, ਜਾਂ ਕਹਿ ਲਓ ਵੀ ਸੀਚੇਵਾਲ ਸਾਡੇ ਟਾਊਨ ਦੇ ਨੇੜੇ ਆ। ਤੇ ਉਹ ਜਿਹੜਾ ਸੀਗਾ ਟੈਂਪੂ ਡਰਾਈਵਰ, ਉਹ ਕਹਿੰਦਾ ਜੀ ਮੇਰਾ ਡੈਸਟੀਨੇਸ਼ਨ ਆ, ਇਹ ਤੋਂ ਅੱਗੇ ਤੁਸੀਂ ਜਾਣਾ, ਤੁਹਾਡਾ ਕੰਮ ਜਾਣਾ, ਮੈਂ ਇਹ ਤੋਂ ਅੱਗੇ ਨਹੀਂ ਜਾ ਸਕਦਾ। ਤੇ ਹਾਲਾਤ ਬੜੇ ਟੈਂਸ ਸੀਗੇ ਜੀ। ਪਹਿਲੀ ਵਾਰੀ ਮੈਂ ਸੀਚੇਵਾਲ ਉਦੋਂ ਗਿਆ। ਉਸ ਤੋਂ ਬਾਅਦ ਸੀਚੇਵਾਲ ਮੈਂ ਕਦੋਂ ਗਿਆ ਜੀ, ਜਦੋਂ ਬਾਬੇ ਸੀਚੇਵਾਲ ਦਾ ਬਹੁਤ ਸਾਰਾ ਵਿਰੋਧ ਕੀਤਾ ਕਿ ਇਹਨਾਂ ਨੇ, ਜਿਨ੍ਹਾਂ ਕੋਲੋਂ ਉਹਨਾਂ ਨੇ ਜ਼ਮੀਨਾਂ ਛਡਵਾਈਆਂ, ਰਸਤੇ ਜਿਹੜੇ ਸੀਗੇ ਪਹੀਆਂ ਜਿਹੀਆਂ ਬਣ ਗਈਆਂ, 4 ਫੁੱਟ 5 ਫੁੱਟ ਦੀ ਪਹੀ ਬਣ ਗਈ, ਜਦੋਂ ਕਿ ਉਹ ਰਸਤਾ 60 ਫੁੱਟ ਦਾ ਸੀਗਾ। ਕਈ ਸੜਕਾਂ 60 ਤੋਂ ਵੀ ਜ਼ਿਆਦਾ ਚੌੜੀਆਂ ਸੀਗੀਆਂ, ਪਰ ਆਸੇ-ਪਾਸੇ ਕਿਸਾਨਾਂ ਨੇ ਵਾਹੀਆਂ ਹੋਈਆਂ ਸੀ। ਉਹਨਾਂ ਨੇ ਵੱਡੀ ਦੁਸ਼ਮਣੀ ਮੁੱਲ ਲੈ ਲਈ ਉਹਨਾਂ ਲੋਕਾਂ ਦੇ ਨਾਲ ਕਿ ਸਾਡੀਆਂ ਜ਼ਮੀਨਾਂ ਛਡਵਾਈਆਂ ਜਾ ਰਹੀਆਂ। ਪਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਜਿਹੜੀ ਲੋਕਾਂ ਦੇ ਰਾਹ ਵਾ, ਤੁਸੀਂ ਇਹਨੂੰ ਜ਼ਬਰਦਸਤੀ ਦੱਬ ਨਹੀਂ ਸਕਦੇ। ਉਹਨਾਂ ਨੇ ਕੁਝ ਸਰਕਾਰ ਦੀ ਮਦਦ ਲਈ, ਕੁਝ ਆਪਣੇ ਪੈਰੋਕਾਰਾਂ ਦੀ ਮਦਦ ਲਈ, ਕੁਝ ਇਨਫਲੂਐਂਸ ਆਪਣਾ ਵਰਤਿਆ, ਲੋਕਾਂ ਨਾਲ ਵੀ ਸਹਿਮਤੀ ਲੈ ਕੇ ਉਹ ਸੜਕਾਂ ਖਾਲੀ ਕਰਵਾ ਲਈਆਂ, ਵਿਹਲੀਆਂ ਕਰਵਾ ਲਈਆਂ, ਤੇ ਉਹ ਮਸ਼ਹੂਰ ਹੋ ਗਏ ਕਿ ਸੜਕਾਂ ਵਾਲੇ ਬਾਬੇ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਸੀਗਾ ਡੇਰਾ ਉਹ ਸੁਲਤਾਨਪੁਰ ਲੋਧੀ ਬਣਾ ਲਿਆ ਤੇ ਪ੍ਰੋਜੈਕਟ ਉਲੀਕ ਲਿਆ ਕਿ ਇਹ ਜਿਹੜੀ ਵੇਈ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਆ, ਪਵਿੱਤਰ ਵੇਈ ਆ, ਔਰ ਇਹਦੇ ਤੇ ਸਾਰੇ ਸ਼ਹਿਰਾਂ ਦਾ ਗੰਦ ਪੈ ਰਿਹਾ, ਇੰਡਸਟਰੀ ਦਾ ਗੰਦ ਪੈ ਰਿਹਾ, ਸੀਵਰ ਪੈ ਰਿਹਾ ਸੀ, ਈਵਨ ਸੁਲਤਾਨਪੁਰ ਲੋਧੀ ਦਾ ਸੀਵਰ ਵਿੱਚ ਪੈ ਰਿਹਾ ਸੀ, ਵੀ ਮੈਂ ਇਹਨੂੰ ਪਵਿੱਤਰਤਾ ਇਹਦੀ ਕਾਇਮ ਕਰਨੀ, ਬਣਾਉਣੀ। ਉਹਦਾ ਕਰਕੇ ਅੱਜ ਉਹਨਾਂ ਦਾ ਨਾਂ ਇੱਕ ਵਾਤਾਵਰਨ ਪ੍ਰੇਮੀ ਦੇ ਤੌਰ ਤੇ ਪੂਰੇ ਸੰਸਾਰ ਵਿੱਚ ਜਾਣਿਆ ਜਾਂਦਾ। ਰਾਸ਼ਟਰਪਤੀ ਅਬਦੁਲ ਕਲਾਮ ਉੱਥੇ ਆਏ ਸੀ ਉਹਨਾਂ ਦਾ ਪ੍ਰੋਜੈਕਟ ਵੇਖਣ ਵਾਸਤੇ ਖੁਦ ਆਪ। ਹੁਣ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ ਗਿਆ ਜੀ, ਪਰ ਕਿੰਤੂ ਪਰੰਤੂ ਉਹਨਾਂ ਤੇ ਨਹੀਂ ਹੋਇਆ। ਕਿੰਤੂ ਪਰੰਤੂ ਵਿਕਰਮਜੀਤ ਸਿੰਘ ਸਾਹਨੀ ਤੇ ਵੀ ਨਹੀਂ ਹੋਇਆ, ਕਿਉਂਕਿ ਉਹ ਵੀ ਐਜੂਕੇਸ਼ਨ ਸਿਸਟਮ ਦੇ ਵਿੱਚ ਬੜਾ ਉਹਨਾਂ ਦਾ ਕੰਟਰੀਬਿਊਸ਼ਨ ਹੈਗੀ। ਕਿੰਤੂ ਪਰੰਤੂ ਇਹ ਹੋ ਰਿਹਾ ਕਿ ਇਹ ਦੋਨੋਂ ਸ਼ਖਸੀਅਤਾਂ ਜਿਹੜੀਆਂ ਵਾ, ਇਹ ਤਾਂ ਇੱਕ ਸਨਮਾਨਯੋਗ ਹੈ, ਤੇ ਇਹਨਾਂ ਨੂੰ ਤਾਂ ਨੋਮੀਨੇਸ਼ਨ ਸਰਕਾਰ ਵੱਲੋਂ ਜਾਂ ਕਹਿ ਲਓ ਵੀ ਸਰਕਾਰ ਰਾਸ਼ਟਰਪਤੀ ਰਾਹੀਂ ਜਿਹੜੀ ਸੀ ਹੋ ਜਾਣੀ ਚਾਹੀਦੀ ਸੀ। ਕੀ ਆਮ ਆਦਮੀ ਪਾਰਟੀ ਦੇ ਕੋਲ ਉਹ ਵਿਅਕਤੀਆਂ ਦੀ ਘਾਟ ਹੈ ਜਿਹੜੇ ਪਾਰਲੀਮੈਂਟ ਵਿੱਚ ਜਾਂ ਰਾਜ ਸਭਾ 'ਚ ਘੱਟੋ ਘੱਟ ਜਾ ਕੇ ਬੋਲ ਸਕਣ? ਐਮਪੀ ਸਿੰਘ ਜੀ, ਤੁਹਾਡੀ ਗੱਲ ਨਾ, ਇੱਕ ਇਹਦਾ ਪੋਲੀਟੀਕਲ ਐਂਗਲ ਹੈ ਤੇ ਇੱਕ ਇਹਦਾ ਪਰਸੈਪਸ਼ਨ ਲੋਕਾਂ ਦਾ ਇਹਦੇ ਬਾਰੇ ਜਿਹੜਾ ਹੈਗਾ। ਪੋਲੀਟੀਕਲ ਐਂਗਲ ਤਾਂ ਇਹ ਹੁੰਦਾ ਹੈਗਾ ਕਿ ਬਹੁਤ ਜਿਹੜਾ ਸਟਰੋਂਗ ਕੈਂਡੀਡੇਟ ਆ ਪਾਰਟੀ ਦਾ, ਉਹਨੂੰ ਭੇਜਿਆ ਜਾਂਦਾ, ਤੇ ਜਾਂ ਬਹੁਤ ਵੀਕ ਕੈਂਡੀਡੇਟ ਆ ਜਿਹੜਾ ਹਾਰੀ ਜਾਂਦਾ ਵਾਰ-ਵਾਰ ਵੀ, ਉਹਨੂੰ ਭੇਜਿਆ ਜਾਂਦਾ। ਤੁਸੀਂ ਦੇਖਿਆ ਜਿਹੜਾ ਵੀ 2 ਬੰਦੇ ਰਿਟਾਇਰ ਹੋਏ ਆ, ਜਿਨ੍ਹਾਂ ਦੀ ਥਾਂ ਤੇ ਜਾਣਾ ਇਹਨਾਂ ਨੇ, ਬਲਵਿੰਦਰ ਸਿੰਘ ਭੂੰਦੜ ਹੈ, ਤੁਹਾਨੂੰ ਪਤਾ ਵੀ ਅਕਾਲੀ ਦਲ ਦੇ ਵਿੱਚ, ਉਹ ਸਾਰੀ ਉਮਰ ਉੱਥੇ ਰਹੇ, ਰਾਜ ਸਭਾ 'ਚ ਰਹੇ ਨੇ। ਉਹ ਇੱਕ ਉਹਨਾਂ ਨੂੰ ਦੇ ਰੱਖਿਆ ਸੀਗਾ ਵੀ ਇਹ ਜਗ੍ਹਾ ਹੈਗੀ ਆ। ਸਰਦਾਰ ਸੁਖਦੇਵ ਸਿੰਘ ਢੀਂਡਸਾ ਸੀਗੇ, ਉਹ ਵੀ ਉੱਥੇ ਕਾਫੀ, ਠੀਕ ਹੈ ਨਾ। ਬਹੁਤ ਐਕਟਰ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਨਹੀਂ ਸੀ ਕਿਤੇ, ਤੇ ਉਹਨਾਂ ਨੇ ਸਰਕਾਰਾਂ ਨੇ ਇੱਧਰ ਉੱਧਰ ਕਰਕੇ ਉੱਥੇ ਕਰ ਨਹੀਂ ਜੀ। ਡਾਕਟਰ ਮਨਮੋਹਨ ਸਿੰਘ ਹਮੇਸ਼ਾ ਰਾਜ ਸਭਾ 'ਚ ਰਹੇ। ਡਾਕਟਰ ਮਨਮੋਹਨ ਸਿੰਘ ਹਮੇਸ਼ਾ ਇਲੈਕਸ਼ਨ ਦੀ ਲੜੀ ਸੀ, ਹਾਰ ਗਏ। ਲੇਟੈਸਟ ਹੁੰਦੇ ਕਾਂਗਰਸ ਛੱਡ ਕੇ ਕਪਿਲ ਸਿੱਬਲ, ਹਾਂਜੀ, ਕਿੱਡੇ ਸੀਨੀਅਰ ਮੋਸਟ ਐਡਵੋਕੇਟ, ਯੂਪੀ ਤੋਂ ਜਾ ਰਹੇ, ਉਹ ਕਹਿੰਦੇ ਸਮਾਜਵਾਦੀ ਪਾਰਟੀ ਮੈਂ ਉੱਥੇ ਇੰਡੀਪੈਂਡੈਂਟ ਮੈਂਬਰ ਹੈਗਾ। ਜਿਹੜੀ ਨਾ ਰਾਜ ਸਭਾ ਦੀ ਵਰਕਿੰਗ ਹੈਗੀ ਆ, ਇਹ ਲੋਕ ਸਭਾ ਦੀ ਵਰਕਿੰਗ ਨਾਲੋਂ ਬਿਲਕੁਲ ਡਿਫਰੈਂਟ ਹੈਗੀ ਆ। ਇਹ 2 ਬੰਦਿਆਂ ਦੀ ਜਿਹੜੀ ਸਿਲੈਕਸ਼ਨ ਆ, ਹਰ ਬੰਦੇ ਦੀ ਆਪਦੀ ਇਹਦੇ ਤੇ ਵਿਊ ਪੁਆਇੰਟ ਆ, ਪਰਸੈਪਸ਼ਨ ਹੋ ਸਕਦੀ ਹੈਗੀ ਆ। ਮੇਰੀ ਪਰਸੈਪਸ਼ਨ ਇਹਦੇ ਤੇ ਹੈ ਕਿ ਇਹ ਦੋਨੋਂ ਪਦਮ ਸ਼੍ਰੀ ਨੇ। ਪਦਮ ਸ਼੍ਰੀ ਜਿਹੜੇ ਬੰਦੇ ਨੂੰ ਮਿਲਦਾ ਹੈਗਾ, ਉਹਦੀਆਂ ਸਾਰੀਆਂ ਸਰਵਿਸਿਜ਼ ਜਿਹੜੀਆਂ ਪਿਛਲੀਆਂ ਉਹਦੀਆਂ ਜਿਹੜੀ ਕਾਰਗੁਜ਼ਾਰੀ ਤੇ ਸਨਮਾਨ ਦਿੱਤਾ ਜਾਂਦਾ, ਔਰ ਉਹ ਬੇਦਾਗ ਆ ਬੰਦਾ, ਉਹਦੇ ਤੇ ਕੋਈ ਐਸਾ ਦਾਗ ਨਹੀਂ ਹੈਗਾ। ਸਾਨੀ ਸਾਹਿਬ ਦੀ ਵੀ ਕੰਟਰੀਬਿਊਸ਼ਨ ਨਹੀਂ ਜੀ, ਉਹਨਾਂ ਦੀ ਸ਼ਖਸੀਅਤ ਤੇ ਕੋਈ ਕਿੰਤੂ ਪਰੰਤੂ ਨਹੀਂ ਕਿਸੇ ਨੇ ਕੀਤਾ ਹੁਣ ਤੱਕ। ਹੁਣ ਇਹਨੇ ਤੇ ਜਿਹੜੀ ਪੋਲੀਟੀਕਲ ਗੱਲ ਕਰਦੇ ਸੀ ਵੀ ਜੇ ਤਾਂ ਇੱਥੇ 2 ਬੰਦੇ ਪੋਲੀਟੀਕਲ ਭੇਜ ਦਿੰਦੇ
ਤਾਂ ਫਿਰ ਉਹਨਾਂ ਨੇ ਕਹਿਣਾ ਸੀਗਾ ਜੀ ਇਹ ਦੋ ਬੰਦੇ ਤਾਂ ਪੋਲੀਟੀਕਲ ਭੇਜਤੇ ਤੇ ਇਹਨਾਂ ਨੇ ਸੀਚੇਵਾਲ ਸਾਹਿਬ ਨੂੰ ਨਹੀਂ ਭੇਜਿਆ ਤੇ ਕਿਸਾਨਾਂ ਦੇ ਜਿਹੜੇ ਲੀਡਰ ਸੀ ਲੱਖੋਵਾਲ ਸਾਹਿਬ ਬੈਠੇ ਸੀਗੇ ਉਹਨਾਂ ਨੂੰ ਨਹੀਂ ਭੇਜਿਆ। ਆਪੋਜੀਸ਼ਨ ਨੇ ਇਹ ਗੱਲ ਕਰਨੀ ਹੈਗੀ ਆ, ਪਰ ਜਿਹੜੀ ਪੋਲੀਟੀਕਲ ਪਾਰਟੀ ਹੁੰਦੀ ਆ ਉਸਨੇ ਆਪਦਾ ਨਾ ਵੋਟ ਬੈਂਕ ਜ਼ਰੂਰ ਦੇਖਣਾ ਹੁੰਦਾ। ਜੇ ਉਹ ਵੋਟ ਬੈਂਕ ਨਹੀਂ ਦੇਖਦੇ ਨਹੀਂ ਤਾਂ ਫਿਰ ਹਾਰ ਜਾਣਗੇ ਉਹ। ਤਾਂ ਇੱਕ ਵੋਟ ਬੈਂਕ ਜਿਹੜਾ ਹੈਗਾ ਦਿੱਲੀ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਟੈਕਟ ਇਸ ਕਰਕੇ ਹੁੰਦਾ ਕਿ ਸਾਨੀ ਸਾਹਿਬ ਸਿੱਖ ਨੇ। ਇਹ ਕਹੀ ਜਾਂਦੇ ਵੀ ਸਿੱਖ ਕੋਈ ਮਿਨਿਸਟਰ ਨਹੀਂ ਹੈ ਉੱਥੇ, ਉਹਨਾਂ ਦੀ ਕੈਬਨਿਟ ਦੇ ਵਿੱਚ ਬੜਾ ਚਾਰਜ ਲਾਉਂਦੇ ਉੱਥੇ। ਤਾਂ ਕੁਝ ਚੀਜ਼ਾਂ ਨਾ ਉਸ ਐਂਗਲ ਤੋਂ ਵੀ ਕਵਰ ਕਰਨੀਆਂ ਹੁੰਦੀਆਂ। ਤਾਂ ਬਾਕੀ ਰਹੀ ਗੱਲ ਕਿ ਰਾਜ ਸਭਾ ਦੇ ਵਿੱਚ ਜਾ ਕੇ ਬੰਦਾ ਕਿੰਨਾ ਕੰਮ ਕਰਦਾ, ਕਿੰਨੀ ਮਿਹਨਤ ਕਰਦਾ, ਇਹ ਉਹਦਾ ਪੋਟੈਂਸ਼ੀਅਲ ਹੈ। ਇਹਨਾਂ ਦੋਨਾਂ ਬੰਦਿਆਂ ਦਾ ਨਾ ਪੋਟੈਂਸ਼ੀਅਲ ਐਜ਼ ਪੋਲੀਟੀਕਲ, ਕਿਉਂਕਿ ਇਹਨਾਂ ਦੀਆਂ ਮੈਂ ਦੇਖਿਆ ਸੋਸ਼ਲ ਕਮੈਂਟ ਵੀ ਸੀਚੇਵਾਲ ਸਾਹਿਬ ਦਾ ਤਾਂ ਸਮਟਾਈਮਸ ਸੋ ਕ੍ਰਿਪਟਿਡ ਦੈਨ ਐਜ਼ ਪੋਲੀਟੀਕਲ। ਇੱਕ ਗੱਲ ਜੇ ਕਹਿੰਦੇ ਸੀਗੇ ਸੋਸ਼ਲ ਵੀ ਕਹਿੰਦੇ ਸੀਗੇ ਤਾਂ ਉਹਦੇ ਪੋਲੀਟੀਕਲ ਰੈਮੀਫਿਕੇਸ਼ਨਸ ਬਹੁਤ ਹੁੰਦੀਆਂ ਸੀਗੀਆਂ ਤੇ ਸਾਰੀਆਂ ਸਰਕਾਰਾਂ ਡਰਦੀਆਂ ਸੀਗੀਆਂ ਵੀ ਸੀਚੇਵਾਲ ਸਾਹਿਬ ਨੇ ਕਹਿਤਾ। ਜੋ ਕਹਿੰਦੇ ਵੀ ਪੰਜਾਬ ਸਰਕਾਰ এনवायरमेंट ਬਾਰੇ ਸੀਰੀਅਸ ਨਹੀਂ ਹੈ ਤੇ ਕੋਈ ਛੋਟਾ ਕਮੈਂਟ ਥੋੜੋ, ਬਹੁਤ ਵੱਡਾ ਕਮੈਂਟ ਹੈ। ਜੇ ਰਾਜ ਸਭਾ 'ਚ ਕਹਿ ਦੇਣ ਵੀ ਸਾਰੀਆਂ ਸਰਕਾਰਾਂ এনवायरमेंट ਬਾਰੇ ਸੀਰੀਅਸ ਨਹੀਂ ਹੈ ਤੇ ਬਹੁਤ ਵੱਡਾ ਕਮੈਂਟ ਆ। ਤੇ ਇਸੇ ਤਰ੍ਹਾਂ ਹੀ ਇਹੋ ਜਿਹਾ ਮੁੱਦਾ ਵੈਸੇ ਉਠਾਉਣਾ ਚਾਹੀਦਾ, ਜਦੋਂ ਜਾਣਾ ਤਾਂ ਉਹਨਾਂ ਨੇ ਹੈਗਾ ਪੱਕਾ ਹੋ ਕੇ ਜਾਣਾ। ਇਹੀ ਮੈਨੂੰ ਸਾਨੀ ਸਾਹਿਬ ਦਾ ਵੀ ਦੇਖੋ ਉਹਨਾਂ ਨੇ ਰਿਲੀਜਨ ਤੇ ਵੀ ਬਹੁਤ ਕੰਮ ਕੀਤਾ ਹੈਗਾ, ਔਰ ਉਹਨਾਂ ਦਾ ਇੱਕ ਮੈਨੂੰ ਬਹੁਤ ਸੋਹਣਾ ਕੰਮ ਕੀਤਾ ਕਿ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਹੈਗੀ ਆ ਐਜੂਕੇਸ਼ਨ ਦੇ ਵਿੱਚ। ਤੇ ਜੇ ਉੱਠ ਕੇ ਕਹਿ ਦਿੰਦੇ ਹੈਗੇ ਆ ਕਿ ਐਜੂਕੇਸ਼ਨ ਦੇ ਉੱਪਰ ਸਰਕਾਰਾਂ ਪੂਰਾ ਕੰਮ ਨਹੀਂ ਕਰ ਰਹੀਆਂ ਹੈਗੀਆਂ ਤੇ ਦਿਸ ਇਜ਼ ਅ ਵੈਰੀ ਗੁੱਡ ਕਮੈਂਟ। ਐਜੂਕੇਸ਼ਨ ਦੇ ਉੱਪਰ ਐਜੂਕੇਸ਼ਨ ਦੀ ਇੰਪਰੂਵਮੈਂਟ ਸ਼ੁਰੂ ਹੋ ਜਾਂਦੀ ਹੈਗੀ ਆ। ਜੇ ਆਪਾਂ ਗੱਲ ਕਰ ਰਹੇ ਸੀਗੇ ਕਿ ਰਾਜ ਸਭਾ ਵਿੱਚ ਵੀ ਲੋਕ ਸਭਾ ਵਿੱਚ ਵੀ ਉਹ ਵਿਅਕਤੀ ਜਾਣੇ ਚਾਹੀਦੇ ਜਿਨ੍ਹਾਂ ਦੇ ਪੋਲੀਟੀਕਲ ਬੈਕਗਰਾਊਂਡ ਸਟਰੋਂਗ ਹੋਵੇ, ਤਾਂ ਕਿ ਸਰਕਾਰ ਦੇ ਮੋਹਰੇ ਉਹ ਜਿਹੜੇ ਵੀ ਮੁੱਦੇ ਆ ਉਹ ਪੋਲੀਟੀਕਲ ਐਂਗਲ ਤੋਂ ਵਧੀਆ ਤਰੀਕੇ ਨਾਲ ਪੁੱਟ ਕਰ ਸਕਣ। ਦੋ ਨਾਂ ਪਹਿਲਾਂ ਆਏ ਸੀ ਜੀ ਇਹਨਾਂ ਤੋਂ, ਬਾਬਾ ਬਲਬੀਰ ਸਿੰਘ ਤੇ ਸਾਨੀ ਸਾਹਿਬ ਤੋਂ ਪਹਿਲਾਂ ਉਹ ਸੀ ਇੱਕ ਪ੍ਰੋਫੈਸਰ ਜਗਮੋਹਨ ਸਿੰਘ, ਤੁਸੀਂ ਜਾਣਦੇ ਉਹਨਾਂ ਦੀ ਪਿਛੋਕੜੇ ਸੀ ਵੀ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਭਾਂਜਾ, ਉਹਨਾਂ ਦੀ ਭੈਣ ਦੇ ਬੇਟੇ ਨੇ ਅਮਰ ਕੌਰ ਦੇ। ਦੂਜੇ ਸੀਗੇ ਪ੍ਰੋਫੈਸਰ ਰੌਣਕੀ ਰਾਮ, ਉਹਨਾਂ ਦੀ ਵੀ ਬੈਕਗਰਾਊਂਡ ਜਿਹੜੀ ਆ ਪੰਜਾਬ ਯੂਨੀਵਰਸਿਟੀ 'ਚ ਤੇ ਪੋਲੀਟੀਕਲ ਬੈਕਗਰਾਊਂਡ ਦੋਨਾਂ ਦੀ ਪੋਲੀਟੀਕਲੀ ਬਹੁਤ ਸਟਰੋਂਗ ਉਹਨਾਂ ਦਾ ਹੈਗਾ ਸਾਰਾ। ਹਾਂਜੀ, ਉਹਨਾਂ ਦਾ IQ, ਉਹਨਾਂ ਦੇ ਵਿਊਜ਼, ਲੋਕੀ ਉਹਨਾਂ ਨੂੰ ਸੁਣਦੇ ਆ ਜਦੋਂ ਵੀ ਉਹ ਬੋਲਦੇ ਆ ਤੇ ਲੋਕੀ ਐਨ ਪਿਨ ਡ੍ਰੌਪ ਸਾਇਲੈਂਸ ਹੋ ਕੇ। ਮੈਂ ਬੜੀ ਚੰਗੀ ਤਰ੍ਹਾਂ ਉਹਨਾਂ ਦੀ ਪੋਲੀਟੀਕਲ ਅੰਡਰਸਟੈਂਡਿੰਗ ਨੂੰ ਸਮਝਦਾ, ਗ੍ਰਿਪ ਹੈ ਉਹਨਾਂ ਦੀ ਕਿਸੇ ਵੀ ਇਸ਼ੂ ਤੇ। ਇਦਾਂ ਦੇ ਨਾਂ ਆਏ ਸੀਗੇ ਤੇ ਲੱਗਦਾ ਸੀਗਾ ਕਿ ਜੇ ਆਮ ਆਦਮੀ ਪਾਰਟੀ ਇਦਾਂ ਸੋਚੇ ਤੇ ਇਹ ਦੋ ਸ਼ਖਸੀਅਤਾਂ ਨੂੰ ਉੱਥੇ ਭੇਜੇ ਤੇ ਭੜਥੂ ਪਾ ਦੇਣਗੇ। ਕੀ ਹੁਣ 7 ਹੋ ਗਏ ਆਮ ਆਦਮੀ ਪਾਰਟੀ ਦੇ, ਪੰਜਾਬ ਤੋਂ ਹੀ 7 ਹੋ ਗਏ। ਕੀ ਇਦਾਂ ਦੀ ਕੋਈ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੇ ਪਹਿਲਾਂ 2 ਸੀਗੇ ਪੰਜਾਬ ਤੋਂ ਤੇ ਤੀਸਰੇ ਹੋ ਗਏ ਬਾਬਾ ਬਲਬੀਰ ਸਿੰਘ, ਜਿਹੜੇ ਹੁਣ ਸਾਨੀ ਸਾਹਿਬ ਉਹ ਤਾਂ ਫਿਰ ਦਿੱਲੀ ਤੋਂ ਹੀ ਆ। ਠੀਕ ਹੈ ਜੀ, ਪੰਜਾਬ ਦੇ ਬਹੁਤ ਸਾਰੇ ਮਸਲੇ ਜਿਹੜੇ ਆ, ਕੱਲਾ ਵਾਤਾਵਰਨ ਦਾ ਮਸਲਾ ਨਹੀਂ ਹੈ, ਬਹੁਤ ਸਾਰੇ ਹੋਰ ਮਸਲੇ ਆ। ਨਸ਼ਿਆਂ ਦੀ ਗੱਲ ਹੈ, ਬੇਰੁਜ਼ਗਾਰੀ ਦੀ ਗੱਲ ਹੈ, ਬਾਰਡਰ ਸਟੇਟ ਦੀ ਗੱਲ ਹੈ, ਲੈਂਗੁਏਜ ਦੀ ਗੱਲ ਹੈ, ਪੰਜਾਬ ਦੇ ਨਾਲ ਜੁੜਿਆ ਮਸਲਾ, ਚੰਡੀਗੜ੍ਹ ਦਾ ਮਸਲਾ ਹੈਗਾ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ। ਇਹ ਸਾਰੇ ਮਸਲੇ ਜਿਹੜੇ ਆ ਇਹ ਪੰਜਾਬ ਨੂੰ ਰੀਪ੍ਰਜੈਂਟ ਕਰਨ ਵਾਲੇ ਵਿਅਕਤੀ ਜਿੰਨੇ ਵੀ 7 ਦੇ 7 ਉੱਥੇ ਗਏ ਆ, ਕਿੰਨੇ ਖੂਬਸੂਰਤੀ ਨਾਲ ਕੋਈ ਲੱਗਦਾ ਕਿ ਇਦਾਂ ਪੇਸ਼ ਕਰਨਗੇ ਤੇ ਕੋਈ ਪ੍ਰਾਪਤੀ ਜਿਹੜੀ ਆ ਪੰਜਾਬ ਦੀ ਝੋਲੀ 'ਚ ਪੈ ਜਾਵੇ? ਦੇਖੋ ਇਹ ਸਾਰੇ ਬੰਦੇ ਐਕਸਪੀਰੀਅੰਸਡ ਨੇ, ਹੋਮਵਰਕ ਕਰਨਗੇ ਆਪਣਾ, ਕਿਉਂਕਿ ਇਹਨਾਂ ਤੋਂ ਲੋਕਾਂ ਦੀਆਂ ਬਹੁਤ ਐਕਸਪੈਕਟੇਸ਼ਨਸ ਨੇ ਹੈਗੀਆਂ ਕਿ ਜੇ ਰਾਜ ਸਭਾ ਵਿੱਚ ਗਏ ਹੈਗੇ ਤੇ ਪੰਜਾਬ ਦਾ ਕਿੰਨਾ ਕੁ ਪੱਖ ਪੇਸ਼ ਕਰਦੇ ਰਹੇਗੇ, ਕਿੰਨੀ ਮਜ਼ਬੂਤੀ ਨਾਲ ਕਰਦੇ। ਕਿਉਂਕਿ ਸਾਨੂੰ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ। ਮੈਂ ਪ੍ਰੀ ਜੱਜ ਨਹੀਂ ਕਰਦਾ ਵੀ ਉੱਥੇ ਕੁਝ ਨਹੀਂ ਕਰਨਗੇ ਜਾਂ ਕੁਰਸੀਆਂ ਤੇ ਬੈਠ ਕੇ ਆ ਜਾਣਗੇ, ਕਿਉਂਕਿ ਇਹਨੇ ਸਾਨੀ ਸਾਹਿਬ ਨੂੰ ਵੀ ਮੈਂ ਕਾਫੀ ਉਹਨਾਂ ਦਾ ਪੜ੍ਹਿਆ ਹੈਗਾ ਤੇ ਉਹਨਾਂ ਦਾ ਇੱਕ ਵਿਜ਼ਨ ਆ। ਇਹ ਲੋਕ ਨਾ ਵਿਜ਼ਨਰੀ ਕਹਿ ਸਕਦੇ ਆ, ਇਹ ਪੋਲੀਟੀਕਲ ਜੇ ਨਾ ਕਹੀਏ ਇਹਨਾਂ ਨੂੰ, ਇਹ ਲੋਕ ਵਿਜ਼ਨਰੀ ਆ। ਵਿਜ਼ਨ ਦੋਨਾਂ ਦਾ ਹੀ ਹੈ ਜੀ, ਦੋਨੋਂ ਵਿਜ਼ਨਰੀ ਨੇ, ਸਾਨੀ ਸਾਹਿਬ ਦਾ ਵੀ। ਹਾਂ, ਤੇ ਵਿਜ਼ਨਰੀ ਲੋਕ ਜਿਹੜੇ ਆ ਰਾਜ ਸਭਾ ਦੇ ਵਿੱਚ ਕੰਟਰੀਬਿਊਟ ਕਰਦੇ ਆਏ ਨੇ, ਬਹੁਤ ਦੇਰ ਤੋਂ ਕਰਦੇ ਆਏ ਨੇ। ਤੇ ਹੁਣ ਕਪਿਲ ਸਿੱਬਲ ਜਿਹਨੂੰ ਪੁੱਛਿਆ ਸੀ ਵੀ ਤੁਹਾਡੀ ਕੋਈ ਪੋਲੀਟਿਕਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਦੇ ਬਿਲਕੁਲ ਉਲਟ ਹੈ ਕਿ ਕਪਿਲ ਸਿੱਬਲ ਐਜ਼ ਐਨ ਇੰਡੀਪੈਂਡੈਂਟ ਸਪੋਰਟਡ ਬਾਈ ਸਮਾਜਵਾਦੀ ਪਾਰਟੀ, ਕੋਈ ਪਾਰਟੀ ਨਹੀਂ। ਪਰ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਵੀ ਮੈਂ ਜਦੋਂ ਪਾਰਟੀਆਂ 'ਚ ਸੀ ਤਾਂ ਮੇਰੇ ਹੱਥ ਵੱਜੇ ਹੋਏ ਸੀ, ਮੈਨੂੰ ਉਹ ਗੱਲ ਕਹਿਣੀ ਪੈਂਦੀ ਸੀ ਜਿਹੜੀ ਮੇਰੀ ਪਾਰਟੀ ਕਹਿੰਦੀ ਸੀ। ਕਹਿੰਦੇ ਵੀ ਮੈਂ ਹੁਣ ਇੰਡੀਪੈਂਡੈਂਟ ਹਾਂ, ਮੈਂ ਉਹ ਗੱਲ ਪਹਿਲਾਂ, ਉਹ ਤਾਂ ਕਹਿੰਦੇ ਵੀ ਮੈਂ ਪਹਿਲਾਂ ਕਾਨੂੰਨ ਇਹ ਬਣਵਾਉਣ ਦੀ ਕੋਸ਼ਿਸ਼ ਕਰੂੰਗਾ ਕਿ ਡੈਮੋਕ੍ਰੇਸੀ ਦੇ ਵਿੱਚ ਪਾਰਟੀਆਂ ਦੇ ਗੁਲਾਮ ਨਹੀਂ ਹੋਣੇ ਚਾਹੀਦੇ ਮੈਂਬਰ ਪਾਰਲੀਮੈਂਟ।
ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਕਹਿੰਦੇ ਮੈਂ ਇਸ ਗੱਲ ਦੇ ਉੱਪਰ ਲੋਕਾਂ ਨੂੰ ਇਕੱਠੇ ਕਰੂੰਗਾ ਵੀ ਜੇ ਅਸੀਂ ਪਾਰਲੀਮੈਂਟ 'ਚ ਬੈਠੇ ਹਾਂ ਤੇ ਸਾਨੂੰ ਪਿੱਛੋਂ ਫੋਨ ਨਹੀਂ ਹੋਣੇ ਚਾਹੀਦੇ ਵੀ ਅੱਜ ਇਹਦੇ ਤੇ ਵੋਟਾਂ ਤੇ ਐਂ ਕਰਨਾ ਜੀ, ਅੱਜ ਇੱਥੇ ਜਿੱਦਾਂ ਸਪੀਕਰ ਹੈ ਜੀ, ਸਪੀਕਰ ਬਣਾ ਲਿਆ ਜਾਂਦਾ ਤੇ ਸਪੀਕਰ ਦੀ ਪਾਰਟੀ ਖਤਮ, ਉਹ ਇੰਡੀਪੈਂਡੈਂਟ ਹੋ ਜਾਂਦਾ, ਉਹਨੇ ਸਾਰਿਆਂ ਨੂੰ ਬਰਾਬਰ ਦਾ ਮੌਕਾ ਦੇਣਾ। ਇਹ ਜੀ ਮਤਲਬ ਪਾਰਲੀਮੈਂਟ ਦੇ ਵਿੱਚ ਬੈਠੇ ਲੋਕ ਜਿਹੜੇ ਆ, ਇਹ ਪਤਾ ਨਹੀਂ ਇਦਾਂ ਸੁਪਨਾ ਉਹਨਾਂ ਦਾ ਹੈਗਾ, ਸਾਕਾਰ ਹੁੰਦਾ ਕਿ ਨਹੀਂ ਹੁੰਦਾ। ਵੇਖੋ ਪਰ ਵੇਖੋ ਨਾ, ਇਹ ਇੱਕ ਬਹੁਤ ਵੱਡੀ ਪੋਲੀਟੀਕਲ ਲਾਈਨ ਹੈ ਜਿਹੜੀ ਕਿ ਮੈਂ ਤਾਂ ਪਿਛਲੇ 20-40 ਸਾਲ ਤੋਂ ਨਹੀਂ ਦੇਖੀ ਕਿ ਕੋਈ ਮੈਂਬਰ ਪਾਰਲੀਮੈਂਟ ਇਹ ਗੱਲ ਕਹੇ ਕਿ ਮੈਂਬਰ ਪਾਰਲੀਮੈਂਟ ਚਾਹੇ ਉਹ ਰਾਜ ਸਭਾ ਦੇ ਨੇ ਤੇ ਚਾਹੇ ਉਹ ਲੋਕ ਸਭਾ ਦੇ ਨੇ, they should have independent view to express ਮੈਨੂੰ ਪਾਰਟੀ ਗਾਈਡ ਨਹੀਂ ਕਰ on the floor of the house। ਤੇ ਬਹੁਤ ਵੱਡੀ ਗੱਲ ਹੈ। ਮੈਂ ਫੀਡਬੈਕ ਪਾਰਟੀ ਤੋਂ ਨਹੀਂ ਲੈਣੀ, ਮੈਨੂੰ ਮੈਂ ਇੰਡੀਪੈਂਡੈਂਟ ਹਾਂ। ਪਾਲਿਸੀਜ਼ ਤਾਂ ਮੈਂ ਪਾਰਟੀ ਦੀਆਂ ਕਰੂੰਗਾ, ਪਰ ਕਿਸੇ ਗੱਲ ਦੇ ਉੱਪਰ ਮੇਰੇ ਵਿਚਾਰ ਵੱਖਰੇ ਹੋ ਸਕਦੇ ਨੇ, ਪਰ ਉੱਥੇ ਜਿਹੜਾ ਮੂੰਹ ਬੰਨ੍ਹ ਦਿੱਤਾ ਜਾਵੇ ਤਾਂ ਉਹ ਕਹਿੰਦੇ ਮੈਂ ਇਸ ਲਾਈਨ ਦੇ ਉੱਪਰ, ਅਗਰ ਇਹ ਲਾਈਨ ਕਾਮਯਾਬ ਹੁੰਦੀ ਤੇ ਸਾਡੀ ਡੈਮੋਕ੍ਰੇਸੀ ਜ਼ਿਆਦਾ ਮਚੂਰ ਹੋਊਗੀ। ਇਹ ਜਿਹੜੀ ਵਿਪ ਜਾਰੀ ਕਰ ਲੈਣੀ, ਸਾਰਿਆਂ ਨੂੰ ਇਕੱਠੇ ਕਰ ਲੈਣਾ, ਗਲਤ ਤੇ ਫੈਸਲਾ ਕਰਾ ਦੇਣਾ। ਦੇਖੋ ਨਾ, ਜਦੋਂ ਸਰਕਾਰਾਂ ਵੱਡੀਆਂ ਮੈਜੋਰਟੀ 'ਚ ਹੁੰਦੀਆਂ ਨੇ, ਜੋ ਮਰਜ਼ੀ ਕਰਾ ਲੈਂਦੀਆਂ, ਵਿਪ ਜਾਰੀ ਕੀਤੀ ਤੇ ਜੋ ਮਰਜ਼ੀ ਕਾਨੂੰਨ, ਤੁਹਾਡੇ ਖੇਤੀ ਦੇ ਕਾਨੂੰਨ ਕਿਵੇਂ ਪਾਸ ਹੋਏ ਸੀ? ਕਿਸੇ ਦੀ ਜ਼ਰੂਰਤ ਨਹੀਂ ਹੈਗੀ ਉਹ ਸਰਕਾਰ ਦੇ, ਤੁਹਾਡੇ ਸਾਹਮਣੇ ਖੇਤੀ ਦੇ 3 ਕਾਨੂੰਨ ਕਿਵੇਂ ਪਾਸ ਹੋਏ ਸੀ? ਮਿੰਟਾਂ ਸਕਿੰਟਾਂ 'ਚ ਹੋ ਗਏ, ਦੇयर ਵਾਸ ਨੋ ਡਿਸਕਸ਼ਨ। ਬਿਲਕੁਲ ਠੀਕ ਤੁਹਾਡੀ ਗੱਲ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਜੀ। ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਸਮਾਂ ਵੀ ਕੱਢਦੇ ਹੋ ਔਰ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਖਬਰਾਂ ਨੂੰ ਐਲੈਬੋਰੇਟ ਵੀ ਕਰਦੇ ਹੋ, ਉਹਨਾਂ ਦੇ ਪੋਲ ਖੋਲ੍ਹਦੇ ਹੋ, ਅੰਦਰਲੀ ਜਿਹੜੀ ਝਾਤ ਪਰਵਾਉਂਦੇ ਹੋ। ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸਾਰਿਆਂ ਦੇ ਬਹੁਤ ਸ਼ੁਕਰੀਆ। ਮੈਂ ਤਾਂ ਜੋ ਆਪਣੀ ਅੰਡਰਸਟੈਂਡਿੰਗ ਹੈਗੀ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਹੈਗਾ, ਤੇ MP ਸਿੰਘ ਜੀ ਮੈਨੂੰ ਬੁਲਾ ਲੈਂਦੇ ਹੈਗੇ ਆ, ਇਹਨਾਂ ਦਾ ਬਹੁਤ ਧੰਨਵਾਦੀ ਹੈਗਾ ਕਿ ਮੇਰਾ ਜਿਹੜਾ ਟਾਈਮ ਹੈਗਾ ਘਰੇ ਵਿਹਲੇ ਬੈਠੇ ਵਾਲਾ ਜਿਹੜਾ ਹੁੰਦਾ ਹੈਗਾ ਉਹ ਯੂਟੀਲਾਈਜ਼ ਹੋ ਜਾਂਦਾ ਤੇ ਮੈਂ ਰਿਫਰੈਸ਼ ਹੋ ਜਾਣਾ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਪੜ੍ਹਨ ਦਾ ਸ਼ੌਕ ਹੈਗਾ, ਇਸ ਕਰਕੇ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਆਪਣੀਆਂ ਜਿਹੜੀਆਂ ਸਾਂਝੀਆਂ ਕਰ ਲੈਂਦਾ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਸ਼ੁਕਰੀਆ, ਥੈਂਕ ਯੂ।